ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਸ਼ਾਮ ਦੀ ਸਭਾ ਹੈ, ਮੰਗਲਵਾਰ ਦੀ ਸ਼ਾਮ ਹੈ। ਲਾਈਵ ਪ੍ਰੋਗਰਾਮ ਲੈ ਕੇ ਹੁਣ ਤੱਕ ਤੁਸੀਂ ਰਿਕਾਰਡਡ ਪ੍ਰੋਗਰਾਮ ਸੁਣ ਰਹੇ ਸੀ। ਮੈਂ ਦੁਹਾਟਿਓਂ ਕੱਟਿਆ, ਮਾਫੀ ਵੀ ਚਾਹੁੰਦਾ। ਅਤੇ ਇਸ ਦੌਰਾਨ ਕਿਉਂਕਿ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਜਿੰਗਲ ਨੁਮਾ ਐਡ ਘੱਟ ਪਲੇ ਕਰੀ ਦੀ ਹੈ, ਅਤੇ ਜਦੋਂ ਪਲੇ ਕਰੀਏ ਤਾਂ ਸਮਝੋ ਫਿਰ ਕਿ ਪ੍ਰੋਗਰਾਮ ਚੇਂਜ ਹੋ ਗਿਆ। ਉਹਦੀ ਸਿਗਨੇਚਰ ਟਿਊਨ ਵੀ ਜਾਣ ਸਕਦੇ ਹੋ। ਵੈਸੇ ਇੰਡੀਅਨ ਟਾਈਮ ਦੇ ਮੁਤਾਬਕ 7:06 ਹੋ ਚੁੱਕੇ ਨੇ। ਸੋ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਲਾਈਵ ਹੁੰਦਾ ਆਪਣਾ, ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ। ਹੁਣ ਜਿਸ ਤਰ੍ਹਾਂ 7:06 ਹੋ ਚੁੱਕੇ ਨੇ। ਅਤੇ ਮੰਗਲਵਾਰ 16 ਮਾਰਚ ਸਨ 2021 ਅਤੇ 3 ਚੇਤ ਨਾਨਕਸ਼ਾਹੀ ਸੰਮਤ 553 ਨੂੰ ਅੱਜ ਸ਼ਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਹੈ। ਕਿਸਾਨ ਅੰਦੋਲਨ 'ਤੇ ਚਰਚਾ ਹੋਏਗੀ, ਥੋੜ੍ਹੀ ਇਸ ਖਿੱਤੇ ਦੀ ਵਿਰਾਸਤ 'ਤੇ ਵੀ ਚਰਚਾ ਹੋਏਗੀ। ਕੱਲ੍ਹ ਜਿਸ ਤਰ੍ਹਾਂ ਆਪਾਂ ਸਤਨਾਮੀ ਸਾਧੂਆਂ ਦੇ ਬਾਰੇ ਗੱਲਬਾਤ ਕੀਤੀ ਸੀ, ਅਤੇ ਵਾਅਦਾ ਤਾਂ ਤੁਹਾਡੇ ਨਾਲ ਇਹ ਵੀ ਸੀ ਕਿ ਅੱਜ ਗੱਲਬਾਤ ਕੀਤੀ ਜਾਵੇ ਸੁਥਰਿਆਂ ਬਾਰੇ ਕਿ ਸੁਥਰਾ ਸ਼ਾਹੀ ਕੌਣ ਸੀ। ਕੋਸ਼ਿਸ਼ ਉਸ ਪਾਸੇ ਵੀ ਕਰਾਂਗੇ, ਪਰ ਨਾਲ ਕੁਝ ਖਬਰਾਂ ਅਤੇ ਨਜ਼ਰਾਂ ਆਪਾਂ ਮਾਰਦੇ ਹਾਂ। ਅਤੇ ਜਿਸ ਦੌਰਾਨ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਉਸ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ 98-763-09655 'ਤੇ ਕਾਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਅਤੇ ਜਿਸ ਦੌਰਾਨ ਵਟਸਐਪ ਕਾਲ ਵੀ ਕੀਤੀ ਜਾ ਸਕਦੀ ਹੈ ਅਤੇ ਆਰਡੀਨਰੀ ਕਾਲ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਹੁਣ ਤੱਕ ਜਿਹੜੀ ਅਪਡੇਟ ਹੋਈ ਹੈ, ਗੱਲਬਾਤ ਹੋਈ ਹੈ, ਉਸ ਮੁਤਾਬਕ ਦਿਨ ਭਰ ਇਹ ਪ੍ਰੋਗਰਾਮ ਰਿਪੀਟ ਚੱਲਿਆ। ਅਤੇ ਤੁਹਾਡੇ ਮਨ 'ਚ ਕੋਈ ਖਿਆਲ ਹੋਵੇ ਸੁਰਿੰਦਰ ਸਿੰਘ ਦੇ ਆਉਣ ਤੋਂ ਪਹਿਲਾਂ ਤੁਸੀਂ ਵੀ ਆਪਣੀ ਗੱਲਬਾਤ ਕਰ ਸਕਦੇ ਹੋ। ਜਿਸ ਤਰ੍ਹਾਂ ਬਨਵੈਸ ਸਾਹਿਬ ਦੀ ਵੀ ਕਾਲ ਆਈ ਸੀ ਕਿ ਜਦੋਂ ਸੁਰਿੰਦਰ ਸਿੰਘ ਹੋਰੀ ਆਉਂਦੇ ਨੇ ਫਿਰ 20 ਕੁ ਮਿੰਟ ਆਪਾਂ ਕਾਲ ਨਾ ਲਿਆ ਕਰੀਏ, ਅਤੇ ਕਈ ਵਾਰੀ ਕਿਉਂਕਿ ਗੱਲ ਟਰੈਕ ਟੁੱਟਦਾ ਅਤੇ ਫਿਰ ਉਹ ਜਿਹਨਾਂ ਦੀ ਕਾਲ ਮਿਲ ਜਾਂਦੀ ਹੈ ਉਹਨਾਂ ਲਈ ਤਾਂ ਠੀਕ ਹੈ, ਉਹਨਾਂ ਦੇ ਵਿਚਾਰ ਚਲੇ ਜਾਂਦੇ ਨੇ, ਪਰ ਦੂਸਰਿਆਂ ਨੂੰ ਲੱਗਦਾ ਕਿ ਯਾਰ ਇਹ ਤਾਂ ਗੱਲ ਅਧਵਾਟੇ ਰਹਿ ਗਈ ਹੈ। ਹਾਲਾਂਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਜਿੱਥੋਂ ਲੜੀ ਛੱਡੀਏ ਉੱਥੋਂ ਹੀ ਲੜੀ ਮੁੜ ਕੇ ਜੋੜਦੇ ਹਾਂ, ਪਰ ਫਿਰ ਵੀ ਚਲੋ ਪਹਿਲੇ 20 ਕੁ ਮਿੰਟ ਕੋਸ਼ਿਸ਼ ਕਰਿਆ ਕਰਾਂਗੇ ਕਿ ਸੁਰਿੰਦਰ ਸਿੰਘ ਹੋਰਾਂ ਨਾਲ ਤੁਹਾਡੀ ਕਾਲ ਨਾ ਮਿਲਾਈ ਜਾਵੇ। ਅਤੇ ਬਾਅਦ ਦੇ ਵਿੱਚ ਤੁਸੀਂ ਆਪਣਾ ਵਿਚਾਰ ਜਾਂ ਇਸ ਤਰ੍ਹਾਂ ਕਿ ਮੈਨੂੰ ਤੁਸੀਂ ਦੱਸ ਦਿਆ ਕਰੋ ਆਪਣਾ ਨਾਂ ਦੱਸ ਕੇ, ਅਤੇ ਮੈਂ ਉਹਨਾਂ ਤੋਂ ਪੁੱਛ ਲਿਆ ਕਰਾਂਗਾ। ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਅਗਰ ਤੁਸੀਂ ਮੁਨਾਸਬ ਸਮਝੋ। ਅਗਰ ਤੁਸੀਂ ਵੀ ਕਾਲ ਕਰਨੀ ਚਾਹੁੰਦੇ ਹੋ ਤਾਂ ਆਪ ਦਾ ਵੀ ਸਵਾਗਤ ਹੈ, ਪਰ 20 ਕੁ ਮਿੰਟ ਬਾਅਦ ਆਪਾਂ ਇਹ ਕਾਲ ਲਿਆ ਕਰਾਂਗੇ। ਅਤੇ ਵਿਰਾਸਤ ਦੀ ਗੱਲ ਹੋਏਗੀ ਅਤੇ ਨਾਲ ਸਿਆਸਤ ਦੀ ਗੱਲ, ਕੁਝ ਖਬਰਾਂ 'ਤੇ ਮੈਂ ਹੁਣ ਤੱਕ ਦੀ ਅਪਡੇਟ ਦੇ ਦਿਆਂ ਕਿਉਂਕਿ ਕਰੋਨਾ ਸਰਕਾਰੀ ਤੌਰ 'ਤੇ ਬਹੁਤ ਵੱਧ ਰਿਹਾ। ਸੁਖਬੀਰ ਬਾਦਲ ਹੋਰਾਂ ਨੇ 2 ਟਿਕਟਾਂ ਅਨਾਊਂਸ ਕੀਤੀਆਂ ਆਪਣੀ, ਅਤੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਹੋਰਾਂ ਦੀ, ਅਤੇ ਇਸ ਤੋਂ ਬਾਅਦ ਉਹਨਾਂ ਨੂੰ ਕਰੋਨਾ ਹੋ ਗਿਆ, ਕਰੋਨਾ ਪੋਜ਼ੀਟਿਵ ਹੋ ਗਿਆ, ਅਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਸੋ ਉਹ ਇਕਾਂਤਵਾਸ ਹੋ ਗਏ ਨੇ ਹੁਣ ਪਿਛਲਾ ਕਈ ਦਿਨਾਂ ਤੋਂ 15-18 ਦਿਨ ਉਹ ਲੋਕਾਂ ਨੂੰ ਨਹੀਂ ਮਿਲਣਗੇ। ਸੋ ਉਹ ਇਕਾਂਤਵਾਸ ਹੋ ਗਏ ਨੇ। ਹਾਲਾਂਕਿ ਪਰਿਵਾਰ ਦੇ ਵਿੱਚ ਵੀ ਥੋੜ੍ਹੀ ਖਿੱਚੋਤਾਣ ਹੈ ਵਿਰਸਾ ਸਿੰਘ ਵਲਟੋਹਾ ਦੀ ਟਿਕਟ ਅਨਾਊਂਸ ਕਰਨ ਨੂੰ ਲੈ ਕੇ। ਅਤੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਅੱਜ ਵੀ ਜਿਹੜੀ ਹੜਤਾਲ ਹੈ ਉਹ ਸਫਲ ਰਹੀ। 10 ਲੱਖ ਤੋਂ ਵੱਧ ਮੁਲਾਜ਼ਮ ਅਤੇ ਅਧਿਕਾਰੀ ਨੇ ਜਿਹੜੇ ਉਹ 2 ਦਿਨਾਂ ਸਟ੍ਰਾਈਕ 'ਤੇ ਸੀ, ਜਿਸ ਦੌਰਾਨ ਭਾਰਤ ਪੱਧਰ 'ਤੇ ਇਹ ਬੈਂਕ ਕਰਮਚਾਰੀਆਂ ਦੀ ਇੱਕ ਵੱਡੀ ਸਟ੍ਰਾਈਕ ਸੀ, ਜਿਨ੍ਹਾਂ ਨੇ ਮੋਦੀ ਸਾਹਿਬ ਦੀ ਤਾਨਾਸ਼ਾਹ ਹਕੂਮਤ ਦੇ ਖਿਲਾਫ, ਖਾਸ ਕਰਕੇ ਜੋ ਪਬਲਿਕ ਸੈਕਟਰ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਸੌਂਪੇ ਜਾਣ ਦਾ ਵਿਰੋਧ ਦੇ ਵਜੋਂ ਇਹ 2 ਦਿਨਾਂ ਆਪਣਾ ਕੰਮ ਕਾਜ ਠੱਪ ਰੱਖਿਆ। ਬੈਂਕਿੰਗ ਸੇਵਾਵਾਂ ਤਕਰੀਬਨ ਪੂਰੇ ਆਲ ਇੰਡੀਆ ਪੱਧਰ 'ਤੇ ਠੱਪ ਰਹੀਆਂ। ਪੰਜਾਬ ਦੇ ਵਿੱਚ ਤਾਂ ਉੱਤਰੀ ਭਾਰਤ ਦੇ ਵਿੱਚ ਇਸ ਦਾ ਭਰਵਾਂ ਅਸਰ ਵੇਖਣ ਨੂੰ ਪਿਆ। ਲੋਕਾਂ ਦੇ ਕੰਮ ਕਾਜ ਦੇ ਵਿੱਚ ਲੋਕਾਂ ਨੂੰ ਦਿੱਕਤਾਂ ਆਈਆਂ। ਸੋ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ, ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲਗਾਤਾਰ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਗਰਜ ਰਹੇ ਨੇ। ਇਸੇ ਮੱਦੇਨਜ਼ਰ ਅੱਜ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਜਿਹੜਾ ਦਿਵਸ ਵੀ ਹੈ ਉਹ ਮਨਾਇਆ ਗਿਆ। ਵੱਖ-ਵੱਖ ਕਿਸਾਨ ਯੂਨੀਅਨ ਵੱਲੋਂ ਜਿਹੜਾ ਭਾਰਤ ਭਰ ਦੇ ਵਿੱਚ ਕਾਰਪੋਰੇਟ ਵਿਰੋਧੀ ਦਿਵਸ ਦੇ ਤੌਰ 'ਤੇ ਵੀ ਅੱਜ ਦਾ ਦਿਨ ਮਨਾਇਆ ਗਿਆ। ਅਤੇ ਜਿਸ ਤਰ੍ਹਾਂ ਦੀ ਸਥਿਤੀ ਹੈ, ਭਾਵੇਂ ਮੋਦੀ ਸਾਹਿਬ ਬੜਾ ਕੁਛ ਕਰੀ ਜਾਂਦੇ ਨੇ, ਪਰ ਕਿਤੇ ਨਾ ਕਿਤੇ ਅੰਦਰੋਂ ਬੀਜੇਪੀ ਸਰਕਾਰ ਦੀ ਸਥਿਤੀ ਪਤਲੀ ਪੈ ਰਹੀ ਹੈ। ਉਹਨਾਂ ਦੇ ਜਿਹੜੇ ਸਿਆਣੇ ਸਲਾਹਕਾਰ ਨੇ, ਜਿਸ ਤਰ੍ਹਾਂ ਰਾਜਨਾਥ ਸਿੰਘ ਹੋਰਾਂ ਨੇ ਵੀ ਆਖਿਆ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਵਾਸਤੇ ਸਰਕਾਰ ਨੂੰ ਹੋਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਅਤੇ ਇਸ ਦੇ ਨਾਲ
ਪ੍ਰਧਾਨ ਮੰਤਰੀ ਦੇ ਸਲਾਹਕਾਰ ਪੀਕੇ ਸਿਨਹਾ ਵੀ ਨਿੱਜੀਕਰਨ ਕਰਕੇ ਅਸਤੀਫਾ ਦੇ ਗਏ ਨੇ। 1977 ਦੇ ਇਹ ਸੇਵਾ ਮੁਕਤ IAS ਅਧਿਕਾਰੀ ਸੀ ਜਿਨ੍ਹਾਂ ਨੂੰ 2019 ਦੇ ਵਿੱਚ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਪਰ ਅੰਦਰੋਂ ਕਈ ਗੱਲਾਂ ਹੁੰਦੀਆਂ ਨੇ। ਵੈਸੇ ਤਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਨਰਿੰਦਰ ਦੁਬਾਲ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖਾੜਕੂਵਾਦ ਦੇ ਦੌਰ ਦੇ ਦੌਰਾਨ ਕਾਫੀ ਕੁਛ ਕੀਤਾ, ਉਹ ਇਸ ਵਕਤ ਦੇਸ਼ ਦੇ ਪ੍ਰਮੁੱਖ ਸਿਕਿਉਰਿਟੀ ਸੁਰੱਖਿਆ ਸਲਾਹਕਾਰ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, NSA ਨੇ। ਇਸ ਦੇ ਨਾਲ ਜੇ ਗੱਲ ਕੀਤੀ ਜਾਵੇ, ਪ੍ਰਧਾਨ ਮੰਤਰੀ ਬੜੇ ਕੋਸ਼ਿਸ਼ਾਂ ਕਰਦੇ ਨੇ, ਕਦੇ ਅਸੀਂ ਪਲਾਸਟਿਕ ਬੈਨ ਕੀਤਾ, ਅਸੀਂ ਕਦੇ ਸਵੱਛ ਭਾਰਤ ਦੀ ਗੱਲ ਕੀਤੀ ਹੈ, ਪਰ ਸਥਿਤੀ ਇਹ ਹੈ ਕਿ ਦੁਨੀਆ ਭਰ ਦੇ ਜਿਹੜੇ 30 ਪ੍ਰਦੂਸ਼ਿਤ ਸ਼ਹਿਰ ਨੇ ਭਾਰਤ ਦੇ ਵਿੱਚੋਂ, ਉਹਨਾਂ ਦੇ ਵਿੱਚ 22 ਸ਼ਹਿਰ ਭਾਰਤ ਦੇ ਨੇ। ਸੋ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ਇਹ ਸਿਖਰਾਂ 'ਤੇ ਹੈ। ਸੋ ਇਹ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਅਸੀਂ ਦੁਨੀਆ 'ਚ ਅਜੇ ਕਿੱਥੇ ਖੜ੍ਹੇ ਹਾਂ। ਇਹ ਮੋਦੀ ਸਰਕਾਰ ਦੀ ਆਪਣੀ ਸਫਲਤਾ ਦੀ ਕਹਾਣੀ ਹੈ ਕਿ ਅਸੀਂ ਕਿੰਨਾ ਕੁ ਪ੍ਰਦੂਸ਼ਣ ਸਾਫ਼ ਕਰ ਲਿਆ। ਹਾਲਾਂਕਿ ਕਦੇ ਗੰਗਾ ਸਫਾਈ, ਕਦੇ ਯਮੁਨਾ ਸਫਾਈ, ਕਦੇ ਦਿੱਲੀ ਸਫਾਈ, ਕਦੇ ਭਾਰਤ ਸਫਾਈ ਦੀਆਂ ਗੱਲਾਂ ਕਰਦੇ ਨੇ, ਅਤੇ ਬਹੁਤੇ ਜਿਹੜੇ ਨੇ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਦੇ ਜਿਹੜੇ ਸ਼ਹਿਰ ਨੇ ਉਹ ਦੁਨੀਆ ਭਰ ਦੇ ਜਿਹੜੇ ਪੋਲਿਊਟਡ ਸਿਟੀ ਨੇ ਉਹਨਾਂ ਦੇ ਵਿੱਚ ਸ਼ੁਮਾਰ ਨੇ। ਸੋ ਦੁਨੀਆ ਭਰ ਦੇ 30 ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ 21 ਭਾਰਤੀ ਸ਼ਹਿਰ ਨੇ, ਜਿਨ੍ਹਾਂ ਦੇ ਵਿੱਚ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਹੈ, ਬੁਲੰਦ ਸ਼ਹਿਰ ਹੈ, ਬਿਕਸਰ, ਜਲਾਲਾਬਾਦ ਹੈ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ, ਮੁਜ਼ੱਫਰਨਗਰ, ਰਾਜਸਥਾਨ, ਪਵਾੜੀ, ਹਰਿਆਣਾ, ਫਰੀਦਾਬਾਦ, ਜੀਂਦ, ਹਿਸਾਰ, ਫਤਿਆਬਾਦ, ਬਾਂਦਵਾੜੀ, ਗੁਰੂਗ੍ਰਾਮ, ਗੁੜਗਾਉਂ ਦਾ ਨਾਂ ਬਦਲ ਕੇ ਗੁਰੂਗ੍ਰਾਮ ਵੀ ਕੀਤਾ ਗਿਆ ਸੀ, ਪਰ ਪ੍ਰਬੰਧ ਕਿਹੜੇ ਨੇ? ਪ੍ਰਬੰਧ ਉੱਥੇ ਹੀ ਖੜ੍ਹੇ ਨੇ। ਸੋ ਗੁਰੂਗ੍ਰਾਮ ਵੀ ਗੁਰੂ ਦੇ ਨਾਂ 'ਤੇ ਬਣਾਉਣ ਦੇ ਬਾਵਜੂਦ ਵੀ ਗੁਰੂਗ੍ਰਾਮ ਵੀ ਆਪਣਾ ਸੁਧਾਰ ਨਾ ਕਰ ਸਕਿਆ। ਯਮੁਨਾ ਦੇ ਨਾਂ 'ਤੇ ਬਣਿਆ ਯਮੁਨਾ ਨਗਰ, ਰੋਹਤਕ, ਧਾਰੂਹੇੜਾ ਅਤੇ ਬਿਹਾਰ ਦਾ ਮੁਜ਼ੱਫਰਪੁਰ, ਇਹ ਦੁਨੀਆ ਦੇ 21 ਪੋਲਿਊਟਡ ਸ਼ਹਿਰ ਨੇ ਜਿਹੜੇ ਭਾਰਤ ਵਿੱਚ ਨੇ। ਅੱਜ ਥੋੜ੍ਹਾ ਜਿਹਾ ਮੈਂ ਕਹਿੰਦਾ ਇਸ ਵਿਸ਼ੇ 'ਤੇ ਵੀ ਗੱਲਬਾਤ ਕੀਤੀ ਜਾਵੇ ਕਿ ਗੰਦਗੀ ਕਿਉਂ ਖਿਲਰਦੀ ਹੈ, ਕੀ ਇਸ ਦੇ ਕਾਰਨ ਨੇ, ਇਹ ਸਾਨੂੰ ਪੜਚੋਲਣੇ ਹੋਣਗੇ। ਅਤੇ ਇਸ ਸਾਰੇ ਸਿਲਸਿਲੇ ਵਿੱਚ ਕਿਤੇ ਨਾ ਕਿਤੇ ਜਿਹੜੇ ਵਰਤਾਰੇ ਨੇ ਉਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹਨਾਂ ਵਰਤਾਰਿਆਂ ਦੇ ਵਾਸਤੇ ਜ਼ਿੰਮੇਵਾਰ ਕੌਣ ਹੈ, ਗੰਦਗੀ ਦੇ ਲਈ ਕੀ ਕਾਰਨ ਨੇ। ਅੱਜ ਥੋੜ੍ਹੀ ਜਿਹੀ ਮੇਰਾ ਖਿਆਲ ਹੈ ਇਸ ਵਿਸ਼ੇ 'ਤੇ ਗੱਲਬਾਤ ਆਪਾਂ ਕਰੀਏ ਤਾਂ ਬਿਹਤਰ ਰਹੇਗਾ, ਕਿਉਂਕਿ ਪੰਜਾਬੀ 'ਚ ਮੁਹਾਵਰਾ ਕਿ ਨੱਕ ਨਾਲੋਂ ਕੱਢ ਕੇ ਬੁੱਲ੍ਹ 'ਤੇ ਲਾਉਣਾ, ਇਹ ਸਾਡੀ ਆਦਤਨ ਫਿਤਰਤ ਹੈ। ਭਾਵੇਂ ਦੁਕਾਨਾਂ 'ਤੇ ਚਲੇ ਜਾਓ, ਲੋਕ ਦੁਕਾਨਾਂ 'ਚੋਂ ਕੂੜਾ ਕੱਢਦੇ ਆ ਅਤੇ ਸੜਕ 'ਤੇ ਸੁੱਟ ਦਿੰਦੇ ਆ। ਫਿਰ ਟਰੈਕਟਰ, ਗੱਡੀ, ਕੋਈ ਸਕੂਟਰ ਆਉਂਦਾ, ਉਹ ਹਵਾ ਦੇ ਫਰਾਟੇ ਦੇ ਨਾਲ ਕੂੜਾ ਫਿਰ ਦੁਕਾਨ 'ਤੇ ਆ। ਜਿਹੜੇ ਦੁਕਾਨਾਂ 'ਚ ਰੱਖੇ ਵਰਕਰ ਨੇ ਜਾਂ ਦੁਕਾਨਦਾਰ ਨੇ, ਤੁਸੀਂ ਵੇਖੋ ਕਿ ਦਿਨ 'ਚ 15-20 ਵਾਰ ਉਹ ਝਾੜੂ ਲਾ ਲੈਂਦੇ ਨੇ। ਇਹ ਨਹੀਂ ਕਿ ਇੱਕ ਵਾਰੀ ਕੂੜਾ ਇਕੱਠਾ ਕੀਤਾ, ਡਸਟਬਿਨ 'ਚ ਪਾਇਆ, ਗੱਲ ਖਤਮ। ਇਸੇ ਤਰ੍ਹਾਂ ਸਾਡੇ ਲੋਕਾਂ ਦਾ ਹਾਲਾਤ ਹੈ ਕਿ ਘਰਾਂ 'ਚੋਂ ਕੂੜਾ ਕੱਢ ਕੇ ਦੇਹੜੀਆਂ 'ਤੇ ਲਾ ਦੇਣਾ। ਇਹੀ ਹਾਲਾਤ ਜ਼ਿਮੀਂਦਾਰੇ ਦਾ ਕਿ ਸੜਕ ਤੋਂ ਖੇਤ 'ਚੋਂ ਉਹਨਾਂ ਨੇ ਕੋਈ ਬੂਝਾ ਪੱਟਣਾ, ਕਬਾੜ ਪੱਟਣਾ, ਸਣੇ ਜੜ੍ਹਾਂ ਤੋਂ ਐਨ ਮਘੇਲ ਕੇ ਮਾਰਨਾ ਸੜਕ ਦੇ ਉੱਤੇ। ਪਿੱਛੇ ਜੇ ਅਸੀਂ ਥੋੜ੍ਹੀ ਖੇਤੀ ਸ਼ੁਰੂ ਕਰੀ ਸੀ, ਮੈਨੂੰ ਬੜਾ ਤਜਰਬਾ ਹੋਇਆ, ਅਤੇ ਉਹ ਪਹੀ 'ਚ ਮੈਂ ਗੱਡੀ ਵਾੜ ਲੈਣੀ ਅਤੇ ਪਈ ਗੱਡੀ ਐਂ ਜਾਣੀ ਦੁਗੜ ਜਿਵੇਂ ਉੱਠ 'ਤੇ ਬੈਠਾ ਜਾਂਦਾ ਬੰਦਾ। ਮੈਂ ਉਹਨੂੰ, ਸਾਡੇ ਮਿੱਤਰ ਨੂੰ ਪੁੱਛਿਆ ਵੀ ਇੱਦਾਂ ਕਿਉਂ ਹੁੰਦਾ ਵੀ ਇਹ ਜਿਹੜੀ ਜੀਰੀ ਦੇ ਵਿੱਚੋਂ ਕਬਾੜ, ਸੌਂਖਾ ਜੋ ਵੀ ਕੱਢਿਆ ਗਿਆ, ਇਹਨੂੰ ਮਤਲਬ ਪਹੀ 'ਚ ਸੁੱਟਿਆ, ਉਹ ਉੱਥੇ ਹੀ ਜੰਮ ਗਿਆ ਅਤੇ ਪਹੀ ਜਿਹੜੀ ਐਂ ਰੜੇ ਮੈਦਾਨ ਹੁੰਦੀ ਹੈ ਉਹ ਐਂ ਦੁਗੜ ਕਰਦੀ ਜਾਂਦੀ, ਫਿਰ ਉਬੜ ਖਾਬੜ, ਅਤੇ ਉੱਥੇ ਹੀ ਉਹਦੀਆਂ ਅੱਧੀਆਂ ਕੁ ਜੜ੍ਹਾਂ ਲੱਗ ਜਾਂਦੀਆਂ ਨੇ। ਸੋ ਇਹ ਸਾਡੀ ਫਿਤਰਤ ਦੇ ਵਿੱਚ ਸ਼ਾਮਲ ਹੈ। ਅਤੇ ਅਸੀਂ ਸਾਡੇ ਧਰਮਾਂ ਦੇ ਵਿੱਚ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਸਮਝਾਇਆ ਗਿਆ। ਹਿੰਦੂ ਧਰਮ, ਸਿੱਖ ਧਰਮ, ਮੁਸਲਿਮ ਧਰਮ, ਹਰ ਧਰਮ ਤਕਰੀਬਨ ਇਸ ਖਿੱਤੇ ਦਾ ਕੁਦਰਤ ਨੂੰ ਪੂਜਦਾ ਹੈ। ਪਰ ਅਸੀਂ ਕੁਦਰਤ ਦੇ ਨਾਂ 'ਤੇ ਕਿਉਂ ਖਿਲਵਾੜ ਕਰਦੇ ਹਾਂ? ਤੇਰੇ ਅੰਦਰੋਂ ਮੈਲ ਨਾ ਜਾਵੇ ਮੱਸਿਆ ਨਹਾਉਣ ਵਾਲੀਏ। ਮਨ ਦੀ ਮੈਲ ਤਾਂ ਦੂਰ, ਤਨ ਦੀ ਮੈਲ ਵੀ ਅਸੀਂ ਸਾਫ਼ ਕਰਨ ਨੂੰ ਤਵੱਜੋ ਨਹੀਂ ਦਿੰਦੇ। ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਉੱਥੋਂ ਦਾ ਪਾਣੀ ਪੀਣ ਨੂੰ ਤਵੱਜੋ ਦੇਵਾਂਗੇ, ਪਰ ਉਹ ਪਾਣੀ ਪੀਣ ਦੇ ਤਾਂ ਕੀ, ਨਹਾਉਣ ਦੇ ਵੀ ਕਾਬਲ ਨਹੀਂ ਰਿਹਾ। 3 ਲੋਕ ਸੇ ਨਿਆਰੀ ਕਾਸ਼ੀ ਦੀ ਸਥਿਤੀ ਇਹ ਹੈ ਕਿ ਉੱਥੇ ਪਾਣੀ ਨਹਾਉਣ ਦੇ ਵੀ ਕਾਬਲ ਨਹੀਂ, ਪੀਣਾ ਤੇ ਦੂਰ। ਰਾਮ ਤੇਰੀ ਗੰਗਾ ਵਾਕਈ ਮੈਲੀ ਹੋ ਗਈ ਹੈ। ਸਵਾਗਤ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ? ਜੀ ਕੁਲਦੀਪ ਸਿੰਘ ਬੋਲ ਰਿਹਾ ਮੋਗਾ ਤੋਂ। ਹਾਂਜੀ, ਮੋਗਾ ਤੋਂ ਜੀ। ਆਪਾਂ ਸਰ ਜਿਸ ਤਰ੍ਹਾਂ ਜਿਹੜੀ ਗੱਲ ਚੱਲ ਰਹੀ ਹੈ ਗੰਦਗੀ ਦੇ ਉੱਪਰ ਹੀ, ਇਹਦੇ ਲਈ ਲੋਕ ਤਾਂ ਚਲੋ ਜ਼ਿੰਮੇਦਾਰ ਹੈਗੇ ਹੀ ਨੇ,
ਪਰ ਇਹਦੇ ਲਈ ਸਰਕਾਰਾਂ ਸਭ ਤੋਂ ਵੱਧ ਜ਼ਿੰਮੇਦਾਰ ਆ, ਕਿਉਂਕਿ ਸਰਕਾਰਾਂ ਹਰ ਚੀਜ਼ ਜਿਹੜੀ ਹੈ ਸੰਵਿਧਾਨ ਨਾਲ ਜੁੜੀ ਹੋਈ ਹੈ। ਠੀਕ ਹੈ, ਤੇ ਜਦ ਸਰਕਾਰਾਂ ਦੇ ਜਿਹੜੇ ਆਪਣੇ ਘਰ ਹੀ ਹੈਗੇ ਉਹ ਸੰਵਿਧਾਨ ਦੇ ਅੰਦਰ ਰਹਿ ਕੇ ਨਹੀਂ ਕੁਛ ਕਰ ਰਹੇ ਤੇ ਕਿਸੇ ਨੂੰ ਕੀ ਸਮਝਾਉਣਗੇ। ਇਹ ਗੰਦਗੀ ਇਕੱਲੀ ਚਲੋ ਸਮਾਨ ਦੀ ਨਹੀਂ ਹੈ, ਆਪਾਂ ਚੀਜ਼ਾਂ ਵਸਤਾਂ ਨੂੰ ਲੈ ਕੇ ਚਲੋ ਕਹਿ ਰਹੇ ਹਾਂ ਗੰਦਗੀ ਹੈ। ਅਸਲ ਗੰਦਗੀ ਜਿਹੜੀ ਹੈਗੀ ਹੈ ਉਹ ਸਾਡੇ ਜਿਹੜੇ ਲੀਡਰ ਹੈਗੇ ਆ ਸਾਡੇ ਦੇਸ਼ ਦੇ, ਉਹਨਾਂ ਦੇ ਦਿਮਾਗ 'ਚ ਭਰੀ ਹੋਈ ਹੈ। ਜੋ ਵਰਤਾਰੇ ਅੱਜ ਵਰਤ ਰਹੇ ਆ ਉਹ ਬਹੁਤ ਮਾੜੇ ਹੈਗੇ ਆ। ਲੋਕ ਦੇਖੋ ਤੜਫ ਰਹੇ ਹੈ ਮਹਿੰਗਾਈ ਨਾਲ, ਪਰ ਕੋਈ ਇਹਨਾਂ ਨੂੰ ਕਹਿ ਸਕਦਾ ਵੀ ਇਹ ਲੋਕਾਂ ਦੀਆਂ ਸਰਕਾਰਾਂ ਹੈਗੀਆਂ। ਠੀਕ ਹੈ ਜੀ। ਇੱਕ ਹੋਰ ਹੈਗੀ ਹੈ ਜਿਹੜੀ ਪੂਰੇ ਵਿਸ਼ਵ ਦੀ ਇੱਕ ਸੰਸਥਾ ਹੈਗੀ ਹੈ ਇੰਟਰਨੈਸ਼ਨਲ ਟਰਾਂਸਪੇਰੈਂਸੀ, ਉਹਦੇ ਕੀ ਹੈ, ਉਹਨੇ ਇੱਕ ਸਰਵੇ ਕੀਤਾ, ਸਾਡਾ ਜਿਹੜਾ ਭਾਰਤ ਹੈ ਇਹ ਮਹਾਭ੍ਰਸ਼ਟਾਂ ਦੀ ਜਿਹੜੀ ਸੂਚੀ ਦੇ ਵਿੱਚ ਪਹਿਲੇ 10 'ਚ ਆ ਗਿਆ। ਇਹ ਜਿਹੜਾ ਭ੍ਰਿਸ਼ਟਾਚਾਰ ਹੈ ਕੌਣ ਕਰ ਰਿਹਾ ਜੀ? ਇਹ ਲੀਡਰ ਤਾਂ ਕਰ ਰਹੇ ਲੋਕਾਂ ਦਾ। ਇਹਨਾਂ ਨੇ ਕੋਈ ਲੋਕ ਹਿੱਤ ਦੇ ਵਿੱਚ ਖਾਸ ਕਰਕੇ ਮੋਦੀ ਸਰਕਾਰ ਨੇ ਤਾਂ ਕੁਛ ਵੀ ਨਹੀਂ ਕੀਤਾ। ਇਹਨੇ ਜਿੰਨੇ ਕਾਨੂੰਨ ਬਣਾਏ ਹੈਗੇ ਆ। ਚਾਵਲਾ ਨੇ ਦੇਖੋ ਭਾਜਪਾ ਦੀ ਲੀਡਰ ਹੈ, ਉਹਨੇ ਇਸ ਜਿਹੜੀ ਰਿਪੋਰਟ ਹੈ ਤੇ ਕਿੱਡਾ ਮਿਹਣਾ ਮਾਰਿਆ ਸਰਕਾਰ ਨੂੰ। ਬਿਲਕੁਲ ਜੀ, ਮੈਂ ਕਹਿੰਦਾ ਇਹੋ ਜਿਹੇ ਇਮਾਨਦਾਰ ਚਿਹਰੇ ਵੀ ਹੈਗੇ ਆ ਜਿਹੜੇ ਖੁਦ ਉਸੇ ਪਾਰਟੀ ਦੀ ਨੁਮਾਇੰਦੇ ਹੈਗੇ ਆ ਤੇ ਉਹਨਾਂ ਨੇ ਬਿਲਕੁਲ ਇੱਕ ਸੱਚ ਬੋਲਿਆ ਹੈਗਾ, ਨਹੀਂ ਤਾਂ ਕੋਈ ਮੰਨਦਾ ਹੀ ਨਹੀਂ ਹੈਗਾ। ਕਿਉਂਕਿ ਅੱਜ ਜਿੰਨੇ ਵੀ ਜਿਹੜਾ ਮਰਜ਼ੀ ਲੀਡਰ ਦੇਖ ਲਓ ਚਾਹੇ ਭਾਰਤੀ ਜਨਤਾ ਪਾਰਟੀ ਦਾ, ਉਹਨਾਂ ਦੀ ਕੋਈ ਇੰਨੀ ਹਿੰਮਤ ਹੀ ਹੈ ਨਹੀਂ ਵੀ ਜਾਂ ਮੋਦੀ ਦੇ ਜਾਂ ਅਮਿਤ ਸ਼ਾਹ ਦੇ ਕਿਸੇ ਬਿਆਨ ਨੂੰ ਉਹ ਕਹਿ ਦੇਣ ਵੀ ਇਹ ਗਲਤ ਹੈ। ਪਰ ਕੁਛ ਅਸੀਂ ਇਹੋ ਜਿਹੇ ਚਿਹਰੇ ਵੀ ਹੈਗੇ ਆ, ਸੁਬਰਮਣੀਅਮ ਸਵਾਮੀ ਹੈਗੇ ਆ, ਜਿਹੜੇ ਰਾਜਪਾਲ ਹੈਗੇ ਆ ਸਤਿਆਪਾਲ ਮਲਿਕ ਜੀ, ਉਹਨਾਂ ਨੇ ਕਿਸ ਤਰ੍ਹਾਂ ਦੇਖੋ ਬਿਆਨ ਕਿੰਨਾ ਵਧੀਆ ਬਿਆਨ ਦਿੱਤਾ। ਪਰ ਇਹ ਜਿਹੜੀ ਸਰਕਾਰ ਹੈਗੀ ਆ, ਕਿਉਂਕਿ ਇਹਨਾਂ ਨੂੰ ਤਾਂ ਸ਼ਾਇਦ ਉਹ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ, ਇੱਕ ਮਸ਼ੀਨਾਂ ਦੀ ਗੁਲਾਮ ਹੈਗੀ ਆ ਜਾਂ ਲੋਕਾਂ ਨੂੰ ਉਹਨਾਂ ਨੇ ਮੂਰਖ ਬਣਾਇਆ। ਹੁਣ ਦੇਖੋ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਲੋਕ ਹੁਣ ਕਿੰਨਾ ਟਾਈਮ ਲੋਕ ਮੂਰਖ ਬਣੀ ਜਾਣਗੇ ਭਾਈ। ਜਦੋਂ ਸਿਲੰਡਰ ਦੀ ਕੀਮਤ ਹੁਣ 1000 ਵੱਲ ਨੂੰ ਵੱਧਦੀ ਜਾ ਰਹੀ ਹੈ, ਪੈਟਰੋਲ ਜਿਹੜਾ ਹੈਗਾ ਉਹ 100 ਰੁਪਏ ਲੀਟਰ ਹੋ ਗਿਆ, ਤੇ ਤੁਸੀਂ ਕਿੰਨਾ ਟਾਈਮ ਲੋਕਾਂ ਨੂੰ ਮੂਰਖ ਬਣਾਈ ਜਾਓਗੇ ਵਿਕਾਸ ਦੇ ਨਾਂ ਤੇ। ਅਕਸਰ ਰੋਟੀ ਕੱਪੜਾ ਔਰ ਮਕਾਨ ਵੀ ਤਾਂ ਜਿਉਣ ਲੋਕਾਂ ਨੂੰ ਚਾਹੀਦਾ ਹੈਗਾ, ਤੁਸੀਂ ਉਹਦੇ ਤੇ ਤਾਂ ਕੋਈ ਗੱਲ ਹੀ ਨਹੀਂ ਕਰਦੇ। ਹਾਂ ਬਿਲਕੁਲ, ਨਰਿੰਦਰ ਮੋਦੀ ਹੈ, ਕੁਲਦੀਪ ਸਿੰਘ ਜੀ, ਆਦਿੱਤਿਆਨਾਥ ਹੈ, ਮਨੋਹਰ ਲਾਲ ਖੱਟਰ ਹੈ, ਲਾਲਾ ਰਾਮਦੇਵ ਹੈ ਜਿਹਨੂੰ ਬਾਬਾ ਰਾਮਦੇਵ ਵੀ ਕਹਿੰਦੇ ਡਰਾਮੇਬਾਜ਼ ਨੂੰ ਜੀ। ਇਹ ਲੋਕਾਂ ਦੀ ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ ਵੀ ਦੂਜਿਆਂ ਦੇ ਤਾਂ ਪਰਿਵਾਰ ਹੈਗੇ ਆ, ਅਨਿਲ ਅੰਬਾਨੀ ਹੈ ਜਾਂ ਅਡਾਨੀ, ਉਹਨਾਂ ਦੇ ਤਾਂ ਪਰਿਵਾਰ ਹੈਗੇ ਆ। ਇਹ ਲੋਕ ਕਿਉਂ ਲਾਹਨਤਾਂ ਲੈ ਰਹੇ ਆ ਪੂਰੇ ਦੇਸ਼ ਤੋਂ? ਇਹਨਾਂ ਦਾ ਕੀ ਹੈਗਾ ਕਿ ਇਹ ਕਿਹਦੇ ਲਈ ਕਰ ਰਹੇ ਇਹ ਕੁਛ? ਠੀਕ ਹੈ ਜੀ, ਇਹਨਾਂ ਦੀ ਕੋਈ ਸੰਤਾਨ ਨਹੀਂ। ਮੈਂ ਕਹਿੰਦਾ ਚਲੋ ਪ੍ਰਮਾਤਮਾ ਦੀ ਇਹ ਵੀ ਇੱਕ ਚੰਗੀ ਹੈ ਵੀ ਗਾਂ ਇਹਨਾਂ ਦੀਆਂ ਕੋਈ ਵਾਰਸੀ ਹੈ ਨਹੀਂ ਜਿਹੜੇ ਇਹ ਸਾਡੇ ਦੇਸ਼ ਨੂੰ ਗੁਲਾਮੀ ਵੱਲ ਤੱਕ। ਇਹਨਾਂ ਦੇ ਇਹ ਗੱਲ ਨਹੀਂ ਕਿ ਬੀਜੇਪੀ 'ਚ ਵਾਰਸ ਨਹੀਂ ਹੈਗੇ, ਬੀਜੇਪੀ 'ਚ ਪਰਿਵਾਰਵਾਦ ਨਹੀਂ ਹੈ। ਇਹਨਾਂ 'ਚ ਤਾਂ ਪਰਿਵਾਰਵਾਦ ਦੂਜਿਆਂ ਨਾਲੋਂ ਵੱਡਾ ਹੈ, ਕਿਉਂਕਿ ਦੂਜਿਆਂ ਦੇ ਤੇ ਇਹ 4 ਪੁੱਤ ਹੋਣਗੇ। ਬਾਦਲ ਨੇ ਆਪਣੇ ਪੁੱਤਰ ਦਾ, ਕੈਪਟਨ ਨੇ ਆਪਣੇ ਪੁੱਤਰ ਦਾ, ਤਾਂ ਦੂਸਰੇ ਨੇ ਆਪਣੇ ਪੁੱਤ ਧੀ ਦਾ ਅੱਗਾ ਸਵਾਰਨਾ, ਉਹਦੇ ਲਈ ਕੈਰੀਅਰ ਬਣਾਉਣਾ। ਪਰ ਬੀਜੇਪੀ ਦਾ ਪਰਿਵਾਰਵਾਦ ਤਾਂ ਸਭ ਤੋਂ ਵੱਡਾ ਹੈ। ਇਹਨਾਂ ਦਾ ਪਰਿਵਾਰਵਾਦ ਕੱਟੜ ਧਾਰਮਿਕ ਹੈ ਕਿ ਆਪਣੇ ਧਰਮ ਦੀ, ਆਪਣੇ ਪਰਿਵਾਰ ਦੀ, ਸੰਘ ਪਰਿਵਾਰ ਦੀ ਗੱਲ ਕਰਨੀ ਹੈ। ਸੋ ਇਹਨੂੰ ਪਰਿਵਾਰਵਾਦ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਪਰਿਵਾਰਵਾਦ ਤਾਂ ਉਸ ਤੋਂ ਵੀ ਖਤਰਨਾਕ ਹੈ ਜਿੰਨਾ ਸਿਆਸੀ ਲੋਕਾਂ ਦਾ ਹੈ ਜੀ। ਇਹ ਸਿਆਸੀ ਇਹ ਤਾਂ ਹੈਗਾ ਹੀ ਹੈ। ਮੈਂ ਤਾਂ ਅਡਵੀ ਜਿਹੜੇ ਇਹਨਾਂ ਲੋਕਾਂ ਦੀ ਗੱਲ ਕੀਤੀ ਹੈ ਵੀ ਇਹ ਜਿਹੜੇ ਹੈਗੇ ਆ ਮੁੱਖ ਚਿਹਰੇ ਹੈਗੇ, ਜਿਸ ਤਰ੍ਹਾਂ ਭਾਰਤ ਦੇ ਵਿੱਚ ਪਬਲਿਕ ਫਿਗਰ ਹੈਗੇ। ਦੇਖੋ ਇੱਕ ਪ੍ਰਧਾਨ ਮੰਤਰੀ ਕਿਹਦੇ ਲਈ ਇਹਨੇ ਕਰਨਾ ਹੈਗਾ? ਜਿੱਥੋਂ ਤੱਕ ਲੀਡਰਸ਼ਿਪ ਦੀ ਗੱਲ ਹੈਗੀ ਹੈ, ਇਹ ਤਾਂ ਅਸੀਂ ਮੈਨੂੰ ਲੱਗਦਾ ਪੂਰਾ ਦੇਸ਼ ਹੀ ਅਸੀਂ ਇਹਨਾਂ ਦੀਆਂ ਜਿਸ ਤਰ੍ਹਾਂ ਇਹ ਲੱਗਦਾ ਵੀ ਕੋਈ ਰਿਆਸਤਾਂ ਹੈਗੀਆਂ, ਉਹ ਲੱਗਦਾ ਨਹੀਂ ਵੀ ਇੱਥੇ ਕੋਈ ਲੋਕਤੰਤਰ ਹੈਗਾ। ਅਸੀਂ ਇਹਨਾਂ ਰਿਆਸਤਾਂ ਦੀ ਕੋਈ ਰਾਜੇ ਹੈਗੇ ਤੇ ਅਸੀਂ ਇਹਨਾਂ ਦੇ ਗੁਲਾਮ ਹੈਗੇ। ਇੱਕ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ, ਮੈਨੂੰ ਥੋੜਾ ਜਿਹਾ ਉਹਨਾਂ ਨਾਲ ਵੀ ਗਿਲਾ। ਉਹ ਵੀ ਥੋੜੇ ਜਿਸ ਤਰ੍ਹਾਂ ਆਗੂ ਹੈਗੇ ਆ, ਉਹ ਹਮੇਸ਼ਾ ਕਹਿੰਦੇ ਵੀ ਅਸੀਂ ਰਾਜਨੀਤਿਕ ਨਹੀਂ ਹੋਣਾ। ਅਸੀਂ ਕਿਉਂ ਨਹੀਂ ਰਾਜਨੀਤਿਕ ਹੋਣਾ? ਸਾਨੂੰ ਰਾਜਨੀਤਿਕ ਹੋਣਾ ਹੀ ਪਊਗਾ। ਹਰ ਬੰਦੇ ਨੂੰ ਰਾਜਨੀਤਿਕ, ਜਿਹੜਾ ਇੱਕ ਵੋਟਰ ਹੈਗਾ ਉਹ ਰਾਜਨੀਤਿਕ ਹੋਣਾ ਚਾਹੀਦਾ, ਫਿਰ ਹੀ ਸ਼ਾਇਦ ਅਸੀਂ ਬਦਲਾਅ ਬਾਰੇ ਸੋਚ ਸਕਦੇ ਹਾਂ। ਉਹ ਹੁਣ ਕਹਿ ਰਹੇ ਆ ਅਸੀਂ ਇਹਨਾਂ ਦੇ ਮੂੰਹ ਵੱਲ ਦੇਖੀ ਜਾਵਾਂਗੇ ਵੀ ਅਸੀਂ ਇਹਨਾਂ ਨੂੰ ਬਣਾਈਏ, ਇਹ ਜਿਹੜੇ ਚੋਰ ਲੀਡਰ ਹੈਗੇ ਆ, ਤੇ ਗਾਂ ਸਾਡੇ ਵਿਧਾਨ ਸਭਾ ਦੇ ਵਿੱਚ ਫਿਰ ਇਹਨਾਂ ਨੂੰ ਅਸੀਂ ਕਹੀਏ ਵੀ ਤੁਸੀਂ ਆਹ ਕੰਮ ਸਾਡਾ ਕਰਾਓ। ਅਸੀਂ
ਖੁਦ ਕਿਉਂ ਨਹੀਂ, ਜਦ ਸਾਡੀ ਕਿਸਮਤ ਜਿਹੜੀ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਲਿਖੀ ਜਾਂਦੀ ਹੈ, ਅਸੀਂ ਉਹ ਜਗ੍ਹਾ ਦੇ ਵਿੱਚ ਜਾਣ ਤੋਂ ਕਿਉਂ ਡਰਦੇ ਹਾਂ ਜਾਂ ਕਿਉਂ ਕੰਨੀ ਕਤਰਾਉਂਦੇ ਹਾਂ? ਠੀਕ ਹੈ ਜੀ, ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਧਰਲੇ ਪਾਸੇ ਨਹੀਂ ਜਾਣਾ, ਸਾਨੂੰ ਜਾਣਾ ਪਊਗਾ। ਜੀ ਜੀ ਜੀ, ਥੈਂਕ ਯੂ ਕੁਲਦੀਪ ਸਿੰਘ ਜੀ, ਮਿਹਰਬਾਨੀ, ਤੁਸੀਂ ਸੋਹਣੇ ਵਿਚਾਰ ਰੱਖੇ, ਮਿਹਰਬਾਨੀ। ਥੋੜ੍ਹੀ ਵਿਰਾਸਤ ਦੀ ਗੱਲ ਕਰੀਏ, ਖਬਰਾਂ ਤੇ ਚਲੋ ਹੋ ਗਈਆਂ, ਨਾਲ ਤੁਸੀਂ ਇਹਦੇ ਤੇ ਗੱਲ ਕਰਨੀ ਤੇ ਕਰ ਸਕਦੇ ਹੋ। ਅੱਜ ਦੀ ਵਿਰਾਸਤ ਦੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ, ਇੱਕ ਤਾਂ ਕੱਲ੍ਹ ਗੱਲਬਾਤ ਜਿਹੜੀ ਕੀਤੀ ਸੀ ਸਤਨਾਮੀ ਸਾਧੂਆਂ ਬਾਰੇ, ਕਿ ਕਿਸ ਤਰ੍ਹਾਂ ਉਹਨਾਂ ਨੇ ਔਰੰਗਜ਼ੇਬ ਦੇ ਖਿਲਾਫ ਲੜਾਈ ਲੜੀ, ਅਤੇ ਇਹ 1672 ਦੇ ਵਿੱਚ ਇਹ ਟੱਕਰ ਹੋਈ ਸੀਗੀ, ਜਾਣੀ ਕਿ ਖਾਲਸਾ ਸਾਜਨਾ ਹੋਇਆ ਸੀ 1699, ਅਤੇ ਉਸ ਤੋਂ ਤਕਰੀਬਨ 27 ਸਾਲ ਪਹਿਲਾਂ ਇਹਨਾਂ ਦਾ ਹੀ ਔਰੰਗਜ਼ੇਬ ਦੇ ਨਾਲ ਜਿਹੜੀ ਲੜਾਈ ਹੋਈ ਸੀ, ਉਸ ਦੇ ਵਿੱਚ 20,000 ਸਤਨਾਮੀ ਲੋਕ ਸੀ ਜਿਹੜੇ ਉਹ ਮਾਰੇ ਗਏ ਸਨ, ਅਤੇ ਉਸ ਤੋਂ ਬਾਅਦ ਸਤਨਾਮੀਆਂ ਦਾ ਜਿਹੜਾ ਮਤ ਸੀ ਜਾਂ ਧਰਮ ਸੀ ਖਤਮ ਹੋ ਗਿਆ। ਵੈਸੇ ਇਹਨਾਂ ਨੂੰ ਹਿੰਦੂ ਕਿਹਾ ਜਾਂਦਾ, ਅਸਲ ਦੇ ਵਿੱਚ ਇਹ ਹਿੰਦੂ ਵੀ ਨਹੀਂ ਸੀਗੇ, ਇਹ ਫਰਖਾਵਾਦ ਪਰੰਪਰਾ ਸੀ, ਦੂਜੀ ਇਹਨਾਂ ਦੀ ਦਿੱਲੀ ਪਰੰਪਰਾ ਸੀ, ਅਤੇ ਇਹ ਮਤਲਬ ਨਾ ਤਾਂ ਇਹ ਦੇਵੀਆਂ ਨੂੰ ਪੂਜਦੇ ਸੀ, ਨਾ ਮੂਰਤੀ ਪੂਜਾ ਕਰਦੇ ਸੀਗੇ, ਅਤੇ ਇਹ ਇਹਨਾਂ ਦਾ ਆਪਣਾ ਜਿਹੜਾ ਇਸ਼ਟ ਸੀ, ਜਿਵੇਂ ਸਿੱਖਾਂ ਦਾ ਅਕਾਲ ਹੈ, ਇਹ ਇਹਨਾਂ ਦਾ ਸੱਤ ਸੀਗਾ, ਅਤੇ ਇਸ ਕਰਕੇ ਇਹ ਜਿਹੜੇ ਸਤਨਾਮੀ ਕਹਾਉਂਦੇ ਸੀਗੇ, ਜਿਵੇਂ ਆਪਣਾ ਸਿੱਖਾਂ 'ਚ ਸਤਨਾਮ ਵਾਹਿਗੁਰੂ ਹੈ ਨਾ, ਇਹ ਸਤਨਾਮੀ ਕਹਾਉਂਦੇ ਸੀ, ਅਤੇ ਇਹਨਾਂ ਦਾ ਜਿਹੜਾ ਧਾਰਮਿਕ ਸਥਾਨ ਸੀਗਾ ਉਸ ਦਾ ਨਾਂ ਗੁਰਦੁਆਰਾ ਹੁੰਦਾ ਸੀ, ਜਾਣੀ ਕਿ ਗੁਰੂਦੁਆਰਾ, ਜਿਵੇਂ ਠਾਕੁਰ ਦੁਆਰਾ ਉੱਦਾਂ ਗੁਰੂਦੁਆਰਾ। ਅਤੇ ਇਹ ਹਿੰਦੂ ਰਸਮਾਂ ਰਿਵਾਜਾਂ ਤੋਂ ਬਹੁਤ ਦੂਰ ਸਨ, ਜਿਸ ਤਰ੍ਹਾਂ ਨਾ ਜਮਨਾ ਨਾ ਗੰਗਾ ਨੂੰ ਇਹ ਪੂਜਦੇ ਸਨ, ਇੱਥੋਂ ਤੱਕ ਕਿ ਪੰਡਤ ਤੋਂ ਵੀ ਇਹ ਆਪਣੀਆਂ ਵਿਧੀਆਂ ਨਹੀਂ ਸੀ ਕਰਾਉਂਦੇ। ਜੇ ਵਿਆਹ ਹੋਣਾ ਸੀ ਤਾਂ 5 ਸਾਧ ਹੁੰਦੇ ਸੀ ਜਿਹੜੇ ਇਹਨਾਂ ਦੇ, ਉਹੀ 5 ਸਾਧ, ਉਹ ਪੰਜ ਪ੍ਰਧਾਨੀ ਵਾਲਾ ਕਨਸੈਪਟ ਸੀ, ਉਹੀ ਆਨੰਦ ਕਾਰਜ ਜਾਂ ਮਰਗਤ ਦੀਆਂ ਰਸਮਾਂ ਕਰਾਉਂਦੇ ਸਨ। ਬ੍ਰਾਹਮਣ ਨੂੰ ਇਹ ਨਹੀਂ ਸੀ ਬੁਲਾਉਂਦੇ, ਅਤੇ ਨਾ ਹੀ ਗੀਤਾ, ਨਾ ਹੀ ਜਿਹੜੀਆਂ ਹੋਰ ਹਿੰਦੂ ਧਾਰਮਿਕ ਪੁਸਤਕਾਂ ਨੇ ਜਿਹੜੀਆਂ ਰਮਾਇਣ ਵਗੈਰਾ, ਉਹਨਾਂ ਦਾ ਵੀ ਵਿਖਿਆਨ ਨਹੀਂ ਸੀ ਕਰਦੇ, ਸਗੋਂ ਇਹਨਾਂ ਦੀ ਆਪਣੀ ਜਿਹੜਾ ਹੈਗਾ ਬਾਣੀ ਸੀ। ਅਤੇ ਇਹ ਅਸਲ ਦੇ ਵਿੱਚ ਜੱਟ ਲੋਕ ਸਨ, ਸੁਤੰਤਰ ਜੱਟ ਸਨ, ਜਿਸ ਤਰ੍ਹਾਂ ਸਰਦਾਰ ਕਪੂਰ ਸਿੰਘ ਨੇ ਇਹ ਗੱਲ ਲਿਖੀ ਹੈ, ਉੱਘੇ ਇਤਿਹਾਸਕਾਰ ਨੇ, ਸਿੱਖ ਵਿਦਵਾਨ ਨੇ। ਕੋਈ ਐਰਾ ਗੈਰਾ ਹੁੰਦਾ ਅਤੇ ਫਿਰ ਲੋਕ ਨੇ ਕਹਿਣਾ ਐਵੇਂ ਮਾਰੀ ਜਾਂਦੇ ਆ, ਗੁਰਦੁਆਰਾ ਤਾਂ ਸਾਡਾ ਸਿੱਖਾਂ ਦਾ, ਇਹਨਾਂ ਦਾ ਥੋੜ੍ਹੀ ਗੁਰਦੁਆਰਾ ਹੈ ਨਾ। ਇਹ ਗੱਲ ਸਰਦਾਰ ਕਪੂਰ ਸਿੰਘ ਨੇ ਲਿਖੀ ਹੈ ਖੁਦ। ਸੋ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ 1943 ਦੇ ਵਿੱਚ ਉਹ ਇਹਨਾਂ ਸਤਨਾਮੀ ਸਾਧਾਂ ਦੇ ਇੱਕ ਪਿੰਡ ਗਏ ਸਨ, ਤਾਂ ਉੱਥੇ ਇਹਨਾਂ ਸਤਨਾਮੀ ਸਾਧਾਂ ਕੋਲ ਇੱਕ ਸਰਕਾਰੀ ਦਸਤਾਵੇਜ਼ ਸੀ, ਜਿਹੜਾ 1859 ਦਾ ਕਿਸੇ ਅੰਗਰੇਜ਼ DC ਦਾ ਸੀਗਾ, ਜਿਸ ਦੇ ਵਿੱਚ ਲਿਖਿਆ ਸੀ ਕਿ ਸਤਨਾਮੀ ਲੋਕਾਂ ਨੂੰ ਹੱਥ ਜੋੜ ਕੇ ਸਲਾਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ, ਕਿਉਂਕਿ ਇਹ ਕਿਸੇ ਦੇ ਅੱਗੇ ਹੱਥ ਨਹੀਂ ਜੋੜਦੇ, ਸਿਰਫ ਆਪਣੇ ਇਸ਼ਟ ਤੋਂ ਬਿਨਾਂ। ਅਤੇ ਇਹਨਾਂ ਦੇ ਉਸ ਪਿੰਡ ਦੇ ਵਿੱਚ 2 ਬੰਦਿਆਂ ਨੂੰ ਪਿੰਡ 'ਚੋਂ ਛੇਕਿਆ ਹੋਇਆ ਸੀਗਾ। ਇੱਕ ਤਾਂ ਇੱਕ ਸੀ ਕਿ ਉਹਨਾਂ ਦੇ ਇੱਕ ਟੱਬਰ 'ਚੋਂ ਕਿਸੇ ਨੇ ਹੁੱਕਾ ਪੀਤਾ ਸੀ, ਜਾਣੀ ਕਿ ਇਹ ਸਿੱਖਾਂ ਦੀ ਤਰ੍ਹਾਂ ਤੰਬਾਕੂ ਨੂੰ ਵੀ ਬਹੁਤ ਨਫ਼ਰਤ ਕਰਦੇ ਸਨ, ਅਤੇ ਦੂਜਾ ਜਿਹੜਾ ਇਸ ਕਰਕੇ ਪਰਿਵਾਰ ਦੂਜੇ ਨੂੰ ਛੇਕਿਆ ਹੋਇਆ ਸੀ ਕਿ ਉਹਨਾਂ ਨੇ ਆਪਣੀ ਮਾਂ ਦੀਆਂ ਅਸਥੀਆਂ ਨੇ, ਜਿਹੜੇ ਫੁੱਲ ਨੇ, ਉਹ ਗੰਗਾ ਪਾ ਆਇਆ ਸੀ, ਜਿਸ ਕਰਕੇ ਉਹਨਾਂ ਨੂੰ ਵੀ ਛੇਕ ਦਿੱਤਾ ਸੀ। ਕਹਿਣ ਨੂੰ ਇਹਨਾਂ ਨੂੰ ਹਿੰਦੂ ਕਿਹਾ ਜਾਂਦਾ, ਪਰ ਇਹ ਹਿੰਦੂ ਨਹੀਂ ਸੀ, ਅਤੇ ਇਹ ਇਹਨਾਂ ਦਾ ਆਪਣਾ ਵੱਖਰਾ ਇਸ਼ਟ ਸੀ, ਅਤੇ ਔਰੰਗਜ਼ੇਬ ਦੇ ਨਾਲ ਹੋਈ ਜਿਹੜੀ ਲੜਾਈ ਸੀ ਉਹਦਾ ਵੀ ਇੱਕ ਨਿੱਕਾ ਜਿਹਾ ਕਾਰਨ ਬਣਿਆ ਸੀਗਾ। ਅਸਲ ਦੇ ਵਿੱਚ ਜਿਸ ਤਰ੍ਹਾਂ ਅੰਗਰੇਜ਼ ਹਿਸਟੋਰੀਅਨ ਖਾਫੀ ਖਾਨ ਨੇ, ਭਾਵੇਂ ਉਹਦੀਆਂ ਕਈ ਵਿਵਾਦਤ ਕਿਤਾਬਾਂ ਨੇ, ਉਹਨਾਂ ਨੇ ਵੀ ਜਿਹੜਾ ਉਹਨਾਂ ਨੇ ਵੀ ਮਤਲਬ ਜ਼ਿਕਰ ਕੀਤਾ ਕਿ ਇਹ ਨਾਰਨੌਲ ਅਤੇ ਮੇਵਾੜ ਦੇ ਵਿੱਚ ਰਹਿੰਦੇ ਸਨ। ਇਸ ਵਕਤ ਇੱਕ ਮੈਂ ਕਾਲ ਲੈ ਲਾਂ, ਅਤੇ ਨਾਲ ਸਫਾਈ ਦੇ ਮੁਤਲਕ ਵੀ ਗੱਲਬਾਤ ਹੋਏਗੀ, ਅਤੇ ਨਾਲ ਵਿਰਾਸਤ ਦੀ ਗੱਲ ਵੀ ਕਰਦੇ ਜਾਵਾਂਗੇ ਵਿੱਚ ਦੀ। ਅਤੇ ਇਸ ਵਕਤ ਸ਼ੇਰਗਿੱਲ ਸਾਹਿਬ ਆਪਣੇ ਨਾਲ ਜੁੜੇ ਨੇ, ਹੋਰ ਕਾਲਰ ਵੀ ਜੁੜੇ ਨੇ, ਇਹਦੇ 'ਤੇ ਆਪਾਂ ਚਰਚਾ ਅੱਜ ਕਰਨੀ ਹੈ। ਨਾਲ ਸਫਾਈ ਭਾਵੇਂ ਮਨ ਦੀ ਹੈ ਅਤੇ ਭਾਵੇਂ ਤਨ ਦੀ ਹੈ। ਅਤੇ ਸਵਾਗਤ ਹੈ ਸ਼ੇਰਗਿੱਲ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ, ਮੈਂ ਤਾਂ ਇਹ ਕਹੂੰਗਾ ਵਿਸ਼ਾ ਤੁਸੀਂ ਬਹੁਤ ਸੋਹਣਾ ਸੁਣਿਆ ਹੈ। ਵਾਕਿਆ ਹੀ ਇੱਥੇ ਸਟ੍ਰੈਸ ਹੈਗੀ ਲੋਕਾਂ 'ਚ, ਪਰ ਬਾਈ ਜੀ ਡਿਪੈਂਡ ਕਰਦਾ, ਜਾਣੀ ਚਲੋ ਜਿਹੜੇ ਮੁੱਢਲੇ ਪਹਿਲੇ ਆਉਂਦਾ ਨਾ, ਜਦੋਂ ਪਹਿਲਾਂ ਕੋਈ ਵੀ ਆਉਂਦਾ, ਜਿਵੇਂ ਦੂਜੇ ਵੀਰ ਨੇ ਗੱਲ ਕੀਤੀ ਹੈ, ਸ਼ੁਰੂਆਤ ਸਾਰਿਆਂ ਦੀ ਸਟਰਗਲ ਵਾਲੀ ਹੈ। ਵੈਸੇ ਇੱਥੇ ਕੰਮ ਕਰਨਾ ਪੈਂਦਾ, ਡਿਪੈਂਡ ਕਰਦਾ ਤੁਸੀਂ ਕਿਸ ਤਰ੍ਹਾਂ ਆਏ ਹੋ, ਜਾਂ ਤੁਹਾਡੇ ਕੋਲੇ ਸਕਿੱਲਸ ਕਿਹੋ ਜਿਹੀਆਂ ਨੇ, ਜਾਂ ਜੇ ਨਹੀਂ ਸਕਿੱਲ ਤਾਂ ਫਿਰ ਤਾਂ ਤੁਹਾਨੂੰ ਲੇਬਰ ਕਰਕੇ, ਹਾਰਡ ਵਰਕ ਕਰਕੇ, ਲੰਬੇ ਘੰਟੇ ਕਰਕੇ ਤੋਰਨੀ ਪੈਂਦੀ ਜ਼ਿੰਦਗੀ। ਪਰ ਬਾਈ ਜੀ ਐਡੀ ਖਾਸ ਗੱਲ ਵੀ ਨਹੀਂ ਇੱਥੇ ਇਉਂ ਆ, ਜਿਵੇਂ ਕਿਹਾ ਸੀ ਵੀ ਜਿਹੜੇ ਡ੍ਰੀਮਸ ਆ ਇਹਨਾਂ ਨੂੰ ਛੋਟੇ ਰੱਖ ਲਓ ਬਾਈ ਜੀ। ਜਿੰਨੇ ਵੱਡੇ ਡ੍ਰੀਮਸ ਰੱਖਾਂਗੇ, ਜਿਸ ਤਰ੍ਹਾਂ ਗੱਲ ਕੀਤੀ ਵੱਡੀਆਂ ਕਾਰਾਂ ਜਾਂ ਵੱਡੇ ਘਰ ਲੈਣੇ, ਬਸ ਜਿਹੜੀਆਂ ਆਪਦੀਆਂ ਲੋੜਾਂ, ਜਿਹੜੇ ਖਰਚੇ ਆ ਉਹ ਲੋੜ ਮੁਤਾਬਕ ਹੀ ਹੋਣ, ਨਾ ਕਿ ਦੇਖਾ ਦੇਖੀ ਜਿਵੇਂ ਆਪਾਂ ਕਿ ਵੀ ਫਲਾਣੇ ਨੇ ਘਰ ਵੱਡਾ ਲੈ ਲਿਆ, ਉਹਦੇ ਘਰੇ ਮਰਸੀਡੀ ਖੜੀ ਆ। ਇਸ ਤਰ੍ਹਾਂ ਦੀ ਇੱਥੇ ਬਹੁਤ ਹੈਗੀ ਆ ਬਾਈ ਜੀ, ਜਿਹਨੂੰ ਆਪਾਂ ਤੁਸੀਂ ਕਹਿ ਲਓ ਵੀ ਖਿੱਚਾ ਖੱਚ ਹੈਗੀ ਆ, ਵੀ ਦੂਜੇ ਨੂੰ ਦੇਖ ਕੇ ਅਸੀਂ ਕਰਨਾ।
ਤੇ ਕੰਮ ਵੀ ਵਧਾਉਣੇ ਤੇ ਜਿਹੜੇ ਉਹ ਫਿਰ ਉਹ ਸਟ੍ਰੈਸ ਜੀ ਆਉਂਦੇ ਆ। ਤੇ ਇਹਦੇ ਕਾਰਨ ਬਸ ਬਾਈ ਜੀ ਇਹੀ ਆ ਵੀ ਜਿਵੇਂ ਆਪਾਂ ਬਾਣੀ 'ਚ ਵੀ ਇਹੀ ਲਿਖਿਆ ਵੀ ਜਿੰਨਾ ਤੁਹਾਡੇ ਕੋਲ ਹੈਗਾ ਉਹ ਤੇ ਸੰਤੁਸ਼ਟ ਰਹੋ। ਜੇ ਸਫੀਸ਼ੀਐਂਟ ਰਹਿੰਦੇ, ਅਸੀਂ ਵੀ ਇੱਥੇ ਬਾਈ ਜੀ ਵੈਸੇ ਜ਼ਿੰਦਗੀ ਤਰਕ ਨਾਲ ਗੁਜ਼ਾਰੀ ਆ, ਮਿਹਨਤ ਕੀਤੀ ਹੈ, ਪਰ ਆਪਦੇ ਆਪ ਨੂੰ ਇੰਨਾ ਔਖਾ ਵੀ ਨਹੀਂ ਕੀਤਾ। ਪੌੜੀਆਂ ਤੇ ਵੀ ਚੜੇ ਆ, ਸਫਲਤਾ ਵੀ ਕੋਈ ਆ, ਬੱਚੇ ਵੀ ਪਾਲ ਕੇ ਵਧੀਆ ਮਤਲਬ ਰਹੇ ਆ। ਡਿਪੈਂਡ ਕਰਦਾ ਜਿਹੜੀ ਤੁਹਾਡਾ ਵੇ ਆਫ ਲਾਈਫ ਕਿਸ ਤਰ੍ਹਾਂ। ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਹੀ ਹੈ। ਤੇ ਉਹ ਸਟਰਗਲ ਤਾਂ ਭਾਜੀ ਸਾਰੇ ਹੀ ਹੈ, ਸਟਰਗਲ ਦਾ ਰੌਲਾ ਨਹੀਂ ਹੈਗਾ। ਥੈਂਕ ਯੂ। ਕਿਉਂਕਿ ਦੇਖੋ, ਧਰਮ ਦਾ ਜੇ ਸਹਾਰਾ ਲਓ ਤਾਂ ਤੁਸੀਂ ਇਹਨਾਂ ਵਹਿਬਤਾਂ ਤੋਂ, ਬੁਰਾਈਆਂ ਤੋਂ ਬਚ ਸਕਦੇ ਹੋ, ਜਿਵੇਂ ਮਨ ਹਾਲੀ ਕਿਰਸਾਨੀ ਕਰਨੀ, ਰੱਖ ਗਰੀਬੀ ਵੇਸ। ਤੇ ਇਸ ਕਰਕੇ ਮਨ ਜੀਤੇ ਜਗ, ਕਿਉਂਕਿ ਮਨ ਚੰਚਲਤਾ ਹੈ। ਮਨ 'ਚ ਇਹ ਹੈ ਕਿ ਮੇਰੇ ਕੋਲ ਆ ਵੀ ਹੋਵੇ, ਇਹ ਵੀ ਹੋਵੇ, ਇਹ ਵੀ ਹੋਵੇ, ਇਹ ਨਹੀਂ। ਤੁਹਾਡੀ ਸੈਟਿਸਫੈਕਸ਼ਨ ਚਾਹੀਦੀ ਹੈ। ਦੂਸਰਾ, ਸਾਫ਼ ਸਫਾਈ। ਜਿਵੇਂ ਤੁਸੀਂ ਧਾਰਮਿਕ ਸਥਾਨਾਂ ਜਾ ਕੇ ਕਰਦੇ ਹੋ, ਆਪਣੇ ਘਰ 'ਚ ਜੇ ਸਾਫ਼ ਸਫਾਈ ਕਰੋਗੇ ਤਾਂ ਤੁਹਾਡਾ ਲਗਾਅ ਉਸ ਨਾਲ ਵਧੇਗਾ। ਜੇ ਲਗਾਅ ਹੋਏਗਾ ਤਾਂ ਹੀ ਤੁਸੀਂ ਸਾਫ਼ ਸਫਾਈ ਕਰੋਗੇ। ਅਸੀਂ ਧਾਰਮਿਕ ਸਥਾਨਾਂ 'ਚ ਕਿੰਨੀ ਆਸਥਾ ਨਾਲ ਸਾਫ਼ ਸਫਾਈ ਕਰਦੇ ਹਾਂ। ਕਈ ਵਾਰੀ ਸਾਫ਼ ਸੁਥਰਾ ਕਲੀਨ ਹੁੰਦਾ ਹੈ, ਫਰਸ਼ ਵਿਛਿਆ ਹੁੰਦਾ, ਚਾਦਰ ਵਿਛੀ ਹੁੰਦੀ ਹੈ, ਅਸੀਂ ਉਹਦੇ 'ਚ ਮਾੜਾ ਜਿਹਾ ਵੀ ਜੇ ਕਣਕਾ ਨਾ ਤਾਂ ਜਦੇ ਨੀਵਾਂ ਹੋ ਕੇ ਚੁੱਕਦੇ ਹਾਂ। ਮੰਦਰਾਂ 'ਚ, ਗੁਰਦੁਆਰਿਆਂ 'ਚ, ਕਿਤੇ ਵੀ ਚਲੇ ਜਾਓ, ਚਾਦਰ 'ਚ ਮਾੜਾ ਜਿਹਾ ਵੱਟ ਪਿਆ ਹੋਵੇ ਅਸੀਂ ਜਦੇ ਠੀਕ ਕਰਾਂਗੇ। ਪਰ ਆਪਣੇ ਘਰੇ ਜਿਹੜੇ ਬੈੱਡ ਤੋਂ ਉੱਠਦੇ ਆ ਉਹ ਵੀ ਸਾਫ਼ ਨਹੀਂ ਕਰਦੇ। ਜਿਹੜੀਆਂ ਹੁਣ ਬ੍ਰਾਹਮਣ ਮਿੱਥਾਂ ਨੇ, ਮੈਂ ਸਮਝਦਾ ਕਈ ਅੱਛੀਆਂ ਬਹੁਤ ਨੇ। ਬ੍ਰਾਹਮਣਾਂ 'ਚ ਇਹ ਸੀ ਕਿ ਰਸੋਈ 'ਚ ਤਾਂ ਤੁਸੀਂ ਜੁੱਤੀ ਲੈ ਕੇ ਵੜਨਾ ਹੀ ਨਹੀਂ, ਅਤੇ ਘਰ 'ਚ ਜੁੱਤੀ ਲੈ ਕੇ, ਹੁਣ ਤੁਸੀਂ ਫੋਰਨ 'ਚ ਵੇਖੋ, ਉੱਥੇ ਸਿਸਟਮ ਇੱਦਾਂ ਦਾ, ਕਾਰਪੇਟ ਵਿਛੇ ਨੇ, ਬਾਹਰ ਚਿੱਕੜ ਹੁੰਦਾ ਹੈ, ਬਰਫ਼ ਦਾ, ਮਿੱਟੀ ਦਾ, ਉਹ ਜੁੱਤੀ ਤੁਹਾਡੇ ਸ਼ੂਜ਼ ਘਰ ਤੋਂ ਬਾਹਰ ਉਤਾਰੇ ਜਾਂਦੇ ਨੇ। ਇਹ ਹਿੰਦੂ ਕਲਚਰ 'ਚ ਸੀ, ਬ੍ਰਾਹਮਣ ਸੀ। ਤੁਸੀਂ ਘਰ ਦੇ ਵਿੱਚ, ਤੁਸੀਂ ਪੰਜਾਬ 'ਚ ਜਿਹੜੇ ਇੰਡੀਆ ਰਹਿੰਦੇ ਹੋ, ਤੁਸੀਂ ਆਪਣੀਆਂ ਜੁੱਤੀਆਂ ਆਪਣੇ ਰੂਮ ਤੋਂ, ਘਰ ਤੋਂ ਬਾਹਰ ਉਤਾਰਨ ਲੱਗ ਜਾਓ, ਤੁਹਾਡੇ ਗੰਦਗੀ ਅੱਧਿਓਂ ਵੱਧ ਘੱਟ ਜਾਏਗੀ। ਜਿਹੜਾ ਖਤਰਨਾਕ ਵਾਇਰਸ ਹੈ, ਹੁਣ ਤੁਸੀਂ ਵੇਖੋ ਬਾਹਰ ਕਿੰਨੀ ਥਾਂ 'ਤੇ ਆਪਾਂ ਘੁੰਮਦੇ ਫਿਰਦੇ ਹਾਂ, ਅਤੇ ਉਹੀ ਲਿਬੜੀ ਜੁੱਤੀ ਗੰਦਗੀ ਨਾਲ ਆਪਾਂ ਜਦੋਂ ਲੈ ਕੇ ਜਾਵਾਂਗੇ, ਉਹਦੇ 'ਚ ਬਿਮਾਰੀਆਂ ਅਤੇ ਗੰਦਗੀ ਕਿੰਨੀ ਹੋਏਗੀ। ਪਰ ਅਸੀਂ ਜੁੱਤੀ ਲਾਉਣ ਨੂੰ ਪੰਡਤਾਊਪਣਾ ਸਮਝਦੇ ਹਾਂ। ਕਈ ਗੱਲਾਂ 'ਚ ਪੰਡਤਾਊਪਣਾ ਵੀ ਚੰਗਾ ਹੈ। ਆਪ ਦਾ ਸਵਾਗਤ ਸਰ, ਵੈਲਕਮ ਮੰਡੇਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੰਡੇਰ ਸਾਹਿਬ। ਅੱਛਾ ਭਾਜੀ, ਮੈਂ ਦੋ ਗੱਲਾਂ ਕਰਨੀਆਂ। ਇੱਕ ਤਾਂ ਕਰਨੀ ਧਰਮ ਤੇ ਇੱਕ ਕਰਨੀ ਆ ਬਾਹਰ ਕੰਮਕਾਰ ਤੇ। ਤੇ ਦੇਖੋ, ਮੈਂ ਰਾਤੀ ਤੁਹਾਨੂੰ ਕਿਹਾ ਸੀਗਾ ਕਿ ਥੋੜਾ ਹਾਰਡ ਹੋ ਗਿਆ, ਸਟਰਗਲ ਹੋ ਗਈ ਆ। ਸ਼ਾਇਦ ਪਹਿਲੇ ਸਾਡੇ ਬੰਦਿਆਂ ਨੇ ਵੀ ਕਾਫੀ ਸਟਰਗਲ ਕੀਤੀ ਇੱਥੇ ਆਣ ਕੇ, ਪਰ ਮੈਂ ਥੋੜਾ ਜਿਹਾ ਉਲਟਾ ਸੋਚਦਾ ਵੀ ਜਿੱਦਾਂ ਨਾ ਇੱਕ ਅੰਕਲ ਜੀ ਕਹੇ 7 ਦਿਨ ਕੰਮ ਕਰਨਾ 17-18 ਘੰਟੇ, ਮੈਂ ਉਹਦੇ ਹੱਕ 'ਚ ਨਹੀਂ ਹੈਗਾ ਜੀ। ਕੰਮ ਤਾਂ 10 ਘੰਟੇ ਹੀ ਹੋਣਾ ਚਾਹੀਦਾ ਆ, ਤੇ ਐਵੇਂ 7 ਦਿਨ ਕੰਮ ਨਹੀਂ ਹੋਣਾ ਚਾਹੀਦਾ। ਕੰਮ ਹੋਣਾ ਚਾਹੀਦਾ 5 ਦਿਨ, ਹਨਾ। ਵੱਧ ਤੋਂ ਵੱਧ ਕਿਸੇ ਇੱਕ ਅੱਧਾ ਵੀਕਐਂਡ ਛੱਡ ਕੇ ਇੱਕ ਅੱਧਾ ਦਿਨ ਤੁਸੀਂ 6ਵਾਂ ਦਿਨ ਲਾ ਲਓ, ਤੇ 10 ਘੰਟੇ ਤੋਂ ਵੱਧ ਤੁਹਾਡੀ ਸ਼ਿਫਟ ਨਹੀਂ ਹੋਣੀ ਚਾਹੀਦੀ। 10 ਘੰਟੇ ਤੋਂ ਜੇ ਤੁਹਾਡੀ ਸ਼ਿਫਟ ਵੱਧਦੀ ਆ ਤਾਂ ਉਹ ਵੀ ਤੁਹਾਡੇ ਲਾਈਫ ਸਟਾਈਲ ਤੁਹਾਡਾ ਬੜਾ ਵਧੀਆ ਨਹੀਂ ਰਹਿੰਦਾ ਹੈਗਾ। ਹੁਣ ਤੁਸੀਂ ਇੰਡੀਆ ਦੇਖ ਲਓ, ਮੋਦੀ ਨੇ 12 ਘੰਟੇ ਕਰ ਦਿੱਤੇ ਕੰਮ ਦੇ, ਹਨਾ। ਤੇ ਫੇਰ ਉਹ ਕਿੱਡੀ ਕੁ ਵਧੀਆ ਗੱਲ ਆ, ਕੋਈ ਬੜੀ ਵਧੀਆ ਗੱਲ ਹੀ ਹੈਗੀ। ਕੰਮ ਹਾਰਡ ਲੇਬਰ। ਹਾਂਜੀ। ਬਾਕੀ ਬੰਦੇ ਨੇ ਹੋਰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੁੰਦਾ, ਕੱਲਾ ਪਰਿਵਾਰ ਵੀ ਜ਼ਰੂਰੀ ਹੈ। ਹਾਂਜੀ, ਸਾਡੇ ਵੀ ਜਿੱਦਾਂ ਮੇਰੇ ਮਾਮਾ ਜੀ ਹੁਣੀ, ਉਹ ਵੀ ਬਹੁਤ ਏਦਾਂ ਕਹਿੰਦੇ ਰਹਿੰਦੇ ਨੇ, ਕੰਮ ਕਰੋ, ਮਿਹਨਤ ਕਰੋ। ਪਰ ਮਿਹਨਤ ਵੀ ਹਿਸਾਬ ਦੀ ਚਾਹੀਦੀ ਆ ਨਾ, ਵੀ ਇਹ ਓਵਰ ਮਿਹਨਤ ਵੀ, ਓਵਰਲੋਡ ਕੰਮ ਕਰਨਾ ਵੀ ਤੁਹਾਨੂੰ ਜ਼ਿਆਦਾ ਚਿੰਤਾ 'ਚ ਪਾਉਂਦਾ ਆ ਜੀ। ਬਿਲਕੁਲ। ਇੱਥੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਮੈਂ ਜਿੱਦਾਂ ਰਾਤੀ ਗੱਲ ਕਰਦਾ ਟੋਰਾਂਟੋ ਦੇ ਵਿੱਚ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਅਸੀਂ ਇੱਕ ਦਿਨ ਕਿਸੇ ਦੇ ਘਰੇ ਬੈਠੇ, ਤੇ ਉੱਥੇ ਇੱਕ ਰੀਅਲ estate ਵਾਲਾ ਬੈਠਾ ਬੰਦਾ, ਉਹ ਮੇਰੇ ਅੰਕਲ ਨੂੰ ਕਹਿੰਦਾ ਕਿ ਜੇ ਤੁਸੀਂ ਆਪਣਾ ਘਰ ਵੇਚਣਾ ਆ ਤੇ ਮੈਂ ਮਿਲੀਅਨ ਦਾ ਪਕਾ ਦਿੰਦਾ, ਹਨਾ। ਤੇ ਉਹ ਕਹਿੰਦਾ ਅੱਛਾ, ਵੀ 4 ਲੱਖ ਦਾ ਲਿਆ ਸੀਗਾ ਤੇ ਮਿਲੀਅਨ ਦਾ ਵੇਚ ਦੇਣਾ, ਹਨਾ। ਬੜਾ ਖੁਸ਼ ਹੋਇਆ ਉਹ। ਤੇ ਜਿਹੜੇ ਘਰ 'ਚ ਬੈਠੇ ਸੀ, ਉਹ ਘਰ ਵੱਡਾ ਸੀਗਾ। ਉਹ ਅੰਕਲ ਕਹਿੰਦਾ ਕਿ ਜੇ ਏਡਾ ਘਰ ਲੈਣਾ ਹੋਵੇ, ਇਹ ਕਿੰਨੇ ਦਾ ਮਿਲੂਗਾ? ਉਹ ਕਹਿੰਦਾ ਇਹ 16 ਲੱਖ ਦਾ, ਹਨਾ, 1.6 ਦਾ। ਉਹ ਕਹਿੰਦਾ ਨਹੀਂ, ਇਹ 1.1 ਦਾ ਚਾਹੀਦਾ। ਤੇ ਉਹ ਮਤਲਬ ਵੀ ਤੂੰ ਆਪਣਾ ਨਿੱਕਾ ਜਿਹਾ ਘਰ ਮਿਲੀਅਨ ਦਾ ਵਿਕਣਾ, ਉੱਤੇ ਤੂੰ ਖੁਸ਼ ਹੋ ਗਿਆ, ਪਰ ਵੱਡਾ ਘਰ ਵੀ ਤੈਨੂੰ ਉਨਾ ਹੀ ਮਹਿੰਗਾ ਮਿਲਣਾ ਨਾ ਮੋਰੇ। ਉਹ ਆਪਣੇ ਲੋਕ ਜਾਣੀ ਕਿ ਇਹ, ਹਾਂਜੀ, ਉਹ ਇਹ ਚੀਜ਼ਾਂ ਇੱਥੇ ਪ੍ਰਾਪਰਟੀਆਂ ਦੇ ਰੇਟ ਬਹੁਤ ਮਹਿੰਗੇ ਹੋ ਗਏ, ਤੇ ਉਹਦੇ ਨਾਲ ਥੋੜਾ ਜਿਹਾ ਕੰਮ ਹਾਰਡ ਹੋਇਆ ਲੋਕਾਂ ਲਈ। ਤੇ ਬਾਕੀ ਧਰਮ ਤੇ ਮੈਂ ਇਹ ਗੱਲ ਕਰਨੀ ਸੀਗੀ ਕਿ ਧਰਮ ਦੇ ਫਾਇਦੇ ਵੀ ਹੈਗੇ ਆ, ਪਰ ਨੁਕਸਾਨ ਮੈਨੂੰ ਲੱਗਦਾ ਜ਼ਿਆਦੇ ਆ ਥੋੜੇ ਜਿਹੇ। ਫਾਇਦੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਬਹੁਤ ਫਾਇਦੇ ਸੀਗੇ ਧਰਮ ਦੇ,
ਪਰ ਅੱਜ ਦੇ ਸਮੇਂ ਦੇ ਵਿੱਚ ਨੁਕਸਾਨ ਜ਼ਿਆਦਾ ਹੋ ਰਿਹਾ, ਫਾਇਦੇ ਤਾਂ ਘੱਟ ਹੀ ਲੱਗ ਰਹੇ ਆ। ਚਲੋ ਨਹੀਂ, ਅਸੀਂ ਸਮਝੇ ਨਹੀਂ ਨਾ ਧਰਮ ਨੂੰ। ਥੈਂਕ ਯੂ ਮਿਹਰਬਾਨੀ ਮੰਡੇਰ ਸਾਹਿਬ। ਅਸੀਂ ਧਰਮ ਨੂੰ ਸਮਝੇ ਨਹੀਂ। ਮੈਨੂੰ ਕਹਿਣ ਵਾਲੇ ਤਾਂ ਕਈ ਬੰਦੇ ਕਹੀ ਜਾਂਦੇ ਨੇ ਕਾਮਰੇਡ, ਮੈਂ ਕਹਿੰਦਾ ਤੁਸੀਂ ਸਿੱਖੀ ਧਰਮ ਕਿਉਂਕਿ ਲੇਟੈਸਟ ਹੈ, ਪੁਰਾਣੇ ਧਰਮ ਦੀਆਂ ਜਿਹੜੀਆਂ ਬੁਰਾਈਆਂ ਸੀ ਗੁਰੂ ਸਾਹਿਬ ਉਹਨਾਂ ਨੂੰ ਭੰਡਿਆ, ਪਰ ਅਸੀਂ ਉਹਨਾਂ ਧਰਮ ਵਾਲੀਆਂ ਬੁਰਾਈਆਂ ਹੀ ਧਾਰਮਿਕ ਸੰਸਥਾਵਾਂ ਦੇ ਨਾਂ 'ਤੇ ਲਾਗੂ ਕਰ ਲਈਆਂ। ਧਰਮ ਮਾੜਾ ਨਹੀਂ ਹੈ। ਇਸ ਤਰ੍ਹਾਂ ਹਿੰਦੂ ਧਰਮ 'ਚ ਤੁਸੀਂ ਦੇਖੋ ਕਿ ਬੁਰਾਈ ਨਹੀਂ ਸੀ, ਉਹ ਜਿਹੜਾ ਪੁਜਾਰੀ ਸੀ ਜਿਹਨੂੰ ਆਪਾਂ ਬ੍ਰਾਹਮਣ ਕਹਿ ਦਿੰਦੇ ਹਾਂ ਕਿ ਬ੍ਰਾਹਮਣ ਨੇ ਉਹ ਚੀਜ਼ਾਂ ਵਾੜ ਲਈਆਂ। ਤੁਸੀਂ ਵੇਖੋ ਕਿ ਹਿੰਦੂ ਧਰਮ ਦੇ ਵਿੱਚ ਨੇਚਰ ਦੀ ਕਿੰਨੀ ਰਿਸਪੈਕਟ ਹੈ ਨਾ, ਪਾਣੀ ਨੂੰ ਪੂਜਿਆ ਜਾਂਦਾ, ਧਰਤੀ ਨੂੰ ਪੂਜਿਆ ਜਾਂਦਾ। ਉਹੀ ਚੀਜ਼ ਸਿੱਖੀ 'ਚ ਵੀ ਹੈ ਨਾ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹੈ ਨਾ। ਸੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਸੋ ਰੱਬ ਤੁਹਾਨੂੰ ਕੁਦਰਤ 'ਚੋਂ ਹੀ, ਕਾਦਰ ਤੁਹਾਨੂੰ ਸਿੱਖੀ ਦਾ ਕਾਦਰ ਕੁਦਰਤ ਦੇ ਵਿੱਚ ਹੈ। ਇਸੇ ਕਰਕੇ ਉਹ ਕੁਦਰਤ ਨੂੰ ਉਹ ਵੀ ਪੂਜਦੇ ਨੇ। ਪਰ ਉਹ ਗੱਲ ਇਹ ਹੈ ਕਿ ਜਿਹੜਾ ਪੁਜਾਰੀਵਾਦ ਦੇ ਨਾਂ 'ਤੇ ਲੋਕਾਂ ਨੂੰ ਭਰਮਾਉਣ ਦੇ ਨਾਂ 'ਤੇ ਪਖੰਡ ਆ ਗਿਆ ਨਾ, ਇਹ ਜਿਹੜੇ ਪ੍ਰੀਸਟ ਨੇ ਇਹਨਾਂ ਨੇ ਮਿੱਥਾਂ ਘੜ ਲਈਆਂ, ਉਹ ਰਹਿਤ ਮਰਿਆਦਾ ਬਣ ਗਈ ਜੀ। ਅਤੇ ਉਹ ਹੁਣ ਰਹਿਤ ਮਰਿਆਦਾ ਜਿਹੜੀ ਹੈ, ਰਹਿਤਨਾਮੇ ਨੇ ਗੁਰੂ ਸਾਹਿਬ ਨੇ ਥੋੜ੍ਹੀ ਬਣਾਏ ਨੇ, ਇਹ ਤਾਂ ਬਾਅਦ ਦੇ ਵਿੱਚ ਸਿੱਖਾਂ ਨੇ ਬਣਾਏ ਨੇ। ਫਿਰ ਉਸ ਤੋਂ ਬਾਅਦ ਸੰਸਥਾਵਾਂ ਆ ਗਈਆਂ, ਟਕਸਾਲਾਂ ਆ ਗਈਆਂ ਜਾਂ ਹੋਰ ਚੀਜ਼ਾਂ ਆ ਗਈਆਂ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਦੇ ਜਿਹੜੇ ਪ੍ਰਮੁੱਖ ਸੀ ਉਹਨਾਂ ਨੇ ਉਹ ਇੰਪਲੀਮੈਂਟ ਕਰ ਦਿੱਤਾ। ਅਤੇ ਉਹ ਹੁਣ ਇਹ ਹੋ ਗਿਆ ਕਿ ਰਾਗਮਾਲਾ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ। ਸਿੱਖਾਂ 'ਚ ਇਹ ਚੀਜ਼ਾਂ ਆ ਗਈਆਂ ਕਿ ਹਰ ਇੱਕ ਨੂੰ ਆਪਣੀ ਵਿਦਵਤਾ ਵੱਡੀ ਲੱਗਦੀ ਹੈ, ਆਪਣਾ ਮੁੰਡਾ ਆਪਣਾ ਮਜ਼ਹਬ ਸਾਰਿਆਂ ਨੂੰ ਪਿਆਰਾ ਲੱਗਦਾ, ਇਸ ਕਰਕੇ ਇਹ ਚੀਜ਼ਾਂ ਆਈਆਂ। ਸਵਾਗਤ ਸਮੇਂ ਵਾਲੇ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਾਲਾਂ ਬੱਧੀ ਹੋ ਗਿਆ ਲੋਕਾਂ ਨੂੰ ਧਾਰਮਿਕ ਸਥਾਨਾਂ ਤੇ ਜਾਂਦਿਆਂ। ਮੈਂ ਵੇਖਣਾ ਸਾਡੇ ਲਾਗੇ ਇੱਕ ਡੇਰਾ, ਲੋਕ ਇੱਕ ਵਾਰ ਉਸ ਵਾਰ ਉਹ ਨੰਗੇ ਪੈਰੀ ਜਾਂਦੇ ਨੇ, ਪਰ ਮੈਂ ਜਦੋਂ ਵੇਖਣਾ ਵੀ ਉਹਨਾਂ ਦੀ ਜ਼ਿੰਦਗੀ 'ਚ ਰੱਤਾ ਭਰ ਬਦਲਾਅ ਨਹੀਂ ਆਇਆ ਜੀ ਸਰ। ਉਹੀ ਝੂਠ ਮਾਰਨੇ, ਉਹੀ ਸਾਰਾ ਬੇਈਮਾਨੀ ਠੱਗੀ, ਫਿਰ ਸਰ ਫਾਇਦਾ ਕੀ ਜੀ ਉਹਦਾ? ਐਵੇਂ ਆਪਦੇ ਮਨ ਨੂੰ ਸੰਤੁਸ਼ਟੀ ਦੇਣੀ ਹੈ। ਸਾਲਾਂ ਬੱਧੀ ਵੇਖੀ ਦਾ ਗ੍ਰੰਥੀਆਂ ਨੂੰ ਪਾਠ ਕਰਦੇ ਆ, ਪਰ ਉਹਨਾਂ ਦੀ ਕੋਈ ਜ਼ਿੰਦਗੀ 'ਚ ਸਰ ਬਦਲਾਅ ਨਹੀਂ। ਮੈਨੂੰ ਲੱਗਦਾ ਸਰ ਗੁਰੂ ਨਾਨਕ ਦਾ ਇਸ ਤਰ੍ਹਾਂ ਦਾ ਧਰਮ ਨਹੀਂ ਸੀ ਜਿਸ ਤਰ੍ਹਾਂ ਦਾ ਹੁਣ ਲੋਕਾਂ ਨੇ ਬਣਾ ਲਿਆ ਜੀ। ਬੜੀ ਲੁੱਟ ਖਸੁੱਟ ਜੀ ਧਰਮ ਦੇ ਨਾਂ ਤੇ 77,000 ਦੇ ਖੰਡ ਪਾਠ ਜੀ। ਅੱਜ ਤੋਂ ਕਈ ਸਾਲ ਪਹਿਲਾਂ, 5-7 ਸਾਲ ਪਹਿਲਾਂ, ਮੈਂ ਇੱਕ ਭਾਈ ਚੱਕਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੇ ਵੇਖਿਆ 15,000 ਦੇ ਗੁਟਕਾ ਸਾਹਿਬ ਜੀ। 60 ਲੱਖ ਦਾ ਇੱਕ ਬਾਹਰ ਦੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਸੀ, ਸੋਨੇ ਦੇ ਸਿਮਰਨ ਨੇ। ਇਹ ਤੇ ਸਰ ਗੁਰੂ ਨਾਨਕ ਦੀ ਤਾਂ ਸਿੱਖੀ ਨਹੀਂ ਹੈਗੀ ਸਰ। ਨਹੀਂ, ਥੈਂਕ ਯੂ ਕਿੱਦਾਂ ਜੀ। ਸਮੇਲ ਸਾਹਿਬ ਕੁਛ ਕਹਿਣਾ ਚਾਹੁੰਦੇ ਹੋ? ਸ਼ਾਇਦ ਕਾਲ ਕਰ ਨਹੀਂ। ਦੇਖੋ, ਜਿਹੜਾ ਹੁਣ ਗੁਰੂ ਸਾਹਿਬ ਦਾ ਤੁਸੀਂ ਧਰਮ ਵੇਖੋ, ਤੁਸੀਂ ਗੁਰੂ ਗ੍ਰੰਥ ਸਾਹਿਬ, ਮੈਂ ਇਸੇ ਕਰਕੇ ਕਹਿਣਾ ਕਿ ਜਿਹੜੇ ਬਾਕੀ ਸੈਕੰਡਰੀ ਗ੍ਰੰਥ ਨੇ, ਭਾਵੇਂ ਉਹ 72 ਨਾਟਕ, ਫਿਰ 10ਮ ਗ੍ਰੰਥ, ਸ਼੍ਰੀ ਗੁਰੂ 10ਮ ਗ੍ਰੰਥ, ਜੋ ਵੀ ਤੁਸੀਂ ਕਹੀ ਜਾਓ ਸਟੈਪ ਬਾਈ ਸਟੈਪ, ਉਹ ਚੀਜ਼ਾਂ ਸਾਡੇ ਲਈ ਸੈਕੰਡਰੀ ਹੋਣੀਆਂ ਚਾਹੀਦੀਆਂ ਨੇ। ਸਿੱਖਾਂ ਦੇ ਵਾਸਤੇ ਜਿਹੜਾ ਹੈਗਾ, ਜਿਹੜਾ ਅਸਲ ਜਿਹਨੂੰ ਫਾਲੋ ਕਰਨ, ਉਹ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ। ਉਹਦੇ 'ਚ ਔਰਤ ਨੂੰ ਬਰਾਬਰਤਾ, ਪਰ ਉਹ ਦਰਬਾਰ ਸਾਹਿਬ 'ਚ ਨਹੀਂ ਦਿੱਤੀ ਜਾ ਰਹੀ, ਕਿਉਂਕਿ ਉੱਥੇ ਰਹਿਤ ਮਰਿਆਦਾ ਲਾਗੂ ਹੋ ਗਈ ਜਥੇਬੰਦੀਆਂ ਦੀ, ਹੈ ਨਾ। ਫਿਰ ਉਹ ਦਿਨ ਦਿਹਾੜੇ ਮਨਾਉਣੇ, ਫਿਰ ਆਪਣੇ ਜਿਹੜੇ ਇਹਨਾਂ ਦੇ ਮਹਾਂਪੁਰਸ਼ ਨੇ ਉਹਨਾਂ ਦੇ ਦਿਨ ਦਿਹਾੜਿਆਂ ਨੂੰ ਜ਼ਿਆਦਾ ਤਵੱਜੋ। ਫਿਰ ਉਹ ਜਿਹੜਾ ਨਿਸ਼ਾਨ ਸਾਹਿਬ ਆ, ਕਈ ਲਾਉਂਦੇ ਨੇ ਕਈ ਨਹੀਂ ਲਾਉਂਦੇ, ਫਿਰ ਆਪਣੀ ਆਪਣੀ ਮਰਿਆਦਾ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਸੂਟੇਬਲ ਸੀ, ਇਸੇ ਕਰਕੇ ਖਾਣ ਪਾਣ। ਹੁਣ ਜਿਵੇਂ ਨਿਹੰਗ ਜਥੇਬੰਦੀਆਂ ਨੇ, ਜਦੋਂ ਉਹਨਾਂ ਨੂੰ ਲੜਾਈਆਂ ਲੜਨ ਦਾ ਦੌਰ ਨਹੀਂ ਸੀਗਾ, ਹਾਲਾਂਕਿ ਇਹ ਚੀਜ਼ਾਂ ਨੇ ਜਿਹੜੀਆਂ ਜਿਵੇਂ ਭੰਗ ਹੈ, ਅਫੀਮ ਹੈ, ਇਹ ਇੱਕ ਮੈਡੀਸਨ ਹੈ, ਹਰਬਲ ਹੈ, ਪਰ ਇਹਦਾ ਮਿਸਯੂਜ਼ ਵੀ ਮਾੜਾ ਹੈ ਨਾ। ਗ੍ਰਹਿਸਤ ਨੂੰ ਤਵੱਜੋ ਦਿੱਤੀ ਕਿ ਉੱਥੇ ਬਹਿੰਗਮ ਕਿੱਥੋਂ ਆ ਗਏ। ਸੋ ਉੱਥੇ ਧਰਮ ਆਪਣੇ ਆਪ ਨਾਲ ਮੋੜ ਲਿਆ ਲੋਕਾਂ ਨੇ। ਇਹ ਹਰ ਧਰਮ ਚਾਹੁੰਦਾ ਹੈ। ਸਿੱਖ ਧਰਮ ਕੋਈ ਇਹ ਨਹੀਂ ਕਿ ਉੱਪਰੋਂ, ਮਤਲਬ ਇਹ ਜਿਹੜਾ ਫਾਈਨਲ ਹੈ, ਜਿਹੜਾ ਧਰਮ ਆਉਂਦਾ ਜਦੋਂ ਬਣਦਾ ਬਹੁਤ ਅੱਛਾ ਹੁੰਦਾ, ਅਤੇ ਹੌਲੀ ਹੌਲੀ ਫਿਰ ਉਹਦੇ ਆਪਣੇ ਹਿਸਾਬ ਨਾਲ ਜਿਹੜੇ ਕਈ ਲੋਕ ਨੇ ਨਾ, ਉਹ ਮੋੜ ਲੈਂਦੇ ਨੇ। ਹੁਣ ਜਿਵੇਂ ਅੱਗੇ ਸੀਗਾ ਕਿ ਭੁੰਜੇ ਬਹਿਣਾ ਚੌਂਕੜੀ ਮਾਰ ਕੇ, ਹੁਣ ਜਿਹੜਾ ਸੀਗਾ ਸਿੱਖ ਧਰਮ ਜਦੋਂ ਪੰਜਾਬ ਤੋਂ ਬਾਹਰ ਠੰਡੇ ਇਲਾਕਿਆਂ 'ਚ ਜਾਂਦਾ, ਕੈਨੇਡਾ 'ਚ ਜਾਂਦਾ, ਉੱਥੇ ਇਸ ਤਰ੍ਹਾਂ ਦੇ ਸਾਧਨ ਨੇ, ਉਹ ਕਹਿੰਦੇ ਫਰਸ਼ 'ਤੇ ਬੈਠ ਨਹੀਂ ਸਕਦੇ, ਜਾਂ ਲੋਕ ਬੈਠਣ ਲੱਗੇ ਦਿੱਕਤ ਆਉਂਦੀ ਹੈ, ਉਹਨਾਂ ਨੇ ਟੇਬਲ ਲਗਾ ਲਏ। ਹੁਣ ਤੁਸੀਂ ਵੇਖੋ ਕਿ ਪੰਜਾਬ ਦੇ ਸ਼ਹਿਰਾਂ ਨੂੰ ਛੱਡੋ, ਜਦੋਂ ਬਾਦਲ ਸਾਹਿਬ ਪਹਿਲੀ ਵਾਰੀ ਕੁਰਸੀ 'ਤੇ ਬੈਠੇ ਕਿੰਨੇ ਲੋਕਾਂ ਨੇ ਰੌਲਾ ਪਾਇਆ। ਹੁਣ ਤੁਸੀਂ ਵੇਖੋ ਕਿ ਪੰਜਾਬ ਦੇ ਕਿੰਨੇ ਪਿੰਡਾਂ ਦੇ ਵਿੱਚ ਸਾਈਡਾਂ 'ਤੇ ਬੈਂਚ ਲਾਗੇ, ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੁੱਖ ਹਾਲ ਹੈ ਗੁਰੂ ਘਰ ਦਾ, ਉੱਥੇ ਬੈਂਚ ਲਾਗੇ, ਕਿਉਂਕਿ ਲੋਕ ਚੌਂਕੜ ਮਾਰ ਕੇ ਬਹਿ ਨਹੀਂ ਸਕਦੇ। ਇਹ ਤਬਦੀਲੀਆਂ ਆਈਆਂ, ਸੋ ਇਹ ਤਬਦੀਲੀਆਂ ਬਰਦਾਸ਼ਤ ਕਰਨੀਆਂ ਪੈਣਗੀਆਂ। ਸੋ ਵਿਰਾਸਤ ਦੀ ਗੱਲ ਹੋ ਰਹੀ ਹੈ, ਮੈਂ ਹੋਰ ਕਾਲ ਨਹੀਂ ਲਵਾਂਗਾ, ਇੱਕੋ ਹੀ ਕਾਲ ਲਵਾਂਗਾ। ਬਾਈ ਜੀ ਬਲਵੀਰ ਸਿੰਘ, ਸਵਾਗਤ ਹੈ ਤੁਹਾਡਾ।
ਹਾਂਜੀ ਤੁਹਾਡਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ ਇਹ ਰਿਹਾ ਜੀ ਮੈਂ। ਹਾਂਜੀ ਹਾਂਜੀ ਔਨ ਦੀ ਏਅਰ ਹੋ ਜੀ ਤੁਸੀਂ। ਆਪਾਂ 7 ਵਜੇ ਤੋਂ ਲੈ ਕੇ ਹਾਂਜੀ ਮੈਂ ਰਿਪੀਟ ਪ੍ਰੋਗਰਾਮ ਸੁਣਿਆ ਸੀ ਤੁਹਾਡਾ ਸਾਹਿਬ, ਤੁਹਾਡਾ ਜਿਹੜਾ ਆਪਣੇ ਕੰਮਾਂ ਦੀ ਗੱਲ ਹੁੰਦੀ ਸੀ ਜਾਂ ਤੁਸੀਂ ਅੱਜ ਗੰਦਗੀ ਤੇ ਗੱਲ ਕਰਦੇ ਸੀਗੇ। ਮੈਂ ਇੱਕ ਕਮੈਂਟ ਲਾਉਣਾ ਇੱਥੇ। ਹਾਂਜੀ ਹਾਂਜੀ ਹੁਣ ਆਪਣੇ ਹਾਂਜੀ ਪੰਜਾਬ 'ਚ ਮੈਂ ਦੇਖਿਆ ਲੋਕੀ ਕਰੋੜਾਂ ਰੁਪਈਆ ਕੋਠੀ ਦੇ ਲਾ ਦਿੰਦੇ ਵੀ, ਉਹ ਜਿਹੜੇ ਮੁੜ ਕੇ 20 ਰੁਪਈਏ 50 ਰੁਪਈਏ ਕੋਈ ਸਫਾਈ ਕਰਨ ਵਾਲਾ ਉਹਨੂੰ ਨਹੀਂ ਦਿੰਦੇ ਮੋਹਰਿਓ ਵੀ ਆਲੇ ਦੁਆਲੇ ਜਿਹੜਾ ਆ ਉਹਨੂੰ ਵੀ ਸਫਾਈ ਕਰਾ ਲਈਏ। ਭਾਜੀ ਜਿਹੜੀ ਲੋਕਾਂ ਦਾ ਵੀ ਕਸੂਰ ਹੈ, ਸਰਕਾਰਾਂ ਵੀ ਜਿਹੜੀ ਨਾ ਬਿਜਲੀ ਦੀ ਤਾਰ ਆਉਂਦੀ ਹੈ ਨਾ ਘਰ ਨੂੰ, ਜਿਹੜੀ ਬਿਜਲੀ ਦੀ ਤਾਰ ਆਉਂਦੀ ਹੈ ਨਾ ਘਰ ਨੂੰ, ਉਹ 100-200 ਰੁਪਏ ਦਾ ਪੋਲ ਲੱਗਦਾ ਹੈ। ਉਹ ਨਹੀਂ ਲਾਉਂਦੇ ਕੋਈ। ਤੁਹਾਡੇ ਮੇਰੇ ਵਰਗਾ ਕੋਈ ਟਰੱਕ ਲੈ ਕੇ ਆ ਗਏ, ਉਹਦਾ ਟਰੱਕ ਫਸ ਜਾਂਦਾ ਜਾਂ ਤਾਰ ਟੁੱਟ ਜਾਂਦੀ ਹੈ, ਫਿਰ ਉਹਦੇ ਥੱਪੜ ਮਾਰਨ ਤੱਕ ਜਾਣਗੇ। ਵੀ ਜੇ ਤੁਸੀਂ 50 ਲੱਖ ਦੀ ਕੋਠੀ ਪਾ ਲਈ ਹੈ ਤੇ ਘੱਟੋ ਘੱਟ ਪੋਲ ਵੀ ਲਵਾ ਲਓ ਕਿ ਬਿਜਲੀ ਦੀ ਤਾਰ ਵੀ ਉੱਚੀ ਹੋਵੇ ਨਾ, ਗੱਡੀ ਗੁੱਡੀ ਤੇ ਲੰਘਦੀ ਹੋਵੇ ਅਗਲੇ ਦਾ ਟਰੱਕ ਜੀ। ਲੋਕੀ ਗਾਲ ਪੈ ਜਾਂਦੇ ਜੇ ਉਹ 50 ਰੁਪਈਏ ਮਹੀਨੇ ਦਾ ਮੰਗਣ ਆ ਜਾਵੇ ਸਫਾਈ ਵਾਲਾ। ਇੱਥੇ ਵੀ ਟਵਾਣਾ ਸਾਹਿਬ ਏਦਾਂ ਹੀ ਆ। ਇੱਥੇ ਵੀ ਲੋਕ ਸਰਕਾਰ ਦਾ ਜਿਹੜਾ ਪ੍ਰਬੰਧ ਹੈ ਉਹ ਤਾਂ ਵਧੀਆ। ਇੱਥੇ ਵੀ ਕਈ ਲੋਕ ਦੇਖਿਆ ਉਹ ਗੰਦ ਪਾਉਣ ਲੱਗੇ ਦੇਖਦੇ ਨਹੀਂ। ਚਲੋ ਇੱਥੇ ਆ ਵੀ ਟੈਕਸ ਮਿਲਦੀ ਆ ਉਹਦਾ ਥੋੜਾ ਜਿਹਾ ਡਰ ਤੋਂ। ਕਈ ਲੋਕ ਇੱਥੇ ਵੀ ਉਹੋ ਜਿਹਾ ਹੀ ਆ, ਸਾਰੇ ਲੋਕ ਨਹੀਂ ਹੈਗੇ। ਬਾਕੀ ਕੰਮ ਦਾ ਏਦਾਂ ਹੈ ਥੋੜਾ ਜੀ, ਜਦੋਂ ਬੰਦਾ ਪਹਿਲਾਂ ਆਉਂਦਾ ਨਾ ਉਦੋਂ ਬਹੁਤ ਲੱਪਾ ਵਾਹ ਮਾਰਦਾ। ਉਹ ਕਹਿੰਦਾ ਵੀ ਚੱਕ ਲਓ ਕੰਮ ਨੂੰ 12 ਘੰਟੇ 16 ਘੰਟੇ। ਜਦੋਂ ਤੁਹਾਡਾ ਪਰਿਵਾਰ ਹੋ ਜਾਂਦਾ ਫਿਰ ਬੰਦਾ ਕਹਿੰਦਾ ਵੀ ਹੁਣ 2 ਦਿਨ ਆਫ ਚਾਹੀਦੇ, ਵੀ 40 ਘੰਟੇ ਚਾਹੀਦਾ ਆ। ਵੈਸੇ ਹੈ ਵੀ ਉਹੀ ਠੀਕ ਹੈ ਜੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ ਜਾਂ ਵਧੀਆ ਉਹਨਾਂ ਨੂੰ ਖੇਡਾਂ 'ਚ ਪਾਉਂਦੇ ਆ। ਸੋ ਇਹੋ ਹੀ ਮੇਰੇ ਖਿਆਲ 'ਚ ਤੁਹਾਡਾ ਜਿਹੜਾ ਸੇਵਿੰਗ ਹੈ, ਜੇ ਤੁਸੀਂ ਉਹਨਾਂ ਲਈ $1 ਮਿਲੀਅਨ ਛੱਡ ਜਾਂਦੇ ਉਹਦਾ ਕੋਈ ਫਾਇਦਾ ਨਹੀਂ। ਜੋ ਤੁਸੀਂ ਹੁਣ 16 ਘੰਟੇ ਕੰਮ ਕਰੀ ਜਾਂਦੇ ਆ। ਲਾਈਫ ਦਾ ਮੇਰੇ ਖਿਆਲ 'ਚ ਇੰਜੋਏ ਵੀ ਕਰਨਾ ਜਿਹੜਾ ਬੈਲੈਂਸ ਜਿਹਾ ਰੱਖ ਕੇ ਜਿਹੜਾ ਕਰਦਾ ਕੰਮ ਨਾ, ਜੋ ਪਤਾ ਲੱਗ ਜਾਂਦਾ ਵੀ ਤੁਸੀਂ ਇੱਥੇ ਹੀ ਰਹਿਣਾ ਆ। ਜਦੋਂ ਤੁਸੀਂ ਪਹਿਲਾਂ ਆਉਂਦੇ ਉਦੋਂ ਨਹੀਂ ਰਿਅਲਾਈਜ਼ ਕਰਦੇ ਤੁਸੀਂ, ਉਦੋਂ ਤੁਸੀਂ 12 ਘੰਟੇ 16 ਘੰਟੇ ਕੰਮ ਕਰੀ ਜਾਂਦੇ। तो मेरे ख्याल से बैलेंस दिया जो रख के चलते बढ़िया है। टवाना साहब बहुत इंजॉय कर रहे हैं। थैंक यू, मेहरबानी, थैंक यू। ਕੱਲ ਬਾਈ ਜੀ ਟੋਰਾਂਟੋ ਤੋਂ ਜੁੜੇ ਸਨ। ਉਹਨਾਂ ਨੇ ਆਖਿਆ ਸੀ ਕਿ ਸੁਥਰਿਆਂ ਬਾਰੇ ਦੱਸੋ ਕਿ ਸੁਥਰਾ ਸ਼ਾਹੀ ਕੌਣ ਸੀਗੇ, ਉਹਨਾਂ ਬਾਰੇ ਗੱਲ ਕਰਾਂਗੇ। ਤੇ ਥੋੜੀ ਜਿਹੀ ਅਪਡੇਟ ਮੈਂ ਦੇ ਦਿਆਂ ਕਿ ਕੱਲ ਜਿਸ ਤਰ੍ਹਾਂ ਸਤਨਾਮੀ ਸਾਧੂਆਂ ਬਾਰੇ ਗੱਲ ਹੋਈ ਸੀ ਕਿ ਇਹ ਜਿਹੜੇ ਵਿਆਹ ਸ਼ਾਦੀਆਂ ਜੱਟਾਂ 'ਚ ਕਰਦੇ ਸੀ, ਹਰਿਆਣਾ ਯੂਪੀ ਨਾਲ ਇਹ ਸੰਬੰਧ ਸੀਗੇ ਤੇ ਇਹ ਸਾਲਾਨਾ ਭੰਡਾਰਾ ਕਰਦੇ ਸੀ ਜਿਸ ਨੂੰ ਮੇਲਾ ਕਹਿੰਦੇ ਸੀ ਤੇ ਪੂਰਨਮਾਸ਼ੀ ਨੂੰ ਕੜਾਹ ਕਰਕੇ ਵੰਡਦੇ ਸੀ। ਇਹ ਹਿੰਦੂ ਇਹਨਾਂ ਨੂੰ ਨਹੀਂ ਸੀ, ਹਿੰਦੂ ਇਹਨਾਂ ਨੂੰ ਕਹਿੰਦੇ ਸੀ, ਪਰ ਇਹਨਾਂ ਦੀ ਰਹਿਤ ਮਰਿਆਦਾ ਹਿੰਦੂਆਂ ਵਾਲੀ ਨਹੀਂ ਸੀ। ਤੇ ਔਰੰਗਜ਼ੇਬ ਦੇ ਨਾਲ 1672 ਦੇ ਵਿੱਚ ਇਹਨਾਂ ਦੀ ਵੱਡੀ ਲੜਾਈ ਹੋਈ ਸੀਗੀ। ਉਹ ਲੜਾਈ ਦਾ ਕਾਰਨ ਕੀ ਸੀਗਾ ਕਿ 1672 'ਚ ਜਦੋਂ ਬਾਦਸ਼ਾਹ ਔਰੰਗਜ਼ੇਬ ਹਸਨ ਅਬਦਾਲ ਤੋਂ ਵਾਪਸ ਆ ਰਿਹਾ ਸੀ ਤਾਂ ਹਰਿਆਣੇ ਦੇ ਨਾਰਨੌਲ ਦੇ ਲਾਗੇ ਇੱਕ ਮੁਗਲ ਸੈਨਿਕ ਦਾ ਅਚਾਨਕ ਇੱਕ ਸਤਨਾਮੀ ਦੇ ਨਾਲ ਝਗੜਾ ਹੋ ਗਿਆ ਤੇ ਉਸ ਸੈਨਿਕ ਨੇ ਸਤਨਾਮੀ ਦਾ ਸਿਰ ਪਾੜ ਦਿੱਤਾ ਤੇ ਫਿਰ ਬਹੁਤ ਸਾਰੇ ਸਤਨਾਮੀ ਇਕੱਠੇ ਹੋ ਕੇ ਉਹਨਾਂ ਨੇ ਵਿਰੋਧ ਕਰ ਦਿੱਤਾ ਤੇ ਸੈਨਿਕ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਸੋ ਨਾਰਨੌਲ ਦਾ ਫੌਜਦਾਰ ਵੀ ਇਸ ਯੁੱਧ ਦੇ ਵਿੱਚ ਮਾਰਿਆ ਗਿਆ ਤੇ ਉੱਥੇ ਸਤਨਾਮੀਆਂ ਨੇ ਨਾਰਨੌਲ ਦੇ ਵਿੱਚ ਕਬਜ਼ਾ ਕਰ ਲਿਆ। ਔਰੰਗਜ਼ੇਬ ਖੁਦ ਇਸ ਬਗਾਵਤ ਨੂੰ ਦਬਾਉਣ ਦੇ ਲਈ ਉਸਨੇ ਵਿਸ਼ੇਸ਼ ਸੈਨਾ ਭੇਜੀ, ਪਰ ਜਿਹੜੇ ਮੁਗਲ ਸੈਨਿਕ ਸੀਗੇ ਉਹ ਸਤਨਾਮੀਆਂ ਤੋਂ ਬਹੁਤ ਡਰਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਜਾਦੂਗਰ ਨੇ, ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਕਿਉਂਕਿ ਬੜੇ ਸਿੜੀ ਪਰਪੱਕ ਤਰਕ ਵਾਲੇ ਲੋਕ ਸੀਗੇ, ਜੱਟ ਸੀਗੇ, ਹੁੰਦੜਹੇਲ ਸੀਗੇ ਤੇ ਉਹ ਇੱਕ ਈਸ਼ਵਰ ਤੋਂ ਸਿਵਾ ਜਿਵੇਂ ਸਿੱਖਾਂ ਦਾ ਅਕਾਲ ਪੁਰਖ ਹੈ ਇੱਦਾਂ ਉਹਨਾਂ ਦਾ ਸੱਤ ਸੀਗਾ, ਉਸ ਤੋਂ ਬਿਨਾਂ ਕਿਸੇ ਤੋਂ ਨਹੀਂ ਸੀ ਡਰਦੇ। ਤੇ ਔਰੰਗਜ਼ੇਬ ਨੇ ਫਿਰ ਆਪਣੇ ਸੈਨਿਕਾਂ ਦਾ ਡਰ ਖਤਮ ਕਰਨ ਲਈ ਕਿ ਇਹਨਾਂ ਕੋਲ ਭਾਈ ਜਾਦੂ ਜੂਦੂ ਕੁਛ ਨਹੀਂ ਹੈ, ਵੈਸੇ ਹੀ ਤਕੜੇ ਨੇ, ਸਟਰੋਂਗ ਨੇ। ਤੇ ਔਰੰਗਜ਼ੇਬ ਨੇ ਫਿਰ ਆਪਣੀ ਫੌਜ ਦੇ ਜਿਹੜੇ ਝੰਡੇ ਸੀ ਉਹਨਾਂ ਦੇ ਨਾਲ ਤਵੀਤ ਆਦਿ ਕਰਾ ਕੇ ਬੰਨੇ ਆਪਣੇ ਮੌਲਵੀਆਂ ਤੋਂ। ਸੋ ਸਤਨਾਮੀਆਂ ਨੇ ਮੁਗਲਾਂ ਦੀ ਸ਼ਕਤੀ ਦਾ ਡਟ ਕੇ ਸਾਹਮਣਾ ਕੀਤਾ, ਪਰ 20,000 ਵਿਅਕਤੀਆਂ ਦੀ ਜਾਣੀ ਕਿ 20,000 ਸਤਨਾਮੀ ਉਸ ਯੁੱਧ ਦੇ ਵਿੱਚ ਆਪਣੀ ਜਾਨ ਵਾਰ ਗਏ ਤੇ ਬਾਕੀ ਦੇ ਫਿਰ ਕੁਝ ਜ਼ਖਮੀ ਹੋ ਗਏ, ਕੁਝ ਦੌੜ ਗਏ ਤੇ ਬਿਨਾਂ ਸ਼ੱਕ ਇਹ ਵਿਦਰੋਹ ਦਬ ਗਿਆ। ਪਰ ਲੋਕ ਔਰੰਗਜ਼ੇਬ ਦੀ ਧਾਰਮਿਕ ਨੀਤੀ ਨੂੰ ਕਦੇ ਵੀ ਨਹੀਂ ਸੀ ਪਸੰਦ ਕਰਦੇ। ਹੁਣ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਹੈ ਤੇ ਉਦੋਂ ਵੀ ਇਸ ਇਲਾਕੇ 'ਚੋਂ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਭਾਵੇਂ ਸਿੱਖ ਨਹੀਂ ਸੀ ਉਦੋਂ ਬਣੇ, ਉਹ ਸਤਨਾਮੀ ਸੀ ਜਾਂ ਹਿੰਦੂ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜਦੇ ਗਏ ਜਦੋਂ ਸਰਹੰਦ ਫਤਿਹ ਕੀਤੀ। ਇਸ ਕਰਕੇ ਇਸ ਇਲਾਕੇ 'ਚੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਸਢੌਰਾ ਆਇਆ ਤੇ ਬਹੁਤ ਸਾਰੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੇ। ਉਦੋਂ ਇਹਨਾਂ ਲੋਕਾਂ ਨੇ ਜਿਹੜੇ ਸਥਾਨਕ ਜਾਟ ਸੀਗੇ, ਗੈਰ ਸਿੱਖ ਸੀ, ਹਿੰਦੂ ਸੀ ਜਾਂ ਕੁਛ ਵੀ ਸੀ, ਇਹਨਾਂ ਨੇ ਬੜਾ ਰੋਲ ਉਦੋਂ ਨਿਭਾਇਆ ਸੀ। ਸੋ ਇਹ ਸਤਨਾਮੀਆਂ ਦੀ ਗਾਥਾ। ਤੇ ਹੁਣ ਗੱਲ ਕਰਾਂਗੇ ਸੁਥਰੇ ਸ਼ਾਹੀ ਦੀ ਕਿ ਸੁਥਰੇ ਸ਼ਾਹੀ ਕੌਣ ਸੀ। ਤੇ ਸੁਥਰਾ ਬਹੁਤ ਵੱਡਾ ਸਾਹਿਤਕਾਰ ਵੀ ਹੋਇਆ
ਤੇ ਬੜੀਆਂ ਸਿੱਧਾਂ ਵੀ ਉਸਨੇ ਦਿੱਤੀਆਂ ਨੇ, ਤੇ ਉਹ ਵੀ ਇੱਕ ਉਹਨਾਂ ਦਾ ਵੱਖਰਾ ਪੰਥ ਹੈ। ਤੇ ਇਸ ਵਕਤ ਸਾਹਿਬ ਬਲਦੇਵ ਸਿੰਘ ਟੋਰਾਂਟੋ ਤੋਂ, ਉਸ ਤੋਂ ਬਾਅਦ ਸੁਥਰੇ ਵੰਸ਼ ਬਾਰੇ ਗੱਲ ਕਰਾਂਗੇ। ਸਵਾਗਤ ਹੈ ਸਾਹਿਬ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ, ਮਿਹਰਬਾਨੀ। ਮੈਨੂੰ ਤਾਂ ਬਹੁਤ ਦਿਨ ਹੋ ਗਿਆ ਇਹਨੂੰ ਇੱਥੇ ਗੱਲ ਹੀ ਨਹੀਂ ਹੁੰਦੀ, ਪਤਾ ਨਹੀਂ ਕੀ ਚੱਕਰ। ਇੰਡੀਆ ਆਏ ਹੋ ਤੁਸੀਂ ਜਾਂ ਟੋਰਾਂਟੋ ਚਲੇ ਗਏ? ਤੁਹਾਨੂੰ ਦੱਸਿਆ ਜੀ ਟਵਾਣਾ ਸਾਹਿਬ 6 ਫਰਵਰੀ ਨੂੰ ਆ ਰਹੇ ਆ, ਇੰਡੀਆ ਲੁਧਿਆਣੇ ਆਇਆ ਹੋਇਆ ਜੀ। ਅੱਛਾ, ਲੁਧਿਆਣੇ ਹੋ ਅੱਜ ਕੱਲ? ਅੱਛਾ ਅੱਛਾ, ਹਾਂਜੀ ਲੁਧਿਆਣੇ ਜੀ। ਬਹੁਤ ਵਾਰ ਫੋਨ ਕੀਤਾ, ਮੈਨੂੰ ਤਾਂ ਫਿਕਰ ਹੀ ਹੋ ਗਿਆ ਵੀ ਟਵਾਣਾ ਸਾਹਿਬ ਨਹੀਂ 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 ਠੀਕ ਠਾਕ ਹੋਣ, ਸਿਹਤ ਠੀਕ ਹੋਵੇ। ਰੇਡੀਓ ਤੇ ਲਾਈਵ ਚੱਲ ਰਿਹਾ ਆਪਣੀ ਗੱਲਬਾਤ। ਅੱਛਾ ਅੱਛਾ ਜੀ, ਠੀਕ ਹੈ। ਮੈਂ ਤੁਹਾਡੀ ਕਾਲ ਰੇਡੀਓ ਤੇ ਲੈ ਲਈ ਕੁਦਰਤੀ, ਮੈਨੂੰ ਐਸੀ ਕਿਤੇ ਸੁਣ ਰਹੇ ਹੋ ਪ੍ਰੋਗਰਾਮ। ਅੱਛਾ, ਸੋ ਗੱਲਬਾਤ ਸਾਫ਼ ਸਫਾਈ ਬਾਰੇ ਹੀ ਹੋ ਰਹੀ ਹੈ। ਤੁਸੀਂ ਦੇਖੋ ਕਿ ਲੁਧਿਆਣਾ ਵੀ ਬੜਾ ਪੋਲਿਊਟ ਸ਼ਹਿਰ ਹੈ। ਹੁਣ ਮੋਦੀ ਸਾਹਿਬ ਤਾਂ ਕਹਿੰਦੇ ਸਫਾਈ ਬਹੁਤ ਕਰਤੀ, ਤੁਸੀਂ ਤਾਂ ਪੂਰੀ ਦੁਨੀਆ ਘੁੰਮਦੇ ਹੋ। ਇੰਡੀਆ ਦੁਨੀਆ 'ਚ ਜਿਹੜੇ 30 ਸਭ ਤੋਂ ਗੰਦੇ ਸ਼ਹਿਰ ਨੇ, ਉਹਨਾਂ ਦੇ ਵਿੱਚੋਂ 21-22 ਸ਼ਹਿਰ ਸਾਡੇ ਇੰਡੀਆ ਦੇ ਨੇ। ਇਹ ਹਾਲਾਤ ਹੈ। ਮੋਦੀ ਸਾਹਿਬ ਕਹਿੰਦੇ ਮੈਂ ਸਫਾਈ ਬਹੁਤ ਕਰਦੀ ਦੀ, ਸਵੱਛ ਭਾਰਤ। ਮੋਦੀ ਸਾਹਿਬ ਨੇ ਮੋਦੀ ਸਾਹਿਬ ਨੇ ਜਿਹੜੀ ਉੱਥੇ ਗੁਜਰਾਤ ਦੇ ਵਿੱਚ ਕੰਧ ਕਰਾਈ ਸੀ, ਜਿਹੜੇ ਬਾਹਰਲੇ ਬੰਦੇ ਨੇ ਆਉਣਾ ਸੀ, ਜਿੱਥੇ ਝੁੱਗੀਆਂ ਸੀਗੀਆਂ, ਉਹ ਕੰਧ ਕਰਾ ਕੇ ਲੁਕੋਈਆਂ ਸੀ। ਜੇ ਸਾਫੇ ਸਫਾਈ ਕਰਾਈ ਹੁੰਦੀ ਕੀ ਲੋੜ ਸੀ ਲੁਕਾਉਣ ਦੀ? ਬਿਲਕੁਲ ਬਿਲਕੁਲ ਬਿਲਕੁਲ, ਪਤਾ ਲੱਗ ਜਾਂਦਾ ਉੱਥੋਂ ਹੀ, ਹੈ ਨਾ। ਸਫਾਈ ਕੀ ਕਰਨੀ ਹੈ ਜੀ? ਝੂਠ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਤਾਂ ਹੈਰਾਨ ਹੋਇਆ ਪਿਆ। ਐਡੇ ਉੱਚੇ ਅਹੁਦੇ ਦੇ ਉੱਤੇ ਟਵਾਣਾ ਸਾਹਿਬ ਬੰਦਾ ਝੂਠ ਬੋਲੇ ਜਾਂ ਭੋਰਾ ਨਾ, ਆਤਮਾ ਹੀ ਮਰੀ। ਮੈਂ ਹੈਰਾਨ, ਸਮਝ ਹੀ ਨਹੀਂ ਆਉਂਦੀ ਗੱਲ ਕੀ ਹੋ ਗਈ। ਦੇਖੋ ਸਾਧੂ ਰਿਸ਼ੀ ਬਣ ਗਏ ਨੇ, ਦਾੜੀ ਵਧਾ ਲਈ ਹੈ, ਵਾਲ ਵਧਾ ਲਏ ਨੇ, ਰਿਸ਼ੀ ਮੁਨੀ ਬਣ ਗਏ ਨੇ, ਤੇ ਹੁਣ ਤਾਂ ਝੂਠ ਵੈਸੇ ਹੀ ਨਹੀਂ ਜੱਚਦਾ ਨਾ। ਏਦਾਂ ਦੇ ਬੀਬੀ ਦਾੜੀ ਹੋਵੇ ਤੇ ਬੰਦਾ ਝੂਠ ਬੋਲੇ। ਬਹੁਤ ਜੀ, ਝੂਠ ਤਾਂ ਸੰਗਦੇ ਹੀ ਕੋਈ ਨਹੀਂ ਬੋਲਣ ਲੱਗੇ। ਮੈਂ ਹੈਰਾਨ ਆ, ਜਿਵੇਂ ਦੋਨੇ ਜੋੜੀ ਇਕੱਠੀ ਹੋਈ ਆ। ਪ੍ਰਧਾਨ ਮੰਤਰੀ ਦਾ ਸਟੇਟਸ ਹੁੰਦਾ ਸੀ, ਸਟੇਟ ਦੇ ਇਲੈਕਸ਼ਨਾਂ 'ਚ ਮਨਮੋਹਨ ਸਿੰਘ ਜੀ ਇੱਕ ਅੱਧਾ ਗੇੜਾ ਮਾਰਦੇ ਹੁੰਦੇ ਸੀ ਮਸਾਂ ਹੀ। ਇਹ ਤਾਂ ਅੱਡਾ ਹੀ ਉੱਥੇ ਲਾ ਲੈਂਦੇ। ਬੀਜੇਪੀ ਦਾ ਕੋਈ ਬੰਦਾ ਹੀ ਨਹੀਂ ਜੀ। ਹਾਲਾਤ ਇਹ ਰਹਿਣੇ ਆ ਜੀ ਆਉਣ ਵਾਲੇ ਸਮੇਂ 'ਚ ਨਾ, ਜਿਵੇਂ ਹਰਿਆਣੇ 'ਚ ਪੰਚਾਇਤ ਚੋਣਾਂ ਵੀ ਹੋਣੀਆਂ ਨੇ। ਜੇ ਦੇਖਿਆ ਕਿ ਬੀਜੇਪੀ ਹਾਰਦੀ ਹੈ, ਮੋਦੀ ਸਾਹਿਬ ਤਾਂ ਪੰਚਾਇਤ ਚੋਣਾਂ 'ਚ ਕੰਪੇਨਿੰਗ ਲਈ ਵੀ ਆਉਣਗੇ, ਹਨਾ। ਹਾਂਜੀ ਹਾਂਜੀ ਹਾਂਜੀ, ਇਹਨਾਂ ਨੂੰ ਦੇਸ਼ ਦਾ ਕੋਈ ਫਿਕਰ ਨਹੀਂ। ਇਹਨਾਂ ਨੂੰ ਤਾਂ ਹੈ ਵੀ ਪਾਰਟੀ ਦੀ ਕਿੱਥੇ ਸਾਡੀ ਸਰਕਾਰ ਵੱਧਦੀ, ਹੇਰਾਫੇਰੀ ਕਿੱਥੇ ਕਰਨੀ ਹੈ। ਜੇ ਆ ਮਸ਼ੀਨਾਂ ਤੋਂ ਖਹਿੜਾ ਛੁੱਟ ਜਾਈਏ ਨਾ ਕਿਸੇ ਤਰੀਕੇ, ਕੋਈ ਗੱਲਬਾਤ ਬਣ ਕੇ, ਬਹੁਤ ਕੰਮ ਖਰਾਬ ਹੈ ਇਹਦੇ ਨਾਲ। ਹੁਣ ਤਾਂ ਸਿਆਪੇ ਦੀ ਜੜ ਤਾਂ EVM ਹੈ। ਬਿਆਨ ਕਰ ਨਹੀਂ ਸਕਦੇ। ਦੇਖੋ ਕਿ ਜੀ ਬੀਜੇਪੀ ਹੁੰਦੀ, ਆਪਣੇ ਵਾਜਪਾਈ ਸਾਹਿਬ ਵਰਗਾ ਪ੍ਰਧਾਨ ਮੰਤਰੀ ਕਿੱਥੋਂ ਮਿਲਣਾ, ਕਿੱਥੇ ਇਹ ਚੀਜ਼ ਤੇ ਕਿੱਥੇ ਉਹ ਚੀਜ਼, ਲੋਕਾਂ ਨੂੰ ਲਾਹ ਕੇ ਬਿਲਕੁਲ। ਦੋ ਬੰਦਿਆਂ ਦਾ ਡਰਾਮਾ ਸਾਰੇ ਦੇਸ਼ 'ਚ, ਦੋ ਬੰਦੇ। ਧੰਨਵਾਦ ਜੀ, ਮਿਹਰਬਾਨੀ ਤੁਹਾਡਾ, ਧੰਨਵਾਦ ਤੁਸੀਂ ਮੇਰੇ ਕਾਲ ਲੈ ਲਈ। ਥੈਂਕ ਯੂ ਜੀ। ਬਲਦੇਵ ਸਿੰਘ ਹਾਂਸੇ ਨੇ ਦਿਨੇ ਲੁਧਿਆਣਾ ਆਏ ਹੋਏ ਨੇ। ਲਓ ਦੋਸਤੋ, ਹੁਣ ਮੈਂ ਨਾ 10-15 ਮਿੰਟ ਕਾਲ ਨਹੀਂ ਲਵਾਂਗਾ, ਮਾਫੀ ਚਾਹੁੰਦਾ, ਕਿਉਂਕਿ ਵਿਰਾਸਤ 'ਤੇ ਗੱਲ ਹੋਣੀ ਆ ਸੁਥਰੇ ਸ਼ਾਹ ਬਾਰੇ। ਕਿਉਂਕਿ ਅਸੀਂ ਸੁਥਰੇ ਬਾਰੇ ਤਾਂ ਸੁਣਿਆ ਬਹੁਤ ਹੈ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇਹ ਲੋਕ ਸੱਚਾਈਆਂ ਸੀ ਜਿਹੜੀਆਂ ਭਾਵੇਂ ਸੁਥਰੇ ਨੇ ਲਿਖੀਆਂ ਜਾਂ ਸੁਥਰੇ ਦੇ ਨਾਲ ਜੁੜ ਗਈਆਂ। ਸੁਥਰੇ ਨੇ ਦੀਆਂ ਕਈ ਸੱਚਾਈਆਂ ਗੁਰਮਤ ਫਲਸਫੇ 'ਤੇ ਖੜੀਆਂ ਨਹੀਂ ਉਤਰਦੀਆਂ। ਉਸ ਨੇ ਔਰਤ ਨੂੰ ਕਈ ਮਾਮਲਿਆਂ 'ਚ ਕਾਫੀ ਭੰਡਿਆ, ਪਰ ਸਿੱਖੀ ਔਰਤ ਨੂੰ ਨਹੀਂ ਭੰਡਦੀ। ਇਹ ਠੀਕ ਹੈ ਕਿ ਕੁਛ ਲੋਕ ਜਿਹੜੇ ਨੇ ਨਿੱਜੀ ਤੌਰ 'ਤੇ ਕਈ ਸੰਸਥਾਵਾਂ ਨੇ ਜਿਹੜੀਆਂ ਆਪਣੇ ਆਪ ਨੂੰ ਗੁਰਮਤ ਦਾ ਪਹਿਰੇਦਾਰ ਕਹਾਉਂਦੀਆਂ ਨੇ, ਉਹ ਵਿਆਹ ਨਹੀਂ ਕਰਾਉਂਦੀਆਂ ਜਾਂ ਉਹ ਔਰਤ ਨੂੰ ਬਰਾਬਰਤਾ ਨਹੀਂ ਦਿੰਦੀਆਂ ਕਿ ਜੇ ਆਵੇ ਸਿਰ ਨਹਾਵਣੀ ਵਾਲਾ ਵਾਕ ਚੁੱਕ ਕੇ ਔਰਤ ਉਹੀ ਬ੍ਰਾਹਮਣਵਾਦ ਦੀ ਤਰ੍ਹਾਂ। ਇਸੇ ਕਰਕੇ ਸ਼ਾਇਦ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਔਰਤ ਨੂੰ ਸੇਵਾ ਦੇ ਵਿੱਚ ਬਰਾਬਰਤਾ ਨਹੀਂ ਦਿੱਤੀ ਜਾਂਦੀ। ਅਤੇ ਸੁਥਰੇ ਬਾਰੇ ਇੱਕ ਹੋਰ ਗੱਲ ਬਹੁਤ ਸੋਹਣੀ ਹੈ ਜਿਹੜੀ ਉਹਨੇ ਅਟਲ ਸੱਚਾਈ ਲਿਖੀ ਆ। ਉਹ ਇੱਦਾਂ ਸੀ, ਅਖਾਣ ਉਹਨਾਂ ਨੇ ਲਿਖਿਆ ਸੀ, ਅੱਖ ਫਰਕਣੀ ਨਾ ਮਿਲੇ, ਅੱਖ ਫਰਕਣੀ ਨਾ ਮਿਲੇ, ਮੂੰਹ ਵਿੱਚ ਰਹੇ ਗਰਾਹ। ਗਰਾਹ ਹੁੰਦੀ ਹੈ ਗਰਾਹੀ, ਬੁਰਕੀ, ਕਿ ਅੱਖ ਵੀ ਨਹੀਂ ਫਰਕਣ ਨੂੰ ਮਿਲਦੀ। ਅੱਖ ਫਰਕਣੀ ਨਾ ਮਿਲੇ, ਮੂੰਹ ਵਿੱਚ ਰਹੇ ਗਰਾਹ, ਲੱਖ ਲਾਹਨਤ ਓਏ ਸੁਥਰਿਆ ਜੇ ਦਮਦਾ ਘਰੇ ਵਸਾ। ਅੱਖ ਫਰਕਣੀ ਨਾ ਮਿਲੇ, ਦਮਦਾ ਘਰੇ ਵਸਾ, ਲੱਖ ਲਾਹਨਤ ਓਏ ਸੁਥਰਿਆ ਜੇ ਦਮਦਾ ਘਰੇ ਵਸਾ। ਕਿਉਂਕਿ ਦਮ ਦਾ ਕੋਈ ਭਰੋਸਾ ਨਹੀਂ, ਤੁਹਾਨੂੰ ਅੱਖ ਵੀ ਨਹੀਂ ਫਰਕਣ ਨੂੰ ਮਿਲਦੀ। ਅਤੇ ਗਰਾਹੀ ਹੈ ਨਾ ਜਿਹੜੀ ਬੁਰਕੀ, ਉਹ ਵੀ ਮੂੰਹ 'ਚ ਰਹਿ ਜਾਂਦੀ ਹੈ ਜਦੋਂ ਮੌਤ ਆਉਂਦੀ ਹੈ। ਇਹ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਨੇ, ਜਿਵੇਂ ਗੁਰਮਤ ਦੇ ਵਿੱਚ ਹੈ ਕਿ ਹਮ ਆਦਮੀ ਹੈ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਸੋ ਸੁਥਰੇ ਸ਼ਾਹ ਕੌਣ ਸੀ? ਪੰਜਾਬ ਦਾ ਇਹ ਬੜਾ ਪ੍ਰਸਿੱਧ ਫਕੀਰ ਸੀ ਜੋ ਥੋੜ੍ਹਾ ਹਾਸ ਰਸੀ ਸੀ, ਟਿੱਚਰਬਾਜ਼ ਸੀ, ਅਤੇ ਇਸ ਕਰਕੇ ਇਹਨਾਂ ਦੇ ਮਸ਼ਕਰੀਆਂ ਭਰੇ ਬਚਨ ਵਿਲਾਸ ਲੋਕ ਕਥਾਵਾਂ ਦਾ ਹਿੱਸਾ ਬਣੇ। ਸੁਥਰੇ ਸ਼ਾਹ ਦੇ ਜਨਮ ਤਿਥ ਬਾਰੇ
ਜਿਹੜੀ ਬੜੀ ਸਮੱਗਰੀ ਅਲੱਗ-ਅਲੱਗ ਮਿਲਦੀ ਹੈ, ਪਰ ਉਹਨਾਂ ਬਾਰੇ ਜਿਹੜੀ ਲੋਕ ਧਰਾ ਸਮੱਗਰੀ ਮਿਲਦੀ ਹੈ, ਜਿਸ ਤਰ੍ਹਾਂ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਪੰਨਾ 159 ਤੇ ਲਿਖਿਆ ਕਿ ਸੁਥਰੇ ਸ਼ਾਹ ਦਾ ਜਨਮ 1672 ਦੇ ਵਿੱਚ ਬਾਰਾਮੂਲਾ ਦੇ ਨੇੜੇ ਕਸ਼ਮੀਰ ਦੇ ਵਿੱਚ ਬ੍ਰਹਮਪੁਰ ਪਿੰਡ ਦੇ ਨੰਦੇ ਖੱਤਰੀ ਦੇ ਘਰ ਹੋਇਆ ਸੀ। ਰਵਾਇਤ ਦੇ ਅਨੁਸਾਰ ਸੁਥਰੇ ਦੇ ਜਨਮ ਦੇ ਵਕਤ ਉਹਦੇ ਦੰਦ ਸਨ, ਕਿਉਂਕਿ ਇਹ ਮਾੜਾ ਸਮਝਿਆ ਜਾਂਦਾ ਕਿ ਜੇ ਜੰਮਦੇ ਬੱਚੇ ਦੇ ਮੂੰਹ 'ਚ ਦੰਦ ਨੇ ਕਿ ਇਹ ਫਿਰ ਤੁਹਾਡੇ ਪਰਿਵਾਰ ਵਾਸਤੇ ਘਾਤਕ ਹੈ, ਕੋ ਲੈਣਾ ਹੈ। ਇਹ ਮਿੱਥਾਂ ਨੇ, ਅੰਧ ਵਿਸ਼ਵਾਸ ਨੇ। ਅਤੇ ਮਾਪਿਆਂ ਨੇ ਉਸ ਨੂੰ ਅਪਸ਼ਗਨਾ ਸਮਝ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ, ਅਤੇ ਜਿੱਥੇ ਇੱਕ ਕੁੱਤੀ ਨੇ ਉਸ ਨੂੰ ਆਪਣਾ ਬੱਚਾ ਸਮਝ ਕੇ ਪਾਲਿਆ। ਇਹ ਹੋ ਜਾਂਦਾ ਹੈ, ਇਹ ਮਿੱਥ ਵੀ ਹੈ। ਇਹ ਪਿੱਛੇ ਜੇ ਇੱਥੇ ਯੂਪੀ 'ਚ ਕਿਸੇ ਨੇ ਕੋਈ ਬੱਚੀਆਂ ਸੁੱਟਤੀ ਸੀ ਅਤੇ ਰਾਤ ਨੂੰ 10-12 ਕੁੱਤੇ ਉਸ ਬੱਚੀ ਦੇ ਆਲੇ ਦੁਆਲੇ ਬੈਠੇ ਰਹੇ ਨਿੱਘ ਦੇ ਵਿੱਚ ਉਸ ਨੂੰ ਲੈ ਕੇ। ਅਤੇ ਇਹ ਬੜੀ ਇੰਟਰਸਟਿੰਗ ਖਬਰ ਸੀ। ਇਹ ਨਹੀਂ ਕਿ ਪਾਲਿਆ, ਉਹਨੂੰ ਦੁੱਧ ਪਿਲਾਇਆ, ਇਹ ਤਾਂ ਗੱਲਾਂ ਜੁੜ ਜਾਂਦੀਆਂ ਨੇ, ਕਿਉਂਕਿ 24-36 ਘੰਟੇ ਬੱਚਾ, ਕਈ ਵਾਰੀ 40-50 ਘੰਟੇ ਬੱਚਾ ਵੈਸੇ ਵੀ ਜਿਉਂਦਾ ਰਹਿ ਜਾਂਦਾ ਹੈ, ਕੁਦਰਤ ਦੀ ਬਖਸ਼ਿਸ਼ ਹੈ। ਖੈਰ, ਇੱਦਾਂ ਫਿਰ ਉਹ ਮਿੱਥਾਂ ਜੁੜ ਜਾਂਦੀਆਂ ਨੇ ਕਿ ਕੁੱਤੀ ਨੇ ਉਸ ਨੂੰ ਪਾਲਿਆ ਸੀ। ਜਿਵੇਂ ਪੜਵਾਰ ਗੋਤ 'ਚ ਆਉਂਦਾ ਖੱਤਰੀਆਂ ਦੇ ਕਿ ਇਸੇ ਤਰ੍ਹਾਂ ਇੱਕ ਔਰਤ ਬੱਚਾ ਸੁੱਟ ਗਈ ਸੀ 47 ਦੇ ਵਕਤ, ਹੱਲਿਆਂ ਦੇ ਵਕਤ, ਅਤੇ ਉਦੋਂ ਫਿਰ ਜਿਹੜਾ ਨਾ ਮੁਗਲਾਂ ਦੇ ਹੱਲਿਆਂ ਦੇ ਵਕਤ, ਅਤੇ ਫਿਰ ਉਹ ਕੁੱਤੀ ਨੇ ਉਸ ਬੱਚੇ ਨੂੰ ਪਾਲਿਆ ਸੀ। ਇਸੇ ਕਰਕੇ ਪੜਵਾਰ ਜਾਤੀ ਦੇ ਜਿਹੜੇ ਹਿੰਦੂ ਲੋਕ ਨੇ ਉਹ ਕੁੱਤੀ ਦੀ ਪੂਜਾ ਕਰਦੇ ਨੇ। ਇਹ ਮਿੱਥਾਂ ਨੇ, ਵੈਸੇ ਲੌਜਿਕ ਵੀ ਕਈ ਵਾਰੀ ਹੋ ਸਕਦਾ। ਖੈਰ, ਉਸ ਵਕਤ ਬਾਰਾਮੂਲਾ ਦਾ ਜਿਹੜਾ ਇਲਾਕਾ ਸੀ, ਕਸ਼ਮੀਰ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਇਸ ਬੱਚੇ 'ਤੇ ਪਈ। ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਇਹ ਗੱਲ ਜੁੜੀ ਹੈ ਕਿ ਉਦੋਂ ਮਿੱਟੀ ਘੱਟੇ ਨਾਲ ਲਿਬੜੇ ਇਸ ਬੱਚੇ ਨੂੰ ਜਦੋਂ ਉਹਨਾਂ ਨੇ ਰੋਂਦਿਆਂ ਵੇਖਿਆ, ਅਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਆਖਿਆ ਕਿ ਇਸ ਬੱਚੇ ਨੂੰ ਚੁੱਕੋ। ਅਤੇ ਜਦੋਂ ਕੋਈ ਬੱਚਾ ਇਸ ਨੂੰ ਚੁੱਕਣ ਲਈ ਅੱਗੇ ਵਧਿਆ, ਅਤੇ ਉਹ ਕਹਿਣ ਲੱਗਾ ਸਿੱਖ ਕਿ ਇਹ ਤਾਂ ਜੀ ਬੜਾ ਕੁਥਰਾ ਹੈ, ਮਤਲਬ ਸੁਥਰੇ ਦਾ ਆਪੋਜਿਟ ਹੁੰਦਾ ਕੁਥਰਾ, ਜਿਵੇਂ ਭੈੜਾ। ਤਾਂ ਗੁਰੂ ਸਾਹਿਬ ਨੇ ਆਖਿਆ ਨਹੀਂ ਕੁਥਰਾ ਨਹੀਂ, ਇਹ ਸੁਥਰਾ ਹੈ। ਉਦੋਂ ਇਸ ਬੱਚੇ ਦਾ ਨਾਂ ਸੁਥਰਾ ਪੈ ਗਿਆ। ਅਤੇ ਕਿਉਂਕਿ ਗੁਰੂ ਸਾਹਿਬ ਧਾਰਮਿਕ ਜਿਹੜੀ ਦ੍ਰਿਸ਼ਟੀ ਜਾਂ ਹਰ ਧਾਰਮਿਕ ਬੰਦਾ ਜਦੋਂ ਇਸ ਤਰ੍ਹਾਂ ਕੋਈ ਮਨੁੱਖੀ ਆਤਮਾ ਜਾਂ ਬੱਚਾ ਕੋਈ ਵੀ ਕਿਤੇ ਵੀ ਹੋਵੇ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰਦਾ। ਸੋ ਸੁਥਰੇ ਦੇ ਬਾਰੇ ਹੋਰ ਵੀ ਕਈ ਦੰਦ ਕਥਾਵਾਂ ਨੇ। ਜਿਵੇਂ ਕਹਿੰਦੇ ਔਰੰਗਜ਼ੇਬ ਹਰ ਰੋਜ਼ 1.25 ਮਣ ਜਿਹੜਾ ਜਨੇਊ ਹੈ ਉਹ ਉਤਾਰ ਕੇ ਖਾਣਾ ਖਾਇਆ ਕਰਦਾ ਸੀ। ਜਦੋਂ ਕਿਸੇ ਦੇ ਮੱਥੇ, ਹਿੰਦੂ ਦੇ ਮੱਥੇ ਉੱਤੇ ਟਿੱਕਾ ਲਗਾਇਆ ਹੁੰਦਾ ਸੀ ਜਾਂ ਜੰਜੂ ਪਹਿਨਿਆ ਹੋਇਆ ਸੀ, ਤਾਂ ਮਲਾਣੇ ਉਸ ਦਾ ਟਿੱਕਾ ਜੀਭ ਨਾਲ ਚੱਟ ਲੈਂਦੇ ਸਨ ਅਤੇ ਜੰਜੂ ਨੂੰ ਉਤਾਰ ਕੇ ਖੰਡਿਤ ਕਰ ਦਿੰਦੇ ਸਨ। ਸੁਥਰੇ ਨੇ ਮਲਾਣਿਆਂ ਨੂੰ ਸਬਕ ਸਿਖਾਉਣ ਦੇ ਲਈ ਮੱਥੇ 'ਤੇ ਮਲ ਮੂਤਰ ਦਾ ਟਿੱਕਾ ਲਗਾ ਲਿਆ ਅਤੇ ਗਲ ਦੇ ਵਿੱਚ ਸੂਰ ਦੀ ਨਾੜੀ, ਜਾਣੀ ਕਿ ਸੂਰ ਦੀ ਅੰਦਰ ਦਾ ਜਨੇਊ ਪਾ ਲਿਆ, ਇੱਦਾਂ ਜਿਵੇਂ ਉਹ ਸੂਤ ਦਾ ਹੁੰਦਾ। ਇਹਨਾਂ ਨੇ, ਕਿਉਂਕਿ ਇਸਲਾਮ ਸੂਰ ਦਾ ਨਾਂ ਲੈਣਾ ਵੀ ਜਿਹੜਾ ਹੈਗਾ ਗੁਨਾਹ ਸਮਝਦਾ। ਅਤੇ ਫਿਰ ਸੁਥਰਾ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਮਲਾਣਿਆਂ ਨੂੰ ਟਿਚਰਾਂ ਕਰਨ ਲੱਗਿਆ ਕਿ ਆਓ ਉਸ ਦੇ ਟਿੱਕੇ ਨੂੰ ਚੱਟੋ ਅਤੇ ਜੰਜੂ ਨੂੰ ਉਤਾਰੋ। ਅਤੇ ਜਦੋਂ ਇੱਕ ਮੁੱਲਾ ਨੇ ਸੁਥਰੇ ਦਾ ਟਿੱਕਾ ਚੱਟਿਆ ਤਾਂ ਉਸ ਦੇ ਵਿੱਚੋਂ ਉਸ ਨੂੰ ਗੰਦਗੀ ਦੀ, ਮਨੁੱਖੀ ਗੰਦਗੀ ਦੀ ਬੋ ਆਈ। ਪਰ ਜਦੋਂ ਉਹ ਜੰਜੂ ਤੋੜਨ ਲੱਗਾ ਤਾਂ ਸੂਰ ਦੀ ਆਂਦਰ ਵੇਖ ਕੇ ਭੜਕ ਉੱਠਿਆ। ਉਸਨੇ ਉਸੇ ਵੇਲੇ ਸੁਥਰੇ ਨੂੰ ਬੰਦੀ ਬਣਾ ਲਿਆ ਅਤੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ। ਔਰੰਗਜ਼ੇਬ ਉਦੋਂ ਨਾਸ਼ਤਾ ਕਰ ਰਿਹਾ ਸੀ ਅਤੇ ਸੁਥਰੇ ਦੀ ਪਰਛਾਈ ਪੈਂਦੇ ਸਾਰ ਉਸ ਦੇ ਨਾਸ਼ਤੇ ਦੇ ਵਿੱਚ ਅਨੇਕਾਂ ਕਿਸਮ ਦੇ ਗੰਦੇ ਕਿਰਮ ਕੁਰਬਲ ਕਰਨ ਲੱਗੇ। ਔਰੰਗਜ਼ੇਬ ਕ੍ਰੋਧ ਦੇ ਵਿੱਚ ਆ ਗਿਆ ਅਤੇ ਉਸਨੇ ਆਖਿਆ ਕਿ ਇਸ ਸ਼ਖਸ ਦਾ ਹੁਣੇ ਸਿਰ ਵੱਢ ਦਿਓ, ਇਸ ਦਾ ਨਾਂ ਸੁਣ ਕੇ ਮੈਨੂੰ ਨਾਸ਼ਤਾ ਤੱਕ ਨਹੀਂ ਨਸੀਬ ਹੋਇਆ। ਤਾਂ ਸੁਥਰੇ ਨੇ ਮੁਸਕਰਾਉਂਦਿਆਂ ਆਖਿਆ, ਹਜ਼ੂਰ, ਮੇਰਾ ਨਾਂ ਸੁਣ ਕੇ ਤਾਂ ਤੁਹਾਨੂੰ ਨਾਸ਼ਤਾ ਨਸੀਬ ਨਹੀਂ ਹੋਇਆ, ਪਰ ਤੁਹਾਡੇ ਦਰਸ਼ਨ ਕਰਕੇ ਮੈਨੂੰ ਤਾਂ ਮੌਤ ਨਸੀਬ ਹੋਈ ਹੈ। ਸੋ ਕਲੱਛਣਾ ਤੁਸੀਂ ਹੋ ਜਾਂ ਮੈਂ? ਸੋ ਔਰੰਗਜ਼ੇਬ ਸੁਥਰੇ ਦੀ ਹਾਜ਼ਰ ਜਵਾਬੀ ਤੋਂ ਪ੍ਰਸੰਨ ਹੋਇਆ ਅਤੇ ਉਸਨੇ ਸੁਥਰੇ ਨੂੰ ਮੁਕਤ ਕਰ ਦਿੱਤਾ। ਇੱਕ ਹੋਰ ਲੋਕ ਕਥਾ ਵੀ ਮਿਲਦੀ ਹੈ, ਦੰਦ ਕਥਾ, ਕਿ ਸੁਥਰੇ ਦੇ ਕਰਾਮਾਤੀ ਹੋਣ ਦਾ ਜੋ ਦਮ ਭਰਦੀ ਹੈ ਉਹ ਇਸ ਤਰ੍ਹਾਂ ਹੈ ਕਿ ਇੱਕ ਵਾਰੀ ਸੁਥਰਾ 1.5 ਹੱਥ ਲੰਮੀਆਂ 2 ਜੁੱਤੀਆਂ ਬਣਾ ਕੇ ਦਿੱਲੀ ਗਿਆ ਅਤੇ ਰਾਤ ਨੂੰ ਸੁਥਰਾ ਆਪਣੀ ਇੱਕ ਜੁੱਤੀ ਲੋਟੇ ਸਮੇਤ ਸ਼ਾਹੀ ਮਸਜਿਦ ਦੇ ਵਿੱਚ ਰੱਖ ਆਇਆ ਅਤੇ ਇਸ ਅਨੋਖੀ ਜੁੱਤੀ ਦੇ ਬਾਰੇ ਸਾਰੇ ਸ਼ਹਿਰ 'ਚ ਚਰਚਾ ਫੈਲ ਗਈ ਕਿ ਲੋਕ ਇਸ ਜੁੱਤੀ ਨੂੰ ਕੋਈ ਇਲਾਹੀ ਵਸਤੂ ਸਮਝ ਕੇ ਦੂਰੋਂ ਦਰਸ਼ਨ ਕਰਨ ਦੇ ਲਈ ਆਉਣ ਲੱਗੇ, ਕਿਉਂਕਿ ਅਗਲਾ ਸੋਚਦਾ ਕਿ ਐਡਾ ਵਿਅਕਤੀ ਕੌਣ ਹੋ ਸਕਦਾ ਜਿਹਦੀ 1.5 ਹੱਥ ਲੰਮੀ ਜੁੱਤੀ ਹੋਵੇ। ਅਤੇ ਹਫ਼ਤੇ ਕੁ ਬਾਅਦ ਸੁਥਰਾ ਆਪਣੀ 1.5 ਹੱਥ ਦੀ ਦੂਜੀ ਜੁੱਤੀ ਸੀ ਜਿਹੜੀ ਉਸਨੂੰ ਖੂੰਡੀ 'ਤੇ ਲਟਕਾ ਕੇ ਸ਼ਹਿਰ ਦੀਆਂ ਗਲੀਆਂ 'ਚ ਹੋਕਾ ਦਿੰਦਾ ਹੋਇਆ ਫਿਰਨ ਲੱਗਿਆ ਕਿ ਉਸ ਦੀ ਦੂਜੀ ਜੁੱਤੀ ਕਿਸੇ ਨੇ ਚੁਰਾ ਲਈ। ਇਹ ਮਾਮਲਾ ਗੰਭੀਰ ਹੋ ਗਿਆ। ਗੱਲ ਔਰੰਗਜ਼ੇਬ ਦੇ ਦਰਬਾਰ ਪੁੱਜੀ ਤਾਂ ਔਰੰਗਜ਼ੇਬ ਨੇ ਸੁਥਰੇ ਨੂੰ ਬੁਲਾ ਕੇ ਪੁੱਛਿਆ ਕਿ ਸ਼ਾਹੀ ਮਸਜਿਦ ਵਾਲੀ ਜੁੱਤੀ ਉਸਦੀ ਕਿਵੇਂ ਹੋਈ। ਅਤੇ ਫਿਰ ਔਰੰਗਜ਼ੇਬ ਨੇ ਉਸਨੂੰ ਧਮਕਾਉਂਦਿਆਂ ਆਖਿਆ ਕਿ ਜੇ ਜੁੱਤੀ ਉਸਦੇ ਪੈਰ ਦੇ ਵਿੱਚ ਪੂਰੀ ਨਾ ਆਈ ਤਾਂ ਉਸਨੂੰ ਫਾਹੇ ਲਾ ਦੇਵੇਗਾ।
ਸੁਥਰੇ ਨੇ ਗੁਰੂ ਦਾ ਨਾਂ ਲੈ ਕੇ ਉਹ ਜੁੱਤੀ ਪੈਰ ਦੇ ਵਿੱਚ ਪਾਈ ਤੇ ਉਹ ਪੂਰੀ ਨਿਕਲੀ। ਤੇ ਔਰੰਗਜ਼ੇਬ ਨੇ ਸੁਥਰੇ ਦੇ ਚਿਹਰੇ ਤੇ ਇਲਾਹੀ ਨੂਰ ਵੇਖਿਆ ਤੇ ਆਖਿਆ, ਕੁਝ ਮੰਗ ਲੈ। ਪਰ ਸੁਥਰੇ ਨੇ ਸਮਝਾਇਆ ਕਿ ਉਹ ਹਿੰਦੂਆਂ ਉੱਤੇ ਜ਼ੁਲਮ ਢਾਉਣੇ ਬੰਦ ਕਰ ਦੇਵੇ। ਸੋ ਇੱਕ ਰਵਾਇਤ ਵੀ ਹੈ ਕਿ ਸੁਥਰੇ ਸ਼ਾਹ ਨੇ ਦਿੱਲੀ ਦੇ ਬਾਦਸ਼ਾਹ ਕੋਲੋਂ 1 ਪੈਸਾ ਪ੍ਰਤੀ ਹੱਟੀ ਉਗਰਾਉਣ ਦਾ ਅਧਿਕਾਰ ਪ੍ਰਾਪਤ ਕੀਤਾ ਹੋਇਆ ਸੀ, ਜਾਣੀ ਕਿ ਇੱਕ ਹੱਟੀ ਤੋਂ ਉਹ 1 ਪੈਸਾ ਮੰਗ ਸਕਦਾ ਹੈ, ਪਰ ਹੱਟੀ ਤੋਂ, ਹਰੇਕ ਹੱਟੀ ਤੋਂ। ਸੋ ਔਰੰਗਜ਼ੇਬ ਨੂੰ ਸੁਥਰੇ ਨੇ ਹਰ ਵਿਆਹ ਦੇ ਵਿੱਚ ਪ੍ਰਤੀ ਸੋਨੇ ਦੀ ਮੋਹਰ ਤੇ ਹਰ ਹੱਟੀ ਤੋਂ 100 ਰੁਪਏ ਉਗਰਾਉਣ ਦਾ ਹੱਕ ਦਿੱਤਾ ਸੀ, ਪਰ ਸੁਥਰੇ ਨੇ ਹਰ ਵਿਆਹ ਦੇ ਉੱਤੇ 100 ਰੁਪਈਆ ਤੇ ਫੀ ਹੱਟੀ 1 ਪੈਸਾ ਲੈਣਾ ਕਬੂਲ ਕੀਤਾ। ਉਦੋਂ ਸੁਥਰੇ ਸ਼ਾਹੀ ਫਕੀਰ ਜਿਸ ਹੱਟੀ ਦੇ ਅੱਗੇ ਖੜ੍ਹੇ ਹੁੰਦੇ ਤੇ ਉੱਥੋਂ 1 ਪੈਸਾ ਭੇਟ ਲੈ ਕੇ ਹੀ ਅੱਗੇ ਤੁਰਦੇ। ਰਵਾਇਤ ਇਹ ਵੀ ਹੈ ਕਿ ਸੁਥਰੇ ਸ਼ਾਹ ਨੇ ਦਿੱਲੀ ਦੇ ਬੇਨਵਾ ਫਕੀਰ ਦੇ ਨਾਲ ਚਰਚਾ ਕੀਤੀ ਤੇ ਉਸ ਨੂੰ ਹਰਾ ਕੇ ਉਸ ਤੋਂ ਸੇਲੀ ਟੋਪੀ ਖੋਹ ਲਈ। ਤੇ ਉਦੋਂ ਤੋਂ ਕੋਈ ਬੇਨਵਾ ਫਕੀਰ ਵੀ ਸੁਥਰੇ ਦੇ ਜਿਹੜੇ ਨੇ ਮੁਰੀਦ ਬਣ ਗਏ ਤੇ ਇਹਨਾਂ ਬੇਨਵਿਆਂ ਵਾਂਗ ਬੋਲ ਕਬੋਲ ਬੋਲਣ ਤੇ ਹੱਟੀਆਂ ਅੱਗੇ ਧਰਨਾ ਮਾਰ ਕੇ ਮੰਗਣ ਵਾਲੇ ਦੀ ਵਾਦੀ ਉਹਨਾਂ ਦੇ ਵਿੱਚੋਂ ਨਾ ਗਈ। ਜਾਣੀ ਕਿ ਇਹ ਮਤਲਬ ਸੀ ਜਿਹੜਾ ਕਿ ਇਹ ਸੇਲੀ ਟੋਪੀ ਹੁੰਦੀ ਹੈ ਕਿ ਉਸ ਵਕਤ ਜਿਸ ਤਰ੍ਹਾਂ ਗੁਰੂ ਸਾਹਿਬ ਬਾਰੇ ਵੀ ਇਹ ਜੁੜਿਆ ਕਿ 5ਵੀਂ ਪਾਤਸ਼ਾਹੀ ਤੱਕ ਸੇਲੀ ਟੋਪੀ ਪਹਿਨੀ ਜਾਂਦੀ ਸੀਗੀ। ਇਹਦੇ ਬਾਰੇ ਕਦੇ ਅੱਗੇ ਸੰਖੇਪ 'ਚ ਜ਼ਿਕਰ ਕਰਾਂਗੇ। ਸੋ ਇਸ ਕਰਕੇ ਉਹ ਬੇਨਾਮੇ ਫਕੀਰ ਨੂੰ ਹਰਾ ਕੇ, ਕਿਉਂਕਿ ਬੇਨਾਮੇ ਸੀ ਜਿਹੜੇ ਉਹ ਵੀ ਬੋਲ ਕਬੋਲ ਬੋਲਦੇ ਸੀ, ਜਾਣੀ ਜਲੀਲ ਕਰਦੇ ਸੀ ਮੰਗਣ ਲੱਗਿਆਂ। ਅਤੇ ਸੁਥਰਿਆਂ ਦੇ ਵਿੱਚ ਵੀ ਉਹ ਫਿਤਰਤ ਨਾ ਗਈ, ਜਿਹੜਾ ਪੈਸੇ ਨਹੀਂ ਸੀ ਦਿੰਦਾ ਉਸ ਨੂੰ ਅਪਸ਼ਬਦ ਬੋਲਦੇ ਸਨ, ਜਲੀਲ ਕਰਦੇ ਸਨ। ਅਤੇ ਪੰਜਾਬੀ ਦੇ ਵਿੱਚ ਸੁਥਰੇ ਦੇ ਕੁਝ ਬਚਨ ਵੀ ਮਿਲਦੇ ਨੇ ਜਿਹੜੇ ਬੜੇ ਖੁੱਲ੍ਹੇ ਡੁੱਲੇ ਮਜ਼ਾਹ ਨੇ, ਪਰ ਇਹਨਾਂ ਦੇ ਵਿੱਚੋਂ ਕੁਝ ਸੱਚਾਈਆਂ ਵੀ ਕਿਤੇ ਕਿਤੇ ਹੁੰਦੀਆਂ ਨੇ। ਜਿਵੇਂ ਸੁਥਰਾ ਸ਼ਾਹੀ ਗ੍ਰਹਿਸਥੀ ਨਹੀਂ ਸੀ ਇਹ ਲੋਕ, ਸੋ ਇਹ ਕਹਿੰਦੇ ਸੀ ਕਿ ਧੀਆਂ ਧਾੜ ਅਤੇ ਪੁੱਤਰ ਫਾਹ ਰੰਨ ਦੁੱਖਾਂ ਦਾ ਖੂਹ, ਇਸ ਕਹਾਣੀ ਤੋਂ ਸੁਥਰਿਆ ਕੋਈ ਹਰਜਨ ਕੱਢੇ ਸੂ। ਜਾਣੀ ਕਿ ਧੀਆਂ ਨੇ ਜਿਹੜੀਆਂ ਉਹ ਧਾੜਾਂ ਨੇ ਅਤੇ ਪੁੱਤਰ ਨੇ ਜਿਹੜੇ ਉਹ ਫਾਹਾ ਆ, ਰੰਨ ਦੁੱਖਾਂ ਦਾ ਖੂਹ ਹੈ। ਜਾਣੀ ਇਸ ਕਹਾਣੀ ਤੋਂ ਕੋਈ ਹਰੀ ਦਾ ਜਨ ਹੀ, ਰੱਬ ਦਾ ਬੰਦਾ ਹੀ ਬੰਦੇ ਨੂੰ ਬਾਹਰ ਕੱਢੂ। ਕਿਉਂਕਿ ਇੱਕ ਸਾਡੇ ਮਿੱਥਾਂ ਹੋ ਗਈਆਂ ਕਿ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ, ਸੋ ਧੀਆਂ ਧਾੜਾਂ ਨੇ, ਪੁੱਤਰ ਫਾਹ ਨੇ। ਇਹ ਕਈ ਜਿਹੜੇ ਧਾਰਮਿਕ ਬਿਰਤੀ ਦੇ ਲੋਕ ਨੇ ਉਹ ਮਤਲਬ ਗ੍ਰਹਿਸਥ ਤੋਂ ਜਿਹੜੇ ਜਿਵੇਂ ਕਈ ਬਹਿੰਗਮ ਨੇ ਜਾਂ ਜਿਹੜੇ ਵਿਆਹ ਨਹੀਂ ਕਰਾਉਂਦੇ ਵੱਖ-ਵੱਖ ਧਰਮਾਂ 'ਚ ਲੋਕ, ਉਹ ਇਸ ਕਰਕੇ ਔਲਾਦ ਨੂੰ, ਔਰਤ ਨੂੰ ਤਾਂ ਖਾਸ ਕਰਕੇ ਬਹੁਤ ਭੰਡਦੇ ਔਰਤ ਨੂੰ। ਜਿਵੇਂ ਨਾਥ ਜੋਗੀਆਂ 'ਚ ਵੀ ਔਰਤ ਨੂੰ ਕੁਲਹਿਣੀ ਕਿਹਾ ਗਿਆ, ਜਾਂ ਤੁਲਸੀਦਾਸ ਨੇ ਵੀ ਆਖਿਆ ਕਿ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਧਾੜਨ ਕੇ ਅਧਿਕਾਰੀ। ਉਹ ਜਿਹੜੀ ਪੁਰਾਣੀ ਹਿੰਦੂ ਤਵੀ ਜਾਂ ਬ੍ਰਾਹਮਣੀ ਸਨਾਤਨੀ ਮਿੱਥ ਆਉਂਦੀ ਸੀ ਔਰਤ ਬਾਰੇ, ਉਹੀ ਸਿੱਖਾਂ ਦੇ ਵਿੱਚ ਵੀ ਬਹੁਤ ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ 'ਚ ਆ ਗਈ ਹੈ। ਉਹ ਵੀ ਲੋਕ ਵਿਆਹ ਨਹੀਂ ਕਰਾਉਂਦੇ ਉਹਨਾਂ ਸੰਸਥਾਵਾਂ ਦੇ ਮੁਖੀ, ਕਹਿਣ ਨੂੰ ਭਾਵੇਂ ਉਹ ਸਿੱਖੀ ਦੇ ਪੈਰੋਕਾਰ ਕਹਾਉਂਦੇ ਨੇ, ਅਤੇ ਪਰ ਉਹ ਫਿਰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਵੀ ਔਰਤ ਨੂੰ ਬਰਦਾਸ਼ਤ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਕਮਜ਼ੋਰੀ ਕਿਤੇ ਔਰਤ ਕਰਕੇ ਅਸੀਂ ਆਪਣਾ ਧਰਮ ਨਾ ਭ੍ਰਿਸ਼ਟ। ਹਾਲਾਂਕਿ ਗੁਰੂ ਸਾਹਿਬ ਦਾ ਤਾਂ ਵਾਕ ਹੈ ਕਿ ਪਰ ਨਾਰੀ ਧੀ ਭੈਣ ਮਾਂ ਭੈਣ ਜਾਣਨੀ ਚਾਹੀਦੀ ਹੈ। ਇੱਕੋ ਨਾਰੀ ਤੁਹਾਡੀ ਗ੍ਰਹਿਸਥੀ ਹੋ ਸਕਦੀ ਹੈ ਅਤੇ ਗ੍ਰਹਿਸਥ ਨੂੰ ਗੁਰੂ ਸਾਹਿਬ ਨੇ ਤਵੱਜੋ ਦਿੱਤੀ ਹੈ। ਪਰ ਇਹਨਾਂ ਲੋਕਾਂ 'ਤੇ ਵੀ ਜਿਹੜਾ ਇਸ ਤਰ੍ਹਾਂ ਦੇ ਪੁਰਾਣੇ ਹਿੰਦੂ ਤਵੀ ਬ੍ਰਾਹਮਣਵਾਦੀ ਮਨੂਵਾਦੀ ਕਹਿ ਲਈਏ ਜਾਂ ਉਹ ਤੁਲਸੀ ਨਵਾਂ ਵਾਕਾਂ ਦਾ ਬਹੁਤਾ ਜਿਹੜਾ ਅਸਰ ਹੈ। ਅਤੇ ਇਸੇ ਦੌਰਾਨ ਇੱਕ ਹੋਰ ਸੀ ਕਿ ਘਰ ਦੀ ਧਾੜ ਵਧਾਇਓ ਅਤੇ ਨਾਂ ਰਖਾਇਓ ਜੰਝ, ਜਿਉਂ ਜਿਉਂ ਝੱਗਾ ਲੁੱਟਿਓ ਤਿਉਂ ਤਿਉਂ ਕਹੀਏ ਧੰਨ। ਘਰ ਦੀ ਧਾੜ ਵਧਾਇਓ ਅਤੇ ਨਾਂ ਰਖਾਈਏ ਜਨ, ਜਿਉਂ ਜਿਉਂ ਝੱਗਾ ਲੁੱਟਿਓ ਅਤੇ ਤਿਉਂ ਤਿਉਂ ਕਹੀਏ ਧੰਨ। ਜਿਵੇਂ ਰੰਨ ਕਾਠ ਅਤੇ ਪੁੱਤਰ ਕਿੱਲੀ, ਦੱਬ ਕੇ ਠੋਕੋ ਸੁਥਰਿਆ ਅਤੇ ਕਦੇ ਨਾ ਹੋਵੇ ਢਿੱਲੀ। ਰੰਨ ਕਾਠ ਅਤੇ ਪੁੱਤਰ ਕਿੱਲੀ, ਜਾਣੀ ਕਿ ਇਹਨਾਂ ਨੂੰ ਠੋਕ ਕੇ ਰੱਖੋ, ਦੱਬ ਕੇ ਠੋਕੋ ਸੁਥਰਿਆ ਅਤੇ ਕਦੇ ਨਾ ਹੋਵੇ ਢਿੱਲੀ, ਜਾਣੀ ਕਿ ਇਹਨਾਂ 'ਤੇ ਬਹੁਤ ਸਖਤੀ ਚਾਹੀਦੀ ਹੈ। ਸੋ ਸੁਥਰੇ ਸ਼ਾਹ ਦਾ ਚਲਾਇਆ ਹੋਇਆ ਇੱਕ ਪੰਥ, ਜਿਸ ਨੂੰ ਸੁਥਰਾ ਸ਼ਾਹ ਗੁਰੂ ਹਰਗੋਬਿੰਦ ਸਿੰਘ ਦਾ ਸਿਦਕੀ ਸਿੱਖ ਮੰਨਿਆ ਜਾਂਦਾ ਅਤੇ ਗੁਰੂ ਜੀ ਦੇ ਆਦੇਸ਼ 'ਤੇ ਹੀ ਉਹ ਦੱਖਣ ਪੱਛਮ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਵੀ ਗਿਆ। ਇਹ ਥੋੜ੍ਹੇ ਜਿਹੇ ਵਖਰੇਵੇਂ ਨੇ ਕਿ ਇਹ ਸੁਥਰਾ ਉਹੀ ਸੀ ਔਰੰਗਜ਼ੇਬ ਵਾਲਾ ਜਾਂ ਇਹ ਹੋਰ ਸੀਗਾ। ਅਤੇ ਹਾਲਾਂਕਿ ਟਾਈਮ ਪੀਰੀਅਡ ਦੇ ਵਿੱਚ ਕਿਤੇ ਨਾ ਕਿਤੇ ਫਰਕ ਵੀ ਆਉਂਦਾ ਹੈ ਨਾ। ਅਤੇ ਸੁਥਰੇ ਸ਼ਾਹ ਦਾ ਚਲਾਇਆ ਹੋਇਆ ਪੰਥ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਦਾ ਸਿਦਕੀ ਸਿੱਖ ਸੀ, ਅਤੇ ਗੁਰੂ ਜੀ ਦੇ ਆਦੇਸ਼ 'ਤੇ ਉਹ ਦੱਖਣ ਪੱਛਮੀ ਪੰਜਾਬ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਗਿਆ। ਸੁਥਰੇ ਦਾ ਚਲਾਇਆ ਹੋਇਆ ਪੰਥ ਸਿੱਖੀ ਨਿਯਮਾਂ 'ਤੇ ਪੂਰੀ ਤਰ੍ਹਾਂ ਪਾਲਣ ਕਰਨ ਕਰਕੇ ਸਿੱਖੀ ਦੀ ਹੀ ਇੱਕ ਸ਼ਾਖ ਮੰਨਿਆ ਜਾਂਦਾ ਸੀ। ਪਰ ਸਮਾਂ ਬੀਤਣ ਦੇ ਨਾਲ ਜਿਹੜੇ ਸੁਥਰੇ ਸ਼ਾਹੀ ਫਕੀਰ ਸੀ ਇਹ ਆਤਮਿਕ ਅਤੇ ਸਦਾਚਾਰਕ ਤੌਰ 'ਤੇ ਨੀਵੇਂ ਆਉਂਦੇ ਗਏ, ਜਿਸ ਕਰਕੇ ਇਹ ਫਕੀਰ ਸੀ ਜਿਹੜੇ ਸੁਥਰੇ ਸ਼ਾਹ ਇਹ ਸਿੱਖੀ ਤੋਂ ਦੂਰ ਹੁੰਦੇ ਗਏ।
ਅੰਗਰੇਜ਼ ਹਿਸਟੋਰੀਅਨ ਜਿਹੜਾ ਇਬਸਟਨ ਇਸ ਬਾਰੇ ਜਾਣਕਾਰੀ ਦਿੰਦਾ ਲਿਖਦਾ ਕਿ ਸੁਥਰਾ ਸ਼ਾਹੀ ਸੰਪਰਦਾ ਸੀ। ਇਸ ਦਾ ਮੁੱਢ ਦੇ ਵਿੱਚ ਸੁੱਚਾ ਨਾਂ ਦਾ ਇੱਕ ਬ੍ਰਾਹਮਣ ਨੇ ਗੁਰੂ ਹਰ ਰਾਏ ਦੀ ਪ੍ਰੇਰਨਾ ਦੇ ਨਾਲ ਇਸ ਦਾ ਮੁੱਢ ਬੰਨਿਆ ਸੀ। ਪਰ ਸੁੱਚਾ ਸ਼ਾਹ ਸੁਥਰੇ ਦੀ ਹੀ ਉਪਾਧੀ ਮੰਨੀ ਜਾਂਦੀ ਸੀ। ਸੁਥਰੇ ਦੀ ਧਰਮ ਦੇ ਵਿੱਚ ਲਗਨ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਵਾਰੀ ਆਖਿਆ ਸੀ ਕਿ ਇਹ ਸੁਥਰਾ ਨਹੀਂ ਹੈ, ਸੁੱਚਾ ਵੀ ਹੈ। ਸੁਥਰਾ ਸ਼ਾਹ ਫਕੀਰ ਹਿੰਦੂਆਂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਵਿੱਚ ਇਹ ਮਿਲਦੇ ਨੇ। ਹੁਣ ਇਹਦੇ 'ਚ ਤੁਸੀਂ ਵੇਖੋ ਕਿ ਇਹ ਸੁਥਰੇ ਨੇ, ਇਹ ਹਿੰਦੂ ਵੀ ਨੇ ਅਤੇ ਮੁਸਲਮਾਨ ਵੀ ਨੇ। ਅਤੇ ਦੇਸ਼ ਦੀ ਵੰਡ ਤੋਂ ਪਹਿਲਾਂ ਵੱਡੇ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਹ ਡੰਡਾ ਵਜਾ ਕੇ ਦੁਕਾਨਾਂ ਤੋਂ ਆਮ ਪੈਸਾ ਕਰਾਉਂਦੇ ਸਨ, ਡੰਡੇ ਨਾਲ ਡੰਡਾ ਠਕੋਰਦੇ ਸਨ। ਅਤੇ ਰਵਾਇਤ ਸੀ ਕਿ ਔਰੰਗਜ਼ੇਬ ਨੇ ਸੁਥਰੇ ਦੇ ਆਚਰਣ ਉੱਤੇ ਵਿਨੋਦੀ ਸੁਭਾਅ 'ਤੇ ਪਰੇਸ਼ਾਨ ਹੋ ਕੇ ਇਹਨਾਂ ਨੂੰ ਇੱਕ ਹੱਟੀ ਪ੍ਰਤੀ ਪੈਸਾ ਅਗਰਾਉਣ ਦੀ ਆਗਿਆ ਦਿੱਤੀ ਹੈ। ਉਸੇ ਕਰਕੇ ਇਹ ਪੈਸਾ ਡੰਡੇ ਨਾਲ ਅਗਰਾਉਣਾ ਆਪਣਾ ਅਧਿਕਾਰ ਸਮਝਦੇ ਨੇ। ਅਗਲਾ ਭਾਵੇਂ ਔਖਾ ਹੋ ਕੇ ਦੇਵੇ, ਦੁਕਾਨਦਾਰ ਨੇ ਭਾਵੇਂ ਕਮਾਇਆ ਹੋਵੇ ਜਾਂ ਨਹੀਂ, ਪਰ ਇਹਨਾਂ ਨੂੰ ਇੱਕ ਪੈਸਾ, ਮਤਲਬ ਇਹ ਜਿਵੇਂ ਕਈ ਜਿਸ ਤਰ੍ਹਾਂ ਕਈ ਖੁਸਰੇ ਭਾਈਚਾਰੇ ਦੇ ਲੋਕ ਨੇ, ਪੀੜਤ ਨੇ ਵੈਸੇ ਤਾਂ ਚਲੋ ਸੁਸਾਇਟੀ ਪੱਖੋਂ ਜਾਂ ਫਿਜ਼ੀਕਲੀ, ਉਹ ਵੀ ਤੁਸੀਂ ਵੇਖੋ ਕਿ ਜਦੋਂ ਵਿਆਹ ਹੁੰਦਾ ਉਹ ਵੀ ਕਹਿਣਗੇ 51,000 ਚਾਹੀਦਾ, ਜਾਣੀ ਜਬਰੀ ਮੰਗਣਾ। ਕਿਉਂਕਿ ਕੁਛ ਲੋਕ ਨੇ ਉਹ ਜਬਰੀ ਮੰਗਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਡਾ ਇਹ ਜਨਮ ਸਿੱਧ ਅਧਿਕਾਰ ਹੈ। ਹਾਲਾਂਕਿ ਧਰਮ ਇਸ ਦੀ ਆਗਿਆ ਨਹੀਂ ਦਿੰਦਾ। ਧਰਮ ਕਹਿੰਦਾ ਤੁਸੀਂ ਲੋੜਵੰਦ ਤੋਂ ਕੋਈ ਵੀ ਚੀਜ਼ ਜਬਰੀ ਕਿਉਂ ਲਓ। ਉਹਦੀ ਇੰਨੀ ਹੈਸੀਅਤ ਹੈਗੀ ਹੈ ਕਿਉਂਕਿ ਦਾਨ ਆਪਣੀ ਇੱਛਾ ਦੇ ਮੁਤਾਬਕ ਦਿੱਤਾ ਜਾਣਾ ਚਾਹੀਦਾ, ਕਿ ਦਾਨ ਕਰਨ ਦੀ ਉਹਦੀ ਸਮਰੱਥਾ ਹੈਗੀ ਹੈ ਕਿ ਨਹੀਂ ਹੈਗੀ, ਇਹ ਵੇਖਣਾ ਚਾਹੀਦਾ। ਪਰ ਇਹ ਲੋਕ ਉੱਥੇ ਕਈ ਵਾਰੀ ਜ਼ਿਆਦਤੀ ਕਰਦੇ ਨੇ, ਆਪਣੀ ਜ਼ੋਰ ਅਜ਼ਮਾਇਸ਼ ਕਰਦੇ ਨੇ। ਸੁਥਰੇ ਸ਼ਾਹੀ ਫਕੀਰ ਸਾਰੀ ਉਮਰ ਬ੍ਰਹਮਚਾਰੀ ਰਹਿੰਦੇ ਨੇ, ਜਾਣੀ ਕਿ ਵਿਆਹ ਨਹੀਂ ਕਰਾਉਂਦੇ, ਅਤੇ ਆਪਣੇ ਗਲ ਦੇ ਵਿੱਚ ਸੇਲੀ ਅਤੇ ਸਿਰ 'ਤੇ ਟੋਪੀ ਪਹਿਨਦੇ ਨੇ, ਜੋ ਸੁਥਰੇ ਸ਼ਾਹ ਨੇ ਦਿੱਲੀ ਦੇ ਬੇਨਵਾ ਫਕੀਰ ਤੋਂ ਇੱਕ ਚਰਚਾ ਦੇ ਵਿੱਚ ਜਿੱਤ ਕੇ ਪ੍ਰਾਪਤ ਕੀਤੀ ਸੀ। ਇਹ ਸੇਲੀ ਅਤੇ ਟੋਪੀ ਦੋਵੇਂ ਚੀਜ਼ਾਂ ਉਸਨੇ ਹਾਸਲ ਕੀਤੀਆਂ ਸੀ। ਸੋ ਇਸ ਕਰਕੇ ਸੁਥਰੇ ਸ਼ਾਹ ਫਕੀਰ ਹੱਥਾਂ ਦੇ ਵਿੱਚ 2 ਡੰਡੇ ਧਾਰਨ ਕਰਦੇ ਨੇ। ਇੱਕ ਤਾਂ ਇਹਨਾਂ ਦੇ ਬਾਰੇ ਧਾਰਨਾ ਕਿ ਇੱਕ ਡੰਡਾ ਹਰਗੋਬਿੰਦ ਸਾਹਿਬ ਨੇ ਸੁਥਰੇ ਨੂੰ ਬਖਸ਼ਿਆ ਸੀ, ਅਤੇ ਦੂਜਾ ਦੁਰਗਾ ਦੇਵੀ ਨੇ ਉਹਨਾਂ ਨੂੰ ਬਖਸ਼ਿਆ ਸੀ। ਸੋ ਹੁਣ ਹਾਲਾਂਕਿ ਜੇ ਮਿਲਾਨ ਵੇਖਿਆ ਜਾਵੇ, ਦੁਰਗਾ ਦੇਵੀ ਦਾ ਇਤਿਹਾਸਕ ਪੱਖ ਤਾਂ ਨਹੀਂ ਹੈ, ਮਿਥਿਹਾਸ ਤਾਂ ਵੀ ਉਹ ਦੁਰਗਾ ਦੇਵੀ ਕਦੋਂ ਆਉਂਦੇ ਆ, ਹੈ ਨਾ। ਅਤੇ ਗੁਰੂ ਹਰਗੋਬਿੰਦ ਸਾਹਿਬ ਤਾਂ ਚਲੋ ਹਿਸਟਰੀ ਹੈ ਕਿ ਉਹ ਦੁਨੀਆ 'ਤੇ ਸੰਸਾਰ 'ਤੇ ਆਏ ਨੇ, ਪਰ ਦੁਰਗਾ ਦੇਵੀ ਦਾ ਸੰਬੰਧ ਤਾਂ ਮਤਲਬ ਇਤਿਹਾਸਕ ਪੱਖ ਤਾਂ ਨਹੀਂ ਹੈ, ਕੋਈ ਦੀ ਤਰੀਖ ਤਾਂ ਨਹੀਂ, ਕੋਈ ਪੀਰੀਅਡ ਜਾਂ ਸਮਾਂ ਤਾਂ ਨਹੀਂ ਹੈ, ਅਤੇ ਫਿਰ ਉਹ ਡੰਡਾ ਕਿੱਦਾਂ ਧਾਰਨ ਹੋਇਆ। ਸੋ ਇੱਦਾਂ ਬਹੁਤ ਸਾਰੀਆਂ ਮਿੱਥਾਂ ਧਰਮ ਦੇ ਵਿੱਚ ਹੁੰਦੀਆਂ ਨੇ। ਸੋ ਨਾਭੇ ਇਲਾਕੇ ਦੇ ਵਿੱਚ ਪ੍ਰਚਲਿਤ ਕਥਾ ਦੇ ਅਨੁਸਾਰ ਹੈ ਕਿ ਸੁਥਰੇ ਨੇ 12 ਸਾਲ ਦੁਰਗਾ ਦੇਵੀ ਦੀ ਪੂਜਾ ਕੀਤੀ ਸੀ, ਅਤੇ ਦੁਰਗਾ ਨੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਛੋਟਾ ਜਿਹਾ ਕਾਲਾ ਡੰਡਾ ਬਖਸ਼ਿਆ ਸੀ, ਜਿਸ ਦੇ ਫਲ ਸਰੂਪ ਜਿਹੜੇ ਸੁਥਰੇ ਸ਼ਾਹੀ ਫਕੀਰ ਨੇ ਆਪਣੇ ਕੋਲ 2 ਡੰਡੇ ਰੱਖਦੇ ਨੇ। ਇੱਕ ਛੋਟਾ ਜੋ ਦੁਰਗਾ ਦੀ ਬਖਸ਼ਿਸ਼ ਦੇ ਨਾਲ ਹੈ, ਅਤੇ ਦੂਸਰਾ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਬਖਸ਼ਿਆ ਸੀਗਾ। ਸੋ ਮੁਸਲਮਾਨ ਫਕੀਰ ਜਿਹੜੇ ਸੁਥਰੇ ਨੇ ਉਹ ਦੁਰਗਾ ਨੂੰ ਨਹੀਂ ਮੰਨਦੇ, ਇਸੇ ਲਈ ਉਹ ਗੁਰੂ ਦਾ ਨਾਂ ਹੀ ਇੱਕੋ ਡੰਡਾ ਉਹ ਧਾਰਨ ਕਰਦੇ ਨੇ, ਜਿਸ ਨੂੰ ਉਹ ਲੋਕ ਬਾਹਾਂ ਦੇ ਵਿੱਚ ਪਹਿਨੀਆਂ ਲੋਹੇ ਦੀਆਂ ਚੂੜੀਆਂ ਨਾਲ ਟਕਰਾ ਕੇ ਧੁਨੀ ਕੱਢਦੇ ਨੇ। ਵੀ ਉਹ ਜਗਤ ਸਿੰਘ ਜੱਗਾ ਸੀ ਨਾ, ਜਿਸ ਤਰ੍ਹਾਂ ਆਪਣੇ ਵੱਡੇ ਵੱਡੇ ਲੋਹੇ ਦੇ ਕੜੇ ਬਾਂਹ 'ਚ ਪਾ ਕੇ ਉਹ ਡੰਡਾ ਤੁਸੀਂ ਵਜਾਉਂਦੇ ਹੋ। ਸੋ ਇਸ ਤਰ੍ਹਾਂ ਇਹ ਲੋਕ ਵਜਾਉਂਦੇ ਰਹੇ ਨੇ ਸੁਥਰੇ ਸ਼ਾਹੀ, ਅਤੇ ਇਹਨਾਂ ਦੇ ਬਾਹਾਂ ਦੇ ਵਿੱਚ ਲੋਹੇ ਦੀਆਂ ਲਾਲ ਚੂੜੀਆਂ ਦੇ ਨਾਲ ਟਕਰਾ ਕੇ ਧੁਨੀ ਕੱਢਦੇ ਨੇ। ਅਤੇ ਕਈ ਵਾਰ ਇਹ ਸੁਥਰਾ ਸ਼ਾਹੀ ਫਕੀਰ ਜੋ ਦੁਰਗਾ ਦੇ ਭਗਤ ਨੇ, ਨਰਾਤਿਆਂ ਦੇ ਦਿਨਾਂ ਦੇ ਵਿੱਚ ਜਿਹੜਾ ਦੁਰਗਾ ਦੇਵੀ ਦੀ ਕੜਾਹੀ ਵੀ ਭੇਟ ਕਰਦੇ ਨੇ। ਅੰਗਰੇਜ਼ ਰਾਜ ਦੇ ਵਕਤ ਸੁਥਰੇ ਸ਼ਾਹੀ ਫਕੀਰ ਜੂਏਬਾਜੀ, ਨਸ਼ਈ, ਵਿਸ਼ਈ ਅਤੇ ਕੁਝ ਫਿਰਤੂ ਸੁਭਾਅ ਦੇ ਹੋ ਜਾਣ ਕਰਕੇ ਆਪਣੀ ਜਿਹੜੀ ਸੀ ਹੁਰਮਤ ਗਵਾ ਬੈਠੇ ਸਨ। ਇਸ ਲਈ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਕਿ ਹੁਣ ਬਹੁਤ ਸਾਰੇ ਸੁਥਰੇ ਸਿੱਖ ਧਰਮ ਦੇ ਨਿਯਮਾਂ ਨੂੰ ਭੁਲਾ ਬੈਠੇ ਨੇ, ਡੰਡੇ ਵਜਾ ਕੇ ਹੱਟੀਆਂ ਤੋਂ ਮੰਗਦੇ ਨੇ, ਅਤੇ ਕਦੇ ਬੇਨਵਿਆਂ ਦੀ ਤਰ੍ਹਾਂ ਦੁਰਵਚਨ ਵੀ ਬੋਲਦੇ ਨੇ, ਕਦੇ ਮੂੰਹ ਕਾਲਾ ਕਰਕੇ ਧਰਨਾ ਮਾਰ ਕੇ ਬੈਠਦੇ ਨੇ। ਇਹ ਪੰਨਾ ਨੰਬਰ 159 'ਤੇ ਲਿਖਿਆ ਭਾਈ ਕਾਨ ਸਿੰਘ ਨਾਭਾ ਨੇ। ਕਈ ਸੁਥਰੇ ਤਾਂ ਪੈਸਾ ਨਾ ਮਿਲਣ 'ਤੇ ਆਪਣੇ ਕੱਪੜੇ ਫਾੜ ਕੇ ਨੰਗੇ ਹੋ ਕੇ ਵੀ ਖੜੇ ਹੋ ਜਾਂਦੇ ਨੇ। ਸੋ ਇਹ ਧਰਮ ਨਹੀਂ ਹੈ, ਇਹ ਤਾਂ ਤੁਸੀਂ ਉਹੀ ਜ਼ੋਰ ਜ਼ਬਰਦਸਤੀ ਹੋ ਗਿਆ ਨਾ, ਮਵਾਲੀਪਣਾ। ਅਤੇ ਇਹ ਗੱਲਾਂ ਭਾਈ ਕਾਨ ਸਿੰਘ ਨਾਭਾ ਨੇ ਵੀ ਕੋਟ ਕੀਤੀਆਂ ਨੇ ਕਿ ਇਹ ਉਦੋਂ ਅੰਗਰੇਜ਼ ਰਾਜ ਦੇ ਵਕਤ, ਰਿਆਸਤਾਂ ਦੇ ਵਕਤ ਇਹ ਇੱਦਾਂ ਵੀ ਜ਼ਬਰਦਸਤੀ ਮੰਗਦੇ ਰਹੇ ਨੇ। ਸੋ ਦੇਸ਼ ਦੀ ਵੰਡ ਤੋਂ ਪਹਿਲਾਂ ਸੁਥਰੇ ਸ਼ਾਹੀ ਫਕੀਰਾਂ ਦੇ ਡੇਰੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਸੀ। ਇਹਨਾਂ ਡੇਰਿਆਂ ਦੇ ਵਿੱਚ ਸਵਰਗਵਾਸੀ ਮਹੰਤਾਂ ਦੀਆਂ ਸਮਾਧਾਂ ਬਣੀਆਂ ਹੁੰਦੀਆਂ ਸੀ, ਹੋਰ ਕੁਝ ਨਹੀਂ ਸੀ ਹੁੰਦਾ ਇਹਨਾਂ ਦਾ ਧਾਰਮਿਕ ਉੱਥੇ, ਮਤਲਬ ਦੇਵੀ ਦੀ ਪੂਜਾ ਜਾਂ ਕੁਛ ਨਹੀਂ ਸੀ ਹੁੰਦਾ, ਮੂਰਤੀ ਵਗੈਰਾ। ਅਤੇ ਇਹ ਸ਼ਰਧਾਲੂ ਜਿਹੜੇ ਨੇ ਸੀ ਉਹ ਪੁਰਾਣੇ ਪਹਿਲੇ ਹੋਏ ਸੁਥਰੇ ਫਕੀਰਾਂ ਦੀਆਂ ਸਮਾਧੀਆਂ ਨੂੰ ਧੂਪ ਦਿੰਦੇ, ਪਰਿਕਰਮਾ ਕਰਦੇ, ਅਤੇ ਉਹਨਾਂ ਸਮਾਧਾਂ ਨੂੰ ਹੀ ਇਹ ਪੂਜਦੇ ਸੀ। ਹਾਲਾਂਕਿ ਸਿੱਖੀ ਦੇ ਵਿੱਚ ਇਹ ਚੀਜ਼ ਨੂੰ ਅਲਾਓ ਨਹੀਂ ਕੀਤਾ ਗਿਆ, ਸਮਾਧਾਂ ਜਾਂ ਇਹ ਕਬਰਾਂ ਪੂਜਣ ਨੂੰ। ਸੋ ਸੁਥਰੇ ਸ਼ਾਹੀ ਫਕੀਰ ਦਾ ਸਭ ਤੋਂ ਵੱਡਾ ਡੇਰਾ ਸੀ ਜਿਹੜਾ ਸਿੰਧ ਸਾਗਰ ਦੁਆਬ ਦੇ ਵਿੱਚ ਸੀਗਾ, ਥਲ ਦੇ ਵਿੱਚ, ਪਾਕਿਸਤਾਨ ਦੇ ਵਿੱਚ।
ਸੋ ਸੁਥਰੇ ਸ਼ਾਹੀ ਫਕੀਰਾਂ ਦੀਆਂ ਕੁਝ ਰੀਤਾਂ ਵੀ ਵੱਖਰੀਆਂ ਸੀ। ਜਦੋਂ ਇਹ ਨਵੇਂ ਚੀਲੇ ਨੂੰ ਘੜਦੇ ਸਨ, ਦੇਖਿਆ ਦਿੰਦੇ ਸੀ, ਤਾਂ ਨਾਈ ਸਦਾ ਕੇ ਪਹਿਲਾਂ ਉਸ ਦੀ ਚੋਟੀ ਤੋਂ ਇਲਾਵਾ ਉਸ ਦਾ ਸਾਰਾ ਮੂੰਹ ਸਿਰ ਮੰਨ ਦਿੰਦੇ ਸਨ ਅਤੇ ਫਿਰ ਚੋਟੀ ਗੁਰੂ ਨੂੰ ਖੁਦ ਆਪਣੇ ਜਿਹੜੀ ਚੋਟੀ ਰਹਿ ਜਾਂਦੀ ਸੀਗੀ ਬੋਦੀ, ਉਹ ਇਹਨਾਂ ਦਾ ਜਿਹੜਾ ਗੁਰੂ ਹੁੰਦਾ ਸੀ ਉਹ ਫਿਰ ਉਹਨੂੰ ਆਪਣੇ ਹੱਥਾਂ ਨਾਲ ਮੁੰਨਦਾ ਸੀਗਾ ਅਤੇ ਫਿਰ ਉਹ ਚੇਲੇ ਦੇ ਕੰਨਾਂ ਦੇ ਵਿੱਚ ਗੁਰਮੰਤਰ ਫੂਕਦਾ ਸੀ ਅਤੇ ਉਸ ਦੀ ਚੋਟੀ ਕੱਟਣ ਤੋਂ ਪਹਿਲਾਂ ਗੁਰੂ ਰਸਮੀ ਤੌਰ 'ਤੇ ਚੇਲੇ ਨੂੰ 7 ਵਾਰ ਚੋਟੀ ਕਟਵਾਉਣੋਂ ਅਤੇ ਸੁਥਰੇ ਸ਼ਾਹੀ ਪੰਥ ਦੇ ਵਿੱਚ ਸ਼ਾਮਲ ਹੋਣ ਤੋਂ ਵਰਜਦਾ ਸੀ ਕਿ 7 ਵਾਰ ਮਨਾ ਕਰ ਦਿੰਦਾ ਸੀ ਕਿ ਤੂੰ ਰਹਿਣ ਦੇ, ਸਾਡੇ 'ਚ ਨਾ ਸ਼ਾਮਲ ਹੋ। 7 ਵਾਰੀ ਉਹ ਆਫੀਸ਼ਲੀ ਜਾਣੀ ਮਤਲਬ ਕਿ ਅਧਿਕਾਰਤ ਤੌਰ 'ਤੇ ਉਹਨੂੰ ਕਹਿੰਦਾ ਸੀ ਕਿ ਰਹਿਣ ਦੇ, ਤੂੰ ਨਾ ਕਟਾ। ਉਹ ਚੇਲਾ ਫਿਰ ਜਿੱਦ ਕਰਦਾ ਸੀ ਕਿ ਨਹੀਂ, ਮੈਂ ਤਾਂ ਸੁਥਰੇ ਸ਼ਾਹੀ ਪੰਥ 'ਚ ਹੀ ਆਉਣਾ। ਖੈਰ, ਅਤੇ ਫਿਰ ਇਹ ਮਤਲਬ ਉਸ ਦੀ ਚੋਟੀ ਕੱਟ ਕੇ ਪਹਿਲਾਂ ਬਾਕੀ ਸਿਰ ਕੱਟਿਆ ਜਾਂਦਾ ਅਤੇ ਚੋਟੀ ਫਿਰ ਜਿਹੜਾ ਸੀਗਾ ਬੋਧੀ ਸੀ ਜਿਹੜਾ ਉਹ ਇਹਨਾਂ ਦਾ ਗੁਰੂ ਕੱਟਦਾ ਸੀ ਅਤੇ ਫਿਰ ਉਸ ਦੇ ਚੇਲੇ ਨੂੰ ਧੋਤੀ ਬਣਾ ਕੇ ਸੇਲੀ ਟੋਪੀ ਅਤੇ ਕਾਲਾ ਡੰਡਾ ਧਾਰਨ ਕਰਨ ਦੇ ਲਈ ਬਖਸ਼ੇ ਜਾਂਦੇ ਸਨ। ਇਹ ਇਹਨਾਂ ਦੀ ਰਹਿਤ ਮਰਿਆਦਾ ਸੀਗੀ ਆਪਣੇ ਧਰਮ ਦੇ ਵਿੱਚ ਸ਼ਾਮਲ ਕਰਨ 'ਤੇ। ਜਿਵੇਂ ਸਿੱਖਾਂ ਦੇ ਵਿੱਚ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ, ਜਾਂ ਹਿੰਦੂਆਂ ਦੇ ਵਿੱਚ ਜਨੇਊ ਦੀ ਰਸਮ ਆ ਆਪਣੇ ਆਪਣੇ ਧਰਮਾਂ ਦੇ ਵਿੱਚ, ਜਾਂ ਮੁਸਲਮਾਨਾਂ ਦੇ ਵਿੱਚ ਸੁੰਨਤ ਜਾਂ ਹੋਰ ਧਾਰਮਿਕ ਪ੍ਰੀਖਣ ਜਿਹੜੇ ਨੇ ਉਹ ਪ੍ਰੋਸੈਸ ਨੇ। ਸੋ ਇਹ ਸੁਥਰੇ ਸ਼ਾਹੀ ਫਕੀਰ ਰੰਗਦਾਰ ਕੱਪੜੇ ਨਹੀਂ ਸੀ ਪਾਉਂਦੇ ਅਤੇ ਕੜਾਹ ਪ੍ਰਸ਼ਾਦ ਵਰਤਾਉਂਦੇ ਸੀਗੇ ਅਤੇ ਉਹ ਕੜਾਹ ਪ੍ਰਸ਼ਾਦ ਛਕਦੇ ਸੀਗੇ ਅਤੇ ਇਹੀ ਇਹਨਾਂ ਦਾ ਪ੍ਰੋਸੈਸ ਸੀਗਾ। ਅਤੇ ਇਹ ਰੰਗਦਾਰ ਕੱਪੜਿਆਂ ਤੋਂ ਗੁਰੇਜ਼ ਕਰਦੇ ਸਨ, ਭਗਵੇਂ ਕੱਪੜੇ ਪਹਿਨਦੇ ਸਨ ਜਾਂ ਚਿੱਟੇ ਵਸਤਰ ਪਹਿਨਦੇ ਸਨ ਜਾਂ ਕਾਲੇ। ਸੋ ਸੁਥਰੇ ਸ਼ਾਹੀ ਫਕੀਰ ਮੌਤ ਮਗਰੋਂ ਉਸ ਦਾ ਦਾਹ ਸੰਸਕਾਰ ਕਰਦੇ ਸਨ, ਜਾਣੀ ਉਸ ਦੇ ਫੁੱਲ ਵੀ ਗੰਗਾ ਦੇ ਵਿੱਚ ਪ੍ਰਵਾਹ ਕੀਤੇ ਜਾਂਦੇ ਸਨ ਅਤੇ ਕੁਝ ਉਸ ਦੀ ਸਵਾਹ ਦੇ ਅੰਸ਼ ਗੰਗਾ ਜਲੀ ਦੇ ਵਿੱਚ ਗਊ ਮੂਤਰ ਨਾਲ ਮਿਲਾ ਕੇ ਡੇਰੇ ਦੇ ਵਿੱਚ ਰੱਖ ਲਿਆ ਜਾਂਦਾ ਸੀ ਅਤੇ ਉੱਥੇ ਹੀ ਉਸ ਦੀ ਫਿਰ ਸਮਾਧੀ ਬਣਾ ਦਿੱਤੀ ਜਾਂਦੀ ਸੀ। ਪਰ ਹੁਣ ਜੇ ਇਹ ਵੇਖਿਆ ਜਾਵੇ ਜਿਸ ਤਰ੍ਹਾਂ ਕਿ ਇਹ ਗੁਰੂ ਸਾਹਿਬ ਨੇ ਇਹਨਾਂ ਨੂੰ ਸੁਥਰੇ ਨੂੰ ਵਰ ਦਿੱਤਾ ਜਾਂ ਪਾਲਿਆ, ਤਾਂ ਫਿਰ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਗੁਰਮਰਿਆਦਾ ਨੂੰ ਛੱਡ ਦੇਣ, ਹੈ ਨਾ। ਇਹ ਠੀਕ ਹੈ ਕਿ ਉਹ ਬੱਚਾ ਸੀਗਾ, ਇਸ ਤਰ੍ਹਾਂ ਦਾ ਸੀ, ਉਹ ਮਤਲਬ ਉਹਦਾ ਕਰੈਕਟਰ ਪੱਖੋਂ ਥੋੜ੍ਹਾ ਕਮੇਡੀ ਟਾਈਪ ਕਹਿ ਲਈਏ ਜਾਂ ਹਾਸ ਵਿਨੋਦੀ ਕਹਿ ਲਈਏ, ਮਜ਼ਾਹੀਆ ਕਿਰਦਾਰ, ਇਸ ਕਰਕੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਕਿ ਆਪਣੀ ਮੌਜ ਦੇ ਮਾਲਕ ਲੋਕ ਸੀ। ਸੋ ਜਬਰੀ ਇਹ ਜਿਹੜੀ ਸੀ ਭੇਟਾ ਮੰਗਦੇ ਸੀ ਕਿ ਸਾਨੂੰ ਤਾਂ ਔਰੰਗਜ਼ੇਬ ਨੇ ਹੁਕਮ ਲਾਇਆ ਕਿ 1 ਰੁਪਇਆ ਪ੍ਰਤੀ ਦੁਕਾਨ। ਪਰ ਜੇ ਇਹ ਕਹਿੰਦੇ ਸੀ ਵੀ ਜੇ ਇਹਨਾਂ ਨੇ ਮੱਥੇ 'ਤੇ ਜਿਹੜਾ ਸੀਗਾ ਟਿੱਕਾ ਗੰਦ ਦਾ ਲਾਇਆ ਸੀ, ਅਤੇ ਫਿਰ ਕੀ ਔਰੰਗਜ਼ੇਬ ਨੇ ਇਹਨਾਂ ਨੂੰ ਜ਼ੁਲਮ ਕਰਨੇ ਬੰਦ ਕਰਤੇ ਸੀ। ਪਰ ਔਰੰਗਜ਼ੇਬ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ 1 ਰੁਪਇਆ 1 ਪੈਸਾ ਦੁਕਾਨ ਲਈ ਜਾਓ, 1 ਰੁਪਇਆ ਵਿਆਹ ਲਈ ਜਾਓ, ਅਤੇ ਇਹ ਆਪਣਾ ਉਧਰ ਨੂੰ ਹੋ ਗਏ। ਔਰੰਗਜ਼ੇਬ ਨੇ ਤਾਂ ਬਾਅਦ 'ਚ ਕੀ ਜ਼ੁਲਮ ਕੀਤੇ, ਹੈ ਨਾ, ਕਿੰਨਾ ਕਹਿਰ ਕਮਾਇਆ, ਕਿਵੇਂ ਮਤਲਬ ਸਿੱਖ ਇਤਿਹਾਸ ਤਾਂ ਪਤਾ ਹੀ ਹੈ, ਛੋਟੇ ਵੱਡੇ ਘਾਲੂਕਾਰੇ ਜਾਂ ਕੀ ਕੁਛ ਹੋਇਆ। ਇਹ ਨਹੀਂ ਕਿ ਸਿੱਖਾਂ 'ਤੇ ਜਾਂ ਹਿੰਦੂਆਂ 'ਤੇ, ਉਹਨੇ ਆਪਣੇ ਪਰਿਵਾਰਾਂ 'ਤੇ ਕਿੰਨਾ ਜ਼ੁਲਮ ਕੀਤਾ। ਅਤੇ ਫਿਰ ਉਹ ਧਾਰਮਿਕ ਪੱਖ ਇਹਨਾਂ ਦਾ ਕਿੱਥੇ ਗਿਆ। ਸਿਰਫ ਇਹੀ ਕਿ ਪ੍ਰਤੀ ਹੱਟੀ ਉਹਨੂੰ ਪੈਸੇ ਗਰਾਉਣ ਦੀ ਆਗਿਆ ਦਿੱਤੀ ਅਤੇ ਉਹ ਆਪਣਾ ਪੰਥ ਉਹ ਜਿਹੜਾ ਚਲਾਈ ਜਾਂਦੇ ਸੀ, ਆਪਣੀ ਮਸਤੀ 'ਚ ਰਹਿੰਦੇ ਸੀ ਅਤੇ ਕੁਛ ਇਹਨਾਂ ਦੇ ਚੇਲੇ ਬਣ ਜਾਂਦੇ ਸੀ। ਆਪਣਾ ਇਹਨਾਂ ਦਾ ਇਸ ਤਰ੍ਹਾਂ ਦਾ ਧਾਰਮਿਕ ਸਿਲਸਿਲਾ ਸੀ, ਇਹਨਾਂ ਦੇ ਡੇਰੇ ਚੱਲਦੇ ਰਹਿੰਦੇ ਸੀ। ਪਰ ਜਿਹੜੀ ਧਰਮ ਦੀ ਲੜਾਈ ਸੀ ਨਾ ਇਨਸਾਨੀਅਤ ਦੀ, ਉਹ ਤਾਂ ਨਹੀਂ ਲੜੀ ਗਈ ਨਾ। ਉਹ ਤਾਂ ਸਤਨਾਮੀਆਂ ਨੇ ਲੜੀ ਜਾਂ ਜਾਟਾਂ ਨੇ ਲੜੀ ਜਾਂ ਅੱਗੇ ਆ ਕੇ ਫਿਰ ਗੁਰੂ ਪਰਿਵਾਰ ਨੇ ਲੜੀ, ਹੈ ਨਾ, ਜਿਹੜੀ ਧਰਮ ਦੀ ਲੜਾਈ ਸੀ। ਪਰ ਇਹ ਇਸ ਤਰ੍ਹਾਂ ਦੇ ਜਿਹੜੇ ਫਿਰਕੇ ਵੱਖ-ਵੱਖ ਚੱਲਦੇ ਸੀ, ਇਹ ਸਿਰਫ ਉਹ ਉਹਨਾਂ ਨੂੰ ਬੋਦਰ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਠੀਕ ਹੈ, ਪ੍ਰਤੀ ਹੱਟੀ 1 ਪੈਸਾ ਮੰਗੀ ਜਾਓ ਅਤੇ ਆਪਣਾ ਚਲਾਈ ਜਾਓ ਕੰਮ ਤੁਸੀਂ। ਸੋ ਇਹ ਸੀ ਧਰਮ ਦਾ ਪੱਖ। ਇਹ ਠੀਕ ਹੈ ਕਿ ਇਹ ਗੱਲ ਕਿਤੇ ਹੋਈ ਹੋਣੀ ਆ ਅਤੇ ਉੱਥੇ ਇਸ ਨੂੰ ਬਖਸ਼ ਦਿੱਤਾ ਹੋਊਗਾ, ਪਰ ਇਹ ਗੁਰਮਤ ਦੇ ਨਾਲ ਇਹਨਾਂ ਦਾ ਜਿਹੜਾ ਮਿਲਾਨ ਵੀ ਨਹੀਂ ਸੀਗਾ। ਅਤੇ ਹੁਣ ਜੇ ਦੇਖਿਆ ਜਾਵੇ, ਭਾਵੇਂ ਗੁਰਮਤ ਹੈ ਭਾਵੇਂ ਹਿੰਦੂਇਜ਼ਮ ਹੈ, ਜਦੋਂ ਧਰਮ 'ਤੇ ਜ਼ੁਲਮ ਹੁੰਦਾ ਤਾਂ ਫਿਰ ਉਸ ਵਿਅਕਤੀ ਦਾ ਇਹ ਮੁੱਢਲਾ ਫਰਜ਼ ਵੀ ਬਣਦਾ ਕਿ ਉਹ ਵੀ ਧਰਮ ਦੇ ਲਈ ਲੜਾਈ ਉਹ ਲੜੇ। ਸੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਧਾਰਮਿਕ, ਜਿਵੇਂ ਕੱਲ੍ਹ ਬਾਈ ਜੀ ਦਾ ਮੈਨੂੰ ਨਾਂ ਨਹੀਂ ਸੀ ਯਾਦ, ਉਹਨਾਂ ਨੇ ਇਹ ਆਖਿਆ ਸੀਗਾ ਕਿ ਜੇ ਹੋ ਸਕੇ ਤਾਂ ਸੁਥਰੇ ਸ਼ਾਹੀ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਸੁਥਰੇ ਕੌਣ ਲੋਕ ਸੀ ਅਤੇ ਕੀ ਉਹਨਾਂ ਦਾ ਜਿਹੜਾ ਸਾਰਾ ਸਿਲਸਿਲਾ ਜਾਂ ਕਿਰਦਾਰ ਸੀ। ਸੋ ਉਸ ਮੁਤਲਕ ਇਹ ਗੱਲਬਾਤ ਮੇਰੇ ਖਿਆਲ ਤੁਹਾਨੂੰ ਪਸੰਦ ਆਈ ਹੋਣੀ ਹੈ। ਅਤੇ ਲਓ ਫਿਰ 1-2 ਲੈਂਦੇ ਹਾਂ ਬ੍ਰੇਕ ਅਤੇ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਸੁਰਿੰਦਰ ਸਿੰਘ ਹੋਰਾਂ ਦੇ ਨਾਲ ਨਿਊਜ਼ ਤੇ ਵਿਊ ਦਾ ਸੈਗਮੈਂਟ ਲੈ ਕੇ ਇਸ ਵਕਫੇ ਤੋਂ ਬਾਅਦ।